ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 6 ਜਨਵਰੀ 2026 24 ਪੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸੇ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗੁਰਦੁਆਰਾ ਸਿੰਘ ਸਭਾ ਬ੍ਰੈਡਰੌਕ ਫੈਕਟਸ ਵਰਜੀਨੀਆ ਤੋਂ ਸਰਦਾਰ ਤੇਜਪਾਲ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਤੇਜਪਾਲ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਹੁਣ ਆਪਾਂ ਆਪਣੇ ਜਿਹੜੇ ਪਹਿਲੇ ਸੈਗਮੈਂਟ ਵਿੱਚ, ਜਿਸ ਤਰ੍ਹਾਂ ਕਿ ਅੱਜ 6 ਜਨਵਰੀ ਦਾ ਦਿਨ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਅਹਿਮੀਅਤ ਵਾਲਾ ਦਿਨ ਹੈ। ਸੋ ਠੀਕ 31 ਸਾਲ ਪਹਿਲਾਂ 6 ਜਨਵਰੀ 1999 ਨੂੰ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਗੌਰਾ ਨੇ ਤਿਹਾੜ ਜੇਲ੍ਹ ਦੀ ਦਿੱਲੀ ਵਿੱਚ ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਸੀ। ਸੋ ਇਸ ਮੌਕੇ ਅਸੀਂ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਅਲੋਕਾਰ ਸੁਹਾਗਨ ਬੀਬੀ ਸੁਰਿੰਦਰ ਕੌਰ ਹੋਰਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਸੋ ਇਸ ਲੀਡ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਸ਼ੇਰਬਾਜ਼ ਸਿੰਘ ਢਿੱਲੋਂ ਜੀ ਹੋਰਾਂ ਦੀ ਆਪਾਂ ਇੱਕ ਜਿਹੜੀ ਨਜ਼ਮ ਹੈ ਉਹ ਵੀ ਸਾਂਝੀ ਕਰਨ ਜਾਵਾਂਗੇ ਔਰ ਜਿਸ ਦਾ ਸੁਣਿਆ ਹੈ ਕਿ ਜ਼ੁਲਮ ਨਾਲ ਕਮਾਇਆ ਤੇ ਕੀਤੇ ਜਿਹੜੇ ਤਖਤ ਤੇ ਤਾਜ ਜਿਹੜੇ ਅਖੀਰ ਤਬਾਹੀ ਹੋ ਜਾਂਦੇ ਨੇ ਅਤੇ ਸੱਚਾਈ ਦੀ ਜਿਹੜੀ ਹੈ ਜਿੱਤ ਹੁੰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਤੇਜਪਾਲ ਸਿੰਘ, ਜਿਹੜੇ ਪ੍ਰਮੁੱਖ ਪ੍ਰਬੰਧਕਾਂ 'ਚੋਂ ਵੀ ਰਹੇ ਗੁਰਦੁਆਰਾ ਸਿੰਘ ਸਭਾ ਦੇ ਔਰ ਜਿਨ੍ਹਾਂ ਨੇ ਆਪਣੀ ਸੇਵਾ ਦੇ ਦੌਰਾਨ ਜਿੱਥੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸਾਹਿਬ ਦੇ ਵਿੱਚ ਕਰਨ ਦਾ ਨੂੰ ਇੱਕ ਰੈਗੂਲੇਸ਼ਨ ਦੇ ਵਾਂਗ ਲਗਾਤਾਰਤਾ ਦੇ ਨਾਲ ਉਸ ਨੂੰ ਜਾਰੀ ਰੱਖਿਆ। ਉੱਥੇ ਉਹਨਾਂ ਦੇ ਐਫਰਟ ਨਾਲ ਹੀ ਟੀਵੀ 84 ਦੇ ਲਈ ਇਹ ਸਕਸੈਸਿਵ ਦੂਸਰਾ ਸਾਲ ਹੈ ਜਦੋਂ ਕਿ ਫੰਡ ਰੇਜ਼ਿੰਗ ਡਿਨਰ ਗੁਰਦੁਆਰਾ ਸਾਹਿਬ ਫੰਡ ਰੇਜ਼ਿੰਗ ਸਮਾਗਮ ਗੁਰਦੁਆਰਾ ਸਾਹਿਬ 'ਚ ਕੀਤਾ ਗਿਆ। ਉਸ ਤੋਂ ਪਹਿਲਾਂ ਯੂਜੂਲੀ ਜਿਹੜਾ ਬਾਹਰ ਕਿਸੇ ਹਾਲ ਵਗੈਰਾ 'ਚ ਫੰਡ ਰੇਜ਼ਿੰਗ ਡਿਨਰ ਹੁੰਦਾ ਸੀ ਤੇ ਇਹ ਉਹਨਾਂ ਵੱਲੋਂ ਹੀ ਸੁਜੈਸਟ ਕੀਤਾ ਗਿਆ ਵੀ ਬਾਹਰ ਕਿਉਂ ਅਸੀਂ ਗੁਰਦੁਆਰਾ ਸਾਹਿਬ ਦੇ ਦੀਵਾਨ ਦੇ ਦੌਰਾਨ ਹੀ ਨਾਲ ਟੇਬਲ ਵੀ ਹੋਏਗਾ, ਸੰਗਤ ਤੱਕ ਮੈਸੇਜ ਵੀ ਜਾਏਗਾ ਔਰ ਇਹ ਇੱਕ ਬੜਾ ਪੋਜ਼ਿਟਿਵ ਥਾਟ ਸੀ। ਔਰ ਜਿੱਥੇ ਉਹ ਸਕਸੈਸਫੁਲ ਕਾਰੋਬਾਰੀ ਨੇ, ਪੰਥਕ ਜਜ਼ਬਾ ਰੱਖਦੇ ਨੇ ਔਰ ਤਤ ਗੁਰਮਤ ਨਾਲ ਜੁੜਨ ਦੀ ਤਾਂਘ ਜਿਹੜੀ ਹੈ ਉਸ ਥੱਲੇ ਉਹਨਾਂ ਨੇ ਆਪਣੇ ਆਪ ਨੂੰ ਇਹਨਾਂ ਸਾਰੇ ਵਰਿਆਂ ਦੇ ਵਿੱਚ ਜਿਹੜਾ ਹੈ ਉਹ ਪੰਥਕ ਪਲੇਟਫਾਰਮ ਦੀਆਂ ਮੂਹਰਲੀਆਂ ਸਫਾਂ ਦੇ ਵਿੱਚ ਲਿਆ ਕੇ ਖੜਾ ਕੀਤਾ। ਅਸੀਂ ਵੀਰ ਤੇਜਪਾਲ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਇਤਿਹਾਸਕ ਦਿਨ ਹੈ 6 ਜਨਵਰੀ 1999 ਨੂੰ ਠੀਕ 37 ਸਾਲ ਪਹਿਲਾਂ ਅੱਜ ਦੇ ਦਿਨ ਤਿਹਾੜ ਜੇਲ੍ਹ, ਉਹ ਜਿਹਨੂੰ ਅਸੀਂ ਜਦੋਂ ਪਿਛਲੇ ਸਾਰੇ 40-42 ਸਾਲ ਤੋਂ ਅਸੀਂ ਜਦੋਂ ਇਹ ਗੱਲ ਕਰਦੇ ਹਾਂ ਕਿ ਭਾਈ ਜਿਹੜੀਆਂ ਥਾਵਾਂ ਸਾਡੇ ਇਤਿਹਾਸ ਦੇ ਨਾਲ ਜਿਹੜੀਆਂ ਜੁੜੀਆਂ ਨੇ ਉਹਨਾਂ ਦੇ ਵਿੱਚ ਤਿਹਾੜ ਜੇਲ੍ਹ ਇਕੱਲੀ ਇਹੀ ਨਹੀਂ
ਕਿ ਤਿਹਾੜ ਜੇਲ੍ਹ 'ਚ ਅੱਜ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਜਾਂ ਸਾਡੇ ਦੂਸਰੇ ਯੋਧੇ, ਉਸ ਤੋਂ ਪਹਿਲਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ, ਕਿੰਨੇ ਵਰੇ ਉਹਨਾਂ ਨੇ ਜਿਹੜੀਆਂ ਨੇ ਉਹ ਕੈਦਾਂ ਕੱਟੀਆਂ ਨੇ, ਕੱਟ ਰਹੇ ਨੇ। ਪਰ ਇਸ ਦੇ ਨਾਲ ਹੀ ਇਹ ਇੱਕ ਇਤਿਹਾਸਕ ਜੇਲ੍ਹ ਹੈ, ਕਿਉਂਕਿ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਹੋਰਾਂ ਨੇ ਅੱਜ ਦੇ ਦਿਨ 37 ਵਰੇ ਪਹਿਲਾਂ ਸ਼ਹੀਦੀ ਜਾਮ ਪੀਤਾ, ਫਾਂਸੀ ਦੇ ਰੱਸੇ ਨੂੰ ਚੁੰਮਿਆ। ਔਰ ਜਿਹੜਾ ਜੇਲ੍ਹ ਦਾ ਉਸ ਵੇਲੇ ਦਾ ਇੰਚਾਰਜ ਸੁਪਰਡੈਂਟ, ਉਸਨੇ ਇੱਕ ਕਿਤਾਬ ਵੀ ਲਿਖੀ ਹੈ ਬਲੈਕ ਵਾਰੰਟਸ, ਔਰ ਉਹਦਾ ਕਾਲਾ ਹੀ ਟਾਈਟਲ ਹੈ ਕਿਤਾਬ ਦਾ। ਪਹਿਲਾਂ ਮੈਂ ਸੋਚਿਆ ਸੀ ਕਿ ਮੈਂ ਉਹਦੇ 'ਚੋਂ ਜਿਹੜੀ ਉਹਨਾਂ ਦੀ ਮਾਨਸਿਕ ਅਵਸਥਾ ਸੀ, ਜਿਸ ਅੰਦਾਜ਼ ਦੇ ਵਿੱਚ ਦੋਨਾਂ ਨੇ, ਕੇਰ ਸਿੰਘ ਇੱਕ, ਉਹਨਾਂ ਦੇ ਉੱਤੇ ਤਾਂ ਇਹੀ ਚਾਰਜ ਲਾਇਆ ਗਿਆ ਕਿ ਉਹ ਸ਼ਹੀਦ ਬੇਅੰਤ ਸਿੰਘ ਉਹਨਾਂ ਦੇ ਕਲੋਜ਼ ਰਿਲੇਸ਼ਨ ਸੀ ਉਹਨਾਂ ਦੇ ਨਾਲ, ਔਰ ਉਹਨਾਂ ਨੇ ਹੀ ਬੇਅੰਤ ਸਿੰਘ ਹੋਰਾਂ ਨੂੰ ਪ੍ਰੇਰਿਆ ਕਿ ਉਹ ਅੰਮ੍ਰਿਤ ਪਾਨ ਕਰਨ। ਔਰ ਕਿਉਂਕਿ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਬੇਅੰਤ ਸਿੰਘ ਨੇ ਸਤਵੰਤ ਸਿੰਘ ਹੋਰਾਂ ਦੇ ਨਾਲ ਮਿਲ ਕੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ, ਇਸ ਲਈ ਉਹਨਾਂ ਨੂੰ ਕੰਸਪੀਰੇਸੀ ਟੂ ਮਰਡਰ ਦੇ ਵਿੱਚ ਜੋੜ ਦਿੱਤਾ ਗਿਆ, ਜਿਸ ਨੂੰ ਜਿਹੜਾ ਉਸ ਵੇਲੇ ਜਦੋਂ ਇਹ ਸਜ਼ਾ ਬਹਾਲ ਰੱਖੀ ਗਈ ਹਾਈ ਕੋਰਟ ਵੱਲੋਂ, ਤੇ ਈਵਨ ਬ੍ਰਿਟਿਸ਼ ਜੂਰਿਸਪ੍ਰੂਡੈਂਸ ਦੇ ਜਿਹੜੇ ਮਾਹਿਰ ਲੋਕ ਸੀ ਉਹਨਾਂ ਦਾ ਵੀ ਕਹਿਣਾ ਸੀ ਕਿ ਉਹਦੇ ਲਈ ਟਰਮ ਹੀ ਉਹਨਾਂ ਨੇ ਜੁਡੀਸ਼ੀਅਲ ਮਰਡਰ ਇਹ ਇਸਤੇਮਾਲ ਕੀਤੀ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇਹ 31 ਅਕਤੂਬਰ 1984 ਨੂੰ ਜਦੋਂ ਇੰਦਰਾ ਗਾਂਧੀ ਨੂੰ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਹੋਰਾਂ ਨੇ ਸਜ਼ਾ ਯਾਫਤਾ ਕੀਤਾ, ਤੇ ਆਪਣੇ ਵੱਲੋਂ ਤਾਂ ਉਹਨਾਂ ਨੇ ਗਾਰਡ ਜਿਹੜੇ ਸੱਦ ਕੇ ਉਹਨਾਂ ਦੋਨਾਂ ਨੂੰ ਹੀ ਗੋਲੀਆਂ ਦੇ ਨਾਲ ਭੁੰਨ ਦਿੱਤਾ ਸੀ, ਮਾਰ ਦਿੱਤਾ ਸੀ। ਬੇਅੰਤ ਸਿੰਘ ਮੌਕੇ ਤੇ ਹੀ ਸ਼ਹੀਦ ਹੋ ਗਏ, ਲੇਕਿਨ ਭਾਈ ਸਤਵੰਤ ਸਿੰਘ ਜਿਨ੍ਹਾਂ ਦੀ ਪਿਛਲੀ ਹੱਡੀ ਦੇ ਵਿੱਚ ਬੈਕਬੋਨ 'ਚ ਬੁਲਟ ਤਾਂ ਰਹੀਆਂ, ਪੇਨ ਵੀ ਰਹੀ, ਲੇਕਿਨ ਉਹ ਸਰਵਾਈਵ ਕਰ ਗਏ। ਔਰ ਇਹ ਵੀ ਇਤਿਹਾਸ ਆਪਣੇ ਆਪ ਦੇ ਵਿੱਚ ਇਸ ਦੀ ਯਾਦ ਦਹਾਨੀ ਕਰਵਾਏਗਾ। ਕਿਸੇ ਜ਼ਮਾਨੇ ਦੇ ਵਿੱਚ ਅੰਗਰੇਜ਼ੀ ਪੀਰੀਅਡ ਫਾਂਸੀ ਤੇ ਚੜ੍ਹਨ ਵਾਲੇ ਕਰਤਾਰ ਸਿੰਘ ਸਰਾਭਾ ਜਾਂ ਸ਼ਹੀਦ ਭਗਤ ਸਿੰਘ ਦੇ ਹਵਾਲੇ ਨਾਲ ਅਕਸਰ ਇਹ ਕਿਹਾ ਜਾਂਦਾ ਸੀ ਕਿ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਅਖੀਰਲੀ ਤੁਹਾਡੀ ਇੱਛਾ ਕੀ ਹੈ, ਤੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਦੁਬਾਰਾ ਜਨਮ ਲਈਏ ਔਰ ਇਹ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਅਸੀਂ ਮੁੜ ਕੇ ਆਈਏ ਇਸ ਦੁਨੀਆ, ਜਦੋਂ ਤੱਕ ਗੁਲਾਮੀ ਖਤਮ ਨਹੀਂ ਹੁੰਦੀ। ਇਹ ਵੱਖਰੀ ਕਹਾਣੀ ਹੈ ਕਿ ਉਹਨਾਂ ਨੌਜਵਾਨਾਂ ਨੂੰ ਉਦੋਂ ਨਹੀਂ ਸੀ ਪਤਾ ਕਿ ਭਾਈ ਉਹਨਾਂ ਦੀਆਂ ਕੁਰਬਾਨੀਆਂ ਨੇ ਬ੍ਰਾਹਮਣਵਾਦੀਆਂ ਨੂੰ ਤਾਂ ਆਜ਼ਾਦੀ ਦੇ ਦੇਣੀ ਹੈ, 1000 ਸਾਲ ਦੇ ਜੁੱਤੀਆਂ ਖਾਣ ਵਾਲਿਆਂ ਨੂੰ, ਲੇਕਿਨ ਉਹਨਾਂ ਦੀ ਕੌਮ ਇੱਕ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਹਿੰਦੂ ਤਵੀਆਂ ਦੀ ਗੁਲਾਮੀ ਦਾ ਸ਼ਿਕਾਰ ਹੋਏਗੀ। ਔਰ ਹੁਣ ਵੀ ਜਦੋਂ ਅਸੀਂ ਸ਼ਹੀਦ ਸਤਵੰਤ ਸਿੰਘ ਉਹਨਾਂ ਨੇ ਜੋ ਆਪਣੇ ਪਿਤਾ ਰਾਹੀਂ ਜਾਂ ਉਹਨਾਂ ਦੇ ਨਾਲ ਮੁਲਾਕਾਤੀਆਂ ਰਾਹੀਂ ਜਿਸ ਕਿਸਮ ਦੇ ਆਪਣੇ ਦਿੱਤੇ, ਇਹੀ ਕਿ ਮੈਂ ਬਾਰ ਜਨਮ ਲਵਾਂ ਔਰ ਕੌਮ ਦੇ ਘਰੋਂ ਗੁਲਾਮੀ ਦੇ ਸੰਗਲ ਕੱਟੇ ਜਾਣ। ਔਰ ਇਸੇ ਤਰ੍ਹਾਂ ਭਾਈ ਕੇਰ ਸਿੰਘ ਉਹਨਾਂ ਦਾ ਜਿਹੜੇ ਜੇਲ੍ਹ ਦੇ ਸੁਪਰਡੈਂਟ ਦੀ ਉਹ ਸਾਰੀ ਲਿਖਤ ਹੈ, ਉਸ ਦੇ ਵਿੱਚ ਉਹ ਦੱਸਦਾ ਵੀ ਕਿਵੇਂ ਉਹਨੇ ਕਿਹਾ ਵੀ ਇਹ ਜਿਹਨਾਂ ਨੂੰ ਫਾਂਸੀ ਹੁੰਦੀ ਹੈ ਕਿੰਨੇ ਡਰਦੇ ਨੇ, ਕਿੰਨਿਆਂ ਦਾ ਵੇਟ ਜਿਹੜਾ ਉਹ ਘਟ ਜਾਂਦਾ ਹੈ, ਕਈਆਂ ਨੂੰ ਘੜੀਸ ਕੇ ਹੀ ਲਿਜਾਣਾ ਪੈਂਦਾ। ਪਰ ਇਹ ਦੋਨਾਂ ਯੋਧਿਆਂ ਨੇ ਇਸ ਨੂੰ ਗੁਰੂ ਦਾ ਭਾਣਾ ਮੰਨਦੇ ਆ ਔਰ ਕੌਮ ਦੀ ਖਿਦਮਤ ਦੇ ਵਿੱਚ ਆਪਣਾ ਆਪਾ ਕੁਰਬਾਨ ਕਰਦੇ ਆ, ਹੱਸਦੇ ਫਾਂਸੀ ਦੇ ਰੱਸੇ ਨੂੰ ਚੁੰਮਿਆ। ਔਰ ਤੁਸੀਂ ਇਹਨਾਂ ਦੀ ਜਿਹੜੀ ਹੈ ਬਦਦਿਆਨਤੀ ਦੇਖੋ ਵੀ ਈਵਨ ਉਹਨਾਂ ਦੇ ਜਿਹੜਾ ਮ੍ਰਿਤਕ ਸਰੀਰ ਨੇ ਉਹ ਸਿੱਖ ਸੰਗਤ ਜਾਂ ਤੁਸੀਂ ਪੰਜਾਬ 'ਚ ਵੀ ਉਦੋਂ ਕਰਫਿਊ ਲੱਗਾ ਹੋਇਆ ਸੀ, ਔਰ ਉਹਨਾਂ ਦੇ ਜਿਹੜੀਆਂ ਅੰਤਮ ਜਿਨ੍ਹਾਂ ਨੂੰ ਅਸੀਂ ਫੁੱਲ ਕਹਿੰਦੇ ਹਾਂ ਸਤਿਕਾਰ ਨਾਲ ਜ਼ਾਹਰ ਹੈ ਲੈਫਟ ਓਵਰ ਬੋਨਸ ਹੁੰਦੀਆਂ ਨੇ, ਉਹਨਾਂ ਨੂੰ ਜਾ ਕੇ ਹਰਿਦੁਆਰ ਗੰਗਾ ਦੇ ਵਿੱਚ ਜਿਹੜਾ ਉਹ ਜਲ ਪ੍ਰਵਾਹ ਕੀਤਾ ਗਿਆ। ਈਵਨ ਕੀਰਤਪੁਰ ਸਾਹਿਬ ਵੀ ਉਹਨਾਂ ਨੂੰ ਨਹੀਂ ਲਿਆਉਣ ਦਿੱਤਾ ਗਿਆ। ਸੋ ਇੰਨਾ ਖੌਫ ਜਿਉਂਦਿਆਂ ਦਾ ਤਾਂ ਜੋ ਖੌਫ ਹੈ ਹੀ ਹੈ। ਔਰ ਇਸ ਸਾਰੇ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਕਿਉਂਕਿ ਅੱਜ ਕੱਲ੍ਹ ਜੇ ਅਸੀਂ ਹੋਰ ਵੇਰਵੇ ਜਾਂ ਜਿਸ ਨੂੰ ਇਲਸਟ੍ਰੇਟਿਡ ਢੰਗ ਦੇ ਨਾਲ ਲਈ ਸਾਰਿਆਂ ਨੂੰ ਬਿਆਨੀਏ ਤਾਂ YouTube ਦੀਆਂ ਇੰਨੀਆਂ ਪਾਬੰਦੀਆਂ ਨੇ ਕਿ ਉਹ ਇਹ ਸਟ੍ਰਾਈਕ ਲਾ ਦਿੰਦੇ ਨੇ। ਔਰ ਇਸ ਕਰਕੇ ਸਾਡੀ ਕਿਉਂਕਿ ਜਦੋਂ ਹੀ ਅਸੀਂ TV 84 ਨੇ ਕਵਰੇਜ ਕੀਤੀ ਹੈ ਸਮਾਗਮਾਂ ਦੀ, ਹੁਣ ਹਾਲਾਂ ਅੱਜ ਵੀ 6 ਜਨਵਰੀ ਕਿਉਂਕਿ ਪੰਜਾਬ 'ਚ ਹੋ ਚੁੱਕਾ ਅਕਾਲ ਤਖਤ ਸਾਹਿਬ ਤੇ ਦੋਨਾਂ ਹੀ ਯੋਧਿਆਂ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰ ਸਿਮਰਨਜੀਤ ਸਿੰਘ ਮਾਨ, ਦਲ ਖਾਲਸਾ ਦੇ ਪ੍ਰਮੁੱਖ ਆਗੂ ਸਾਰੇ, ਭਾਈ ਕੁਲਬੀਰ ਸਿੰਘ ਵੜਾ ਪਿੰਡ,
ਔਰ ਦੂਸਰੇ ਭਾਈ ਕੰਵਰਪਾਲ ਸਿੰਘ ਬਿੱਟੂ, ਇਹ ਸਾਰਿਆਂ ਦੀ ਸ਼ਮੂਲੀਅਤ ਸੀ। ਪਿਕਚਰਸ ਨੇ, ਬਟ ਅਸੀਂ ਬਹੁਤ ਕੁਝ ਦਿਖਾ ਵੀ ਨਹੀਂ ਸਕਦੇ, ਡਿਸਕਸ ਵੀ ਨਹੀਂ ਕਰ ਸਕਦੇ, ਕਿਉਂਕਿ ਈਵਨ ਪਿਛਲੇ ਦਿਨਾਂ 'ਚ ਸਾਹਮਣੇ ਆਇਆ ਸੀ ਕਿ ਸ਼੍ਰੋਮਣੀ ਕਮੇਟੀ ਨੇ ਵੀ ਜਿਹੜੇ ਸਮਾਗਮ ਸ਼ਹੀਦਾਂ ਦੀ ਯਾਦ 'ਚ ਕੀਤੇ, ਉਹਨਾਂ ਦਾ ਈਵਨ ਗੁਰਬਾਣੀ ਪ੍ਰਸਾਰਣ ਵਾਲਾ ਚੈਨਲ ਵੀ ਉਹਨਾਂ ਨੇ ਕਈ ਹਫ਼ਤੇ ਸਸਪੈਂਡ ਕਰਤਾ ਹੈ ਕਿ ਜੀ ਤੁਸੀਂ ਦਹਿਸ਼ਤਗਰਦੀ ਫੈਲਾ ਰਹੇ ਹੋ। ਸੋ ਉਸ ਲਈ ਅਸੀਂ ਮਾਜ਼ਰਤ ਚਾਹੁੰਦੇ ਹਾਂ, ਮਾਫੀ ਚਾਹੁੰਦੇ ਹਾਂ ਕਿ ਭਾਈ ਅਸੀਂ ਹੋਰ ਬਹੁਤਾ ਵੇਰਵਾ ਡਿਸਕਸ ਨਹੀਂ ਕਰ ਸਕਦੇ। ਔਰ ਇਹ ਜਦੋਂ ਕਿ ਅਸੀਂ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਹੋਰਾਂ ਨੂੰ ਯਾਦ ਕਰ ਰਹੇ ਹਾਂ, ਇਸ ਮੌਕੇ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਜਿਨ੍ਹਾਂ ਦੀ ਮੰਗਣੀ ਹੋਈ ਸੀ ਸਤਵੰਤ ਸਿੰਘ ਦੇ ਨਾਲ, ਲੇਕਿਨ ਜਦੋਂ ਉਹਨਾਂ ਨੇ ਇੰਨਾ ਮਹਾਨ ਕਾਰਨਾਮਾ ਕੀਤਾ, ਬੀਬੀ ਜੀ ਦੇ ਉੱਤੇ ਉਹਨਾਂ ਦੇ ਪਰਿਵਾਰ ਵੱਲੋਂ ਔਰ ਦੂਸਰੀਆਂ ਸੰਸਥਾਵਾਂ ਵੱਲੋਂ ਵੀ ਇਹ ਜ਼ੋਰ ਪਾਇਆ ਗਿਆ ਕਿ ਭਾਈ ਹੁਣ ਤਾਂ ਸਤਵੰਤ ਸਿੰਘ ਹੋਰਾਂ ਨੇ ਤਾਂ ਜਿਹੜਾ ਹੈ ਉਹਨਾਂ ਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਹੈ, ਤੇ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਨਵੇਂ ਸਿਰਿਓਂ ਸ਼ੁਰੂ ਕਰੋ। ਉਹਨਾਂ ਨੇ ਕਿਹਾ ਵੀ ਨਹੀਂ, ਮੇਰੀ ਅਰਦਾਸ ਸਤਵੰਤ ਸਿੰਘ ਦੇ ਨਾਲ ਹੋਈ ਹੈ ਔਰ ਇਹ ਗੁਰੂ ਦੀ ਹਜ਼ੂਰੀ 'ਚ ਹੋਈ। ਔਰ ਉਹਨਾਂ ਨੇ ਸਤਵੰਤ ਸਿੰਘ ਦੀ ਫੋਟੋ ਦੇ ਨਾਲ, ਇਹ ਵੀ ਮੈਂ ਜਦੋਂ ਆਪਣੇ ਇਤਿਹਾਸ ਵੱਲ ਜਾਂ ਦੂਸਰੇ ਵੱਲ ਦੇਖਦਾ, ਇੱਕ ਵਾਕਿਆ ਜ਼ਰੂਰ ਭਾਈ ਜੋਗਾ ਸਿੰਘ ਦੇ ਹਵਾਲੇ ਨਾਲ ਆਉਂਦਾ ਹੈ ਕਿ ਵੀ ਭਾਈ ਜੋਗਾ ਸਿੰਘ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਦਾ ਪਿਆਰਾ ਸਿੱਖ, ਪੇਸ਼ਾਵਰ ਦਾ ਰਹਿਣ ਵਾਲਾ, ਔਰ ਉਹ ਜਦੋਂ ਉਸ ਪਹਿਲਾਂ ਤਾਂ ਅਨੰਦਪੁਰ ਸਾਹਿਬ ਰਹਿੰਦਾ, ਵਿਛੜਨਾ ਹੀ ਨਹੀਂ ਚਾਹੁੰਦਾ, ਪਰ ਗੁਰੂ ਸਾਹਿਬ ਉਹਨੂੰ ਭੇਜਦੇ ਨੇ ਵੀ ਨਹੀਂ ਤੂੰ ਜਾ, ਪਰ ਜਦੋਂ ਅਸੀਂ ਤੈਨੂੰ ਹੁਕਮ ਕਰੀਏ ਤੂੰ ਵਾਪਸ ਆ ਜਾਈਂ। ਔਰ ਜਿਵੇਂ ਸਾਡੀ ਰਵਾਇਤ ਜਾਂ ਸਾਖੀ, ਕਿਉਂਕਿ ਪੇਸ਼ਾਵਰ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਔਰ ਵੈਲ ਮੇਨਟੇਨਡ ਗੁਰਦੁਆਰਾ ਅੱਜ ਵੀ ਹੈ, ਉਹ ਭਾਈ ਜੋਗਾ ਸਿੰਘ ਦੇ ਨਾਂ ਦੇ ਉੱਤੇ ਹੀ ਹੈ, ਕਿ ਉੱਥੋਂ ਦੇ ਹੀ ਰਹਿਣ ਵਾਲੇ ਸਨ। ਔਰ ਉਸ ਈਵਨ ਮਹੱਲੇ ਜਾਂ ਆਬਾਦੀ ਦਾ ਨਾਮ ਵੀ ਜੋਗਨ ਸ਼ਾਹ ਹੈ, ਕਿਉਂਕਿ ਜਿਹੜੇ ਈਵਨ ਅਫਗਾਨ ਜਾਂ ਦੂਸਰੇ ਵੀ ਸੀ, ਉਹ ਵੀ ਉਹਨਾਂ ਨੂੰ ਇੱਕ ਫਕੀਰ ਵਾਂਗ ਹੀ ਉਹਨਾਂ ਨੂੰ ਮੰਨਦੇ ਸੀ। ਔਰ ਐਸਾ ਹੁੰਦਾ ਹੈ ਕਿ ਵੀ ਜਦੋਂ ਮਾਪਿਓ ਦੇ ਕੋਲ ਆਇਆ ਤਾਂ ਉਹਨਾਂ ਨੇ ਕਿਹਾ ਭਾਈ ਚੱਲ ਬਾਕੀ ਤਾਂ ਕੋਈ ਨਹੀਂ, ਤੂੰ ਉੱਥੇ ਹੀ ਸੇਵਾ ਕਰੀ, ਪਰ ਤੇਰਾ ਅਸੀਂ ਆਨੰਦ ਪੜ੍ਹਾ ਦਿੰਦੇ ਹਾਂ, ਆਨੰਦ ਕਾਰਜ ਕਰ ਦਿੰਦੇ ਹਾਂ। ਔਰ ਕਹਿੰਦੇ ਨੇ ਕਿ ਵੀ 2 ਲਾਵਾਂ ਜੇ ਹੋਈਆਂ ਸੀ, ਤੇ ਇੱਕ ਸਿੱਖ ਜਿਹੜਾ ਬੜੀ ਤੇਜ਼ੀ ਨਾਲ ਅਨੰਦਪੁਰ ਸਾਹਿਬ ਤੋਂ ਆਇਆ ਘੋੜੇ ਤੇ, ਉਹਨੇ ਆ ਕੇ ਕਿਹਾ ਵੀ ਗੁਰੂ ਸਾਹਿਬ ਦਾ ਹੁਕਮ ਹੈ ਜੋਗਾ ਸਿੰਘ ਕਿ ਵੀ ਤੂੰ ਜਿਹੜਾ ਇਹ ਫੌਰਨ ਆ ਜਾ। ਔਰ ਇਹ ਕਿਹਾ ਜਾਂਦਾ ਵੀ ਘਰਦਿਆਂ ਨੇ ਕਿਹਾ ਵੀ 2 ਲਾਵਾਂ ਹੋ ਗਈਆਂ, 2 ਰਹਿੰਦੀਆਂ ਨੇ। ਉਹਨੇ ਕਿਹਾ ਵੀ ਨਹੀਂ, ਮੈਂ ਗੁਰੂ ਸਾਹਿਬ ਨੂੰ ਨਾਲ ਇਕਰਾਰ ਕੀਤਾ ਸੀ, ਮੈਂ ਫੌਰਨ ਆਵਾਂਗਾ, ਔਰ ਉਹ ਜਿਹੜਾ ਉਹ ਛੱਡ ਕੇ ਲਾਵਾਂ। ਔਰ ਇਹ ਕਿਹਾ ਜਾਂਦਾ ਵੀ ਉਸ ਦੀ ਤਸਵੀਰ ਦੇ ਨਾਲ ਦੂਸਰੀਆਂ 2 ਲਾਵਾਂ ਹੋਈਆਂ। ਇਹ ਕਿਉਂਕਿ ਮੈਂ ਜਦੋਂ ਇਹ ਦੇਖਦਾ ਵੀ ਇਹ ਸਾਡੇ ਤਾਂ ਅੱਖਾਂ ਦੇ ਸਾਹਮਣੇ ਹੋਇਆ ਕਿ ਬੀਬੀ ਸੁਰਿੰਦਰ ਕੌਰ ਨੇ ਭਾਈ ਸਤਵੰਤ ਸਿੰਘ ਦੀ ਫੋਟੋ ਦੇ ਨਾਲ ਲਾਵਾਂ ਲਈਆਂ। ਔਰ ਅਲੋਕਾਰ ਸੁਹਾਗਣ ਜ਼ਾਹਰ ਹੈ ਪਤੀ ਪਤਨੀ ਦਾ ਜਿਹੜਾ ਹੈ ਉਹ ਰਿਸ਼ਤੇ ਦੇ ਨਾਲ ਜੁੜਿਆ ਹੋਇਆ ਪਾਰਟ ਹੈ, ਪਰ ਅਲੋਕਾਰ ਇਸ ਲਈ ਕਿਉਂਕਿ ਇਹਦਾ ਕੋਈ ਹੋਰ ਇਤਿਹਾਸ ਕਿਤੇ ਸਿਰਜਿਆ ਨਜ਼ਰ ਨਹੀਂ ਆਉਂਦਾ ਕਿ ਭਾਈ ਤੁਸੀਂ ਇਹ ਤਾਂ ਰਿਹਾ ਰਾਜਪੂਤਾਨੇ ਦਾ ਵੀ ਕਿ ਭਾਈ ਪਤੀ ਦੇ ਡੈਥ ਦੀ ਸੁਣੀ ਤਾਂ ਸਤੀ ਹੋ ਗਈਆਂ, ਉਹਨੂੰ ਜੌਹਰ ਕਹਿੰਦੇ ਸੀ ਕਿ ਅੱਗ ਲਾ ਲਈ ਜਾਂ ਦੂਜਾ, ਲੇਕਿਨ ਉਸ ਮਿਸ਼ਨ ਦੇ ਲਈ ਜਿਉਣਾ ਔਰ ਆਪਣੇ ਆਪ ਨੂੰ ਉਸ ਲੈਵਲ ਦੇ ਉੱਤੇ ਪਾ ਕੇ ਆਪਣੀ ਜ਼ਿੰਦਗੀ ਸਮਰਪਿਤ ਕਰਨਾ। ਸੋ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਬੀਤੇ ਦੇ ਇਤਿਹਾਸ ਵੱਲ ਦੇਖਦੇ ਹਾਂ ਤੇ ਅਜੋਕੇ ਇਤਿਹਾਸ 'ਚ ਵੀ ਸਿੰਘਣੀਆਂ ਨੇ ਕੋਈ ਘੱਟ ਕੁਰਬਾਨੀਆਂ ਨਹੀਂ ਕੀਤੀਆਂ, ਔਰ ਇਸ ਨੂੰ ਬਹੁਤ ਘੱਟ ਹਾਈਲਾਈਟ ਕੀਤਾ ਗਿਆ ਕਿਉਂਕਿ ਕੁਝ ਚੀਜ਼ਾਂ ਸ਼ਾਇਦ ਜਦੋਂ ਵਕਤ ਪੂਰੀ ਇਹ ਠੀਕ ਹੈ ਵੀ ਹੁਣ ਕੁਛ ਨਾ ਕੁਛ ਅਕਾਊਂਟ ਆ ਰਹੇ ਨੇ। ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਨੇ ਜਿਹੜੀਆਂ ਨੇ ਪੁਸਤਕਾਂ ਲਿਖੀਆਂ ਨੇ, ਇੱਕ ਕੌਰ ਦੇ ਨਾਂ ਥੱਲੇ ਕਿ ਭਾਈ ਕੀ ਕੁਰਬਾਨੀ ਹੈ ਕੌਰਾਂ ਦੀ, ਇਸ ਦੇ ਉੱਤੇ ਵੀ ਜਿਹੜੀ ਹੈ ਕਿਤਾਬ ਆਈ। ਔਰ ਅਜੇ ਵੀ ਬਹੁਤ ਸਾਰੇ ਐਸੇ ਵਾਕਿਆ, ਬਹੁਤ ਸਾਰੇ ਐਸੇ ਜਿਸ ਟਾਰਚਰ ਚੋਂ ਸਾਡੀਆਂ ਬੀਬੀਆਂ ਵੀ ਲੰਘੀਆਂ ਨੇ ਥਾਣਿਆਂ ਦੇ ਵਿੱਚ, ਦੂਸਰਿਆਂ 'ਚ, ਔਰ ਮਾਵਾਂ। ਔਰ ਜਦੋਂ ਅਸੀਂ ਈਵਨ ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰਦੇ ਹਾਂ, ਜਿਹੜਾ ਸਰ ਜਸਵੰਤ ਸਿੰਘ ਖਾਲੜਾ ਦੇ ਐਫਰਟ ਦੇ ਨਾਲ 3 ਸ਼ਮਸ਼ਾਨ ਘਾਟਾਂ ਚੋਂ ਜਿਹੜੀਆਂ 2500 ਦੇ ਕਰੀਬ ਡੈਡ ਬਾਡੀਜ਼ ਜਿਹੜੀਆਂ ਜ਼ਾਹਰ ਹੈ ਕਿ ਪੰਜਾਬ ਦੇ ਜ਼ਿਲ੍ਹਿਆਂ ਨੂੰ ਮਿਲਾ ਕੇ 25000 ਬਣਦੀਆਂ ਨੇ ਜਦੋਂ ਤੁਸੀਂ ਉਹਨੂੰ ਅਕਾਊਂਟ ਕਰਦੇ ਹੋ। ਤੇ ਉਹਨਾਂ ਦੇ ਵਿੱਚ ਵੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ ਦਾ ਮ੍ਰਿਤਕ ਸਰੀਰ ਵੀ ਅਣਪਛਾਤੀ ਲਾਸ਼ ਕਹਿ ਕੇ ਸਾੜਿਆ ਗਿਆ ਸੀ। ਭਾਈ ਪਰਮਜੀਤ ਸਿੰਘ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ ਦੇ ਵੱਡੇ ਜਰਨੈਲ, ਉਹਨਾਂ ਦੀ ਮਾਤਾ ਨੂੰ ਵੀ ਅਣਪਛਾਤੀ ਲਾਸ਼ ਬਣਾਇਆ ਗਿਆ ਸੀ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਕੁਰਬਾਨੀਆਂ ਭਰਿਆ ਇਤਿਹਾਸ ਹੈ।
ਔਰ ਅਸੀਂ ਅੱਜ ਦੇ ਇਸ ਪ੍ਰੋਗਰਾਮ ਨੂੰ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਔਰ ਅਲੋਕਾਰ ਸੁਹਾਗਣ ਬੀਬੀ ਸਤਵੰਤ ਕੌਰ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਸਾਡਾ ਜਿਹੜਾ SOS@tv84.tv ਅਕਾਊਂਟ ਹੁਣ ਫੰਕਸ਼ਨਲ ਹੈ ਜੀ, ਔਰ ਅਸੀਂ ਅਪੀਲ ਵੀ ਕਰਾਂਗੇ। ਹਾਲਾਂ ਅਸੀਂ ਕੋਸ਼ਿਸ਼ ਕੀਤੀ ਕਿ ਭਾਈ ਜੇ ਸਵਾਲ ਜਵਾਬ WhatsApp ਦੇ ਉੱਤੇ ਵੀ ਹੋਏ, ਕਿਉਂਕਿ ਪਹਿਲੀ ਸਟੇਜ ਤੇ ਰਿਸਪੌਂਸ ਨਹੀਂ ਸੀ ਮਿਲਿਆ, ਪਰ ਅਸੀਂ ਇਸ ਫੋਰਮ ਨੂੰ ਫਿਰ ਨਵੇਂ ਵਰੇ ਦੇ ਵਿੱਚ ਓਪਨ ਕਰ ਰਹੇ ਹਾਂ ਔਰ ਅਸੀਂ ਇਹ ਇਨਕਰੇਜ ਵੀ ਕਰਾਂਗੇ ਕਿ ਬੇਸ਼ੱਕ ਤੁਸੀਂ ਲਾਈਵ ਚੱਲਦੇ ਪ੍ਰੋਗਰਾਮ ਦੇ ਵਿੱਚ ਕਮੈਂਟ ਕਰਦੇ ਹੋ YouTube ਦੇ ਉੱਤੇ, ਪਰ ਉਹ ਇੱਕ ਅੱਧਾ ਫਿਕਰਾ ਹੀ ਹੁੰਦਾ ਹੈ, ਉਹਦੇ 'ਚ ਕੋਈ ਬਹੁਤੀ ਕਾਮੈਂਟਰੀ ਦੀ ਥਾਂ ਨਹੀਂ ਹੁੰਦੀ। ਤੁਸੀਂ ਜੇ ਸਾਡੇ ਨਾਲ ਰੈਗੂਲਰ ਈਮੇਲ ਰਾਹੀਂ ਵੀ ਰਾਬਤਾ ਰੱਖਦੇ ਹੋ, ਆਪਣੇ ਸੁਝਾਅ ਕਾਮੈਂਟ ਉਹ ਸਾਰੇ ਨੂੰ, ਤੇ ਇਹਦੇ ਨਾਲ ਸਾਨੂੰ ਤੁਹਾਡੀ ਇਨਪੁਟ ਵੀ ਮਿਲਦੀ ਹੈ ਔਰ ਇੱਕ ਨਵਾਂ ਫੀਚਰ ਵੀ ਐਡ ਹੁੰਦਾ ਹੈ, ਜਿਹੜਾ ਕਿ ਮੇਰਾ ਇਹ ਚਾਹਨਾ ਹੁੰਦੀ ਹੈ ਕਿ ਇੱਕ ਸਵਾਲ ਜਵਾਬ ਫਾਰਮੈਟ ਦੇ ਵਿੱਚ ਅਸੀਂ ਗੱਲਬਾਤ ਕਰ ਸਕੀਏ। ਔਰ ਇਸ ਦੇ ਨਾਲ ਨਾਲ ਜਿਹੜਾ ਅਸੀਂ ਵੀਰ ਸ਼ੇਰਬਾਜ਼ ਸਿੰਘ ਢਿੱਲੋਂ ਜੀ, ਉਹਨਾਂ ਦੀਆਂ ਨਜ਼ਮਾਂ ਵੀ ਸਾਨੂੰ ਹੁਣ ਲਗਾਤਾਰਤਾ ਨਾਲ ਮਿਲ ਰਹੀਆਂ ਨੇ ਔਰ ਇਸ ਓਪਨਿੰਗ ਸੈਗਮੈਂਟ ਦੇ ਵਿੱਚ ਹੀ ਹਾਲਾਂ ਉਹਨਾਂ ਨੇ ਇਸ ਨੂੰ ਕੋਈ ਇਹ ਦਿਨ ਸਪੈਸੀਫਿਕ ਤਾਂ ਨਹੀਂ ਬਣਾਇਆ ਇਸ ਨਜ਼ਮ ਨੂੰ, ਪਰ ਮੈਨੂੰ ਇਹ ਲੱਗਾ ਕਿ ਜਦੋਂ ਉਹ ਟਰੂਥ ਤੇ ਫਾਲਸਹੁੱਡ ਦੀ ਅਸੀਂ ਗੱਲ ਕਰਦੇ ਹਾਂ, ਕੂੜ ਨੇ ਖੁੱਟਿਆ ਨਾਨਕਾ ਓੜਕ ਸੱਚ ਰਹੀ, ਇਹ ਅਲਟੀਮੇਟ ਟਰੂਥ ਹੈ, ਰੱਬ ਦੀ ਦਰਗਾਹ 'ਚ ਹੈ। ਔਰ ਇੱਥੇ ਵੀ ਜਿਹੜੇ ਅਸੀਂ ਸੱਚ ਹੱਕ ਇਨਸਾਫ ਦੇ ਰਾਹ ਦੇ ਪਾਂਦੇ ਹਾਂ, ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਭਾਈ ਇਹ ਦੁਨਿਆਵੀ ਤਖਤਾਂ ਵਾਲੇ ਤਾਜ਼ਾਂ ਵਾਲੇ, ਜਿਹਨੂੰ ਗੁਰੂ ਕਲਗੀਧਰ ਨੇ ਪਾਤਸ਼ਾਹ ਨੇ ਫਰਮਾਇਆ ਕਿ ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ न जात बिचारे इते पे तो कहाँ पे भूपत अंत को नांगे ही पाए पधारे। कि माइटी किंग्स जिन्हां दे अगे किन्ने लोग सिर झुकाउंदे सी ਜਾਂ ਉਹਨਾਂ ਦੀ ਕਿੰਨੀ ਰਿਆਇਆ ਸੀ, ਕਿੰਨੀ ਪਰਜਾ ਸੀ, ਉਹਦੀ ਗਿਣਤੀ ਨਹੀਂ ਹੋ ਸਕਦੀ, ਪਰ ਅਲਟੀਮੇਟਲੀ ਉਹ ਜਿਹੜੇ ਨੇ ਇਸ ਧਰਤੀ ਤੋਂ ਨੰਗੇ ਪੈਰ ਚਲੇ ਗਏ ਕਿ ਉਹਨਾਂ ਨੂੰ ਜਿਹੜਾ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਔਰ ਇਹ ਵੀ ਯਾਦ ਦਹਾਨੀ ਕਰਵਾਈ ਕਿ ਖਾਲਸਾ ਇਸ ਧਰਤੀ ਦੇ ਉੱਤੇ ਸੱਚ ਹੱਕ ਇਨਸਾਫ ਦਾ ਰਾਜ ਸਥਾਪਿਤ ਕਰਨ ਦੇ ਲਈ ਅਕਾਲ ਪੁਰਖ ਦੀ ਮੌਜ ਦੇ ਵਿੱਚ ਪ੍ਰਗਟ ਹੋਇਆ ਔਰ ਦਾਨਵ ਦੇਵ ਫਰਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ जीव जिते जल में थल में पल ही पल में सब थाप थपेंगे पुन प्रतापन बाढ़ जैत तुन पापन के वो पुंज खपेंगे साध समूह प्रसन्न फिरै जग शत्र सबै अवलोक छपेंगे। कि खालसे ने वो इस सृष्टि दे उत्ते वो राज भाग कायम करना जिथे साध समूह प्रसन्न फिरै जग, जिथे भले लोग नोबल लोग वो आज़ादी दे नाल जिहड़ा अपना जीवन बसर कर सकन और साध समूह प्रसन्न फिरै जग शत्र सबै अवलोक छपैंगे। ते टायरेंट्स नूं दुश्मनां नूं जिहड़ा वो पताल लोक दे विच धक्कणे। और इस प्रथा है जिहड़ी उन्हां दी नज़म है ढिल्लों साहब दी। अच्छा, when नाम he pours in an ant so small it grinds great armies till they fall. From dust he lifts the meek and low. By Guru's glance their strength will grow. ਜਦੋਂ ਅਸੀਂ ਕਹਿੰਦੇ ਹਾਂ ਕਿ ਉਹ ਵਾਹਿਗੁਰੂ ਜਿਹੜਾ ਹੈ ਉਹ ਅਲਟੀਮੇਟਲੀ ਕੀੜੀ ਤੋਂ ਹਾਥੀ ਮਰਵਾਉਣ ਦੀ ਸਮਰੱਥਾ ਰੱਖਦਾ ਹੈ ਔਰ ਇਤਿਹਾਸ ਇਸ ਗੱਲ ਦਾ ਗਵਾਹ ਹੈ। ਔਰ ਜਦੋਂ ਅਸੀਂ ਬਾਕੀ ਧਾਰਮਿਕ ਟ੍ਰੈਡੀਸ਼ਨਸ ਵੀ ਦੇਖਦੇ ਹਾਂ, ਜਦੋਂ ਇਹ ਹੁੰਦਾ ਹੈ ਕਿ ਜੀ ਕਿਵੇਂ ਡੇਵਿਡ ਕਿਲਡ ਗੁਲਾਇਤ, ਹੁਣ ਗੁਲਾਇਤ ਲੰਬਾ ਚੌੜਾ ਪੂਰਾ ਦੇਵ ਪੂਰਾ ਹੈ ਇੱਕ ਤਾਕਤਵਰ, ਤੇ ਜਿਹੜਾ ਡੇਵਿਡ ਹੈ ਆਮ ਗਵਾਲਿਆਂ ਦਾ ਮੁੰਡਾ, ਉਹ ਗਲੇਲ ਦੇ ਨਾਲ ਹੀ ਜਿਹੜਾ ਉਸ ਗੁਲਾਇਤ ਨੂੰ ਜਿਹਦਾ ਖੌਫ ਸੀ ਜ਼ੁਲਮ ਸੀ ਉਸ ਨੂੰ ਉਸ ਦਾ ਐਂਡ ਕੀਤਾ। ਔਰ ਅਸੀਂ ਸਾਡੀਆਂ ਟ੍ਰੈਡੀਸ਼ਨਸ ਜਿਹੜੀਆਂ ਨੇ ਪੁਆਇੰਟ ਆਊਟ ਕਰਦੀਆਂ ਕਿ ਭਾਈ ਪ੍ਰਹਿਲਾਦ ਹੋਏ ਜਿਹਦੇ ਰਾਹੀਂ ਜਿਹੜਾ ਕਿਵੇਂ ਹਰਨਾਕਿਸ਼ ਦਾ ਅੰਤ ਹੁੰਦਾ ਹੈ ਔਰ ਇਸ ਨੂੰ ਹੀ ਉਹਨਾਂ ਨੇ ਪੁਆਇੰਟ ਆਊਟ ਕੀਤਾ। ਵੈਨ ਨਾਮ ਹੀ ਪੋਰਸ ਇਨ ਐਨ ਐਂਟ ਸੋ ਸਮਾਲ ਇਟ ਗ੍ਰਾਈਂਡਸ ਗ੍ਰੇਟ ਆਰਮੀਜ਼ ਟਿਲ ਦੇ ਫਾਲ। From dust he lifts the meek and low, by Guru's glance their strength will grow.
ਕਿ ਜਦੋਂ ਉਸ ਵਾਹਿਗੁਰੂ ਦੇ ਨਾਮ ਦੀ ਤਾਕਤ ਇੱਕ ਕੀੜੀ ਦੇ ਵਿੱਚ ਵੀ ਆ ਜਾਂਦੀ ਹੈ, ਉਹ ਵੱਡੀਆਂ ਵੱਡੀਆਂ ਫੌਜਾਂ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦੀ ਹੈ। ਉਸ ਮਿੱਟੀ ਚੋਂ, ਖਾਕ ਚੋਂ ਉਹ ਵਾਹਿਗੁਰੂ ਜਿਨ੍ਹਾਂ ਨੂੰ ਨਿਮਾਣੇ, ਨਿਤਾਣੇ, ਮੀਕ ਐਂਡ ਲੋਹ ਕਿਹਾ, ਉਹਨਾਂ ਨੂੰ ਖੜਾ ਕਰਕੇ ਉਹਨਾਂ ਦੀ ਤਾਕਤ ਦੇ ਨਾਲ ਵੱਡੇ ਵੱਡੇ ਸਾਮਰਾਜ ਜਿਹੜੇ ਨੇ ਉਹ ਧਰਾਸ਼ਾਹੀ ਹੁੰਦੇ ਨੇ। ਅੱਛਾ। A spark of Shabad, a breath of grace, can still the storm, the dark arrays. Whom he does not reclaim their breath, they walk untouched by fear or death. ਕਿ ਉਸ ਸ਼ਬਦ ਦਾ ਚੰਗਿਆੜਾ ਜਿਹੜਾ ਉਸ ਵਾਹਿਗੁਰੂ ਦੀ ਗ੍ਰੇਸ ਦੇ ਨਾਲ, ਜਿਸ ਦੇ ਅੰਦਰ ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਦਾਰੋ। A spark of Shabad, a breath of grace, can still the storm, the dark, ਕਿ ਉਹ ਵੱਡੇ ਵੱਡੇ ਤੂਫਾਨਾਂ ਨੂੰ ਰੋਕਣ ਦੀ ਸਮਰੱਥਾ ਰੱਖਦਾ ਹੈ। ਔਰ ਇਹ ਜਿਹੜਾ ਜਿਨ੍ਹਾਂ ਨੇ whom he does not reclaim their breath, they walk untouched by fear or death, ਕਿ ਇੱਕ ਪਾਸੇ ਉਹ ਜਿਹੜੇ ਇੱਕ ਖੌਫ ਦੇ ਵਿੱਚ ਜਿਉਣ ਵਾਲੇ ਸੀ, ਜਿਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਭਾਈ ਉਹਨਾਂ ਦੇ ਨਾਲ ਕੀ ਵਾਪਰਨ ਵਾਲਾ ਹੈ, ਉਹਨਾਂ ਦਾ ਸਾਹ ਆਉਣਾ ਕਿ ਨਹੀਂ ਆਉਣਾ, ਪਰ ਜਦੋਂ ਵਾਹਿਗੁਰੂ ਦੀ ਰਹਿਮਤ ਬਖਸ਼ਿਸ਼ ਹੁੰਦੀ ਹੈ, ਉਹ ਬਿਨਾਂ ਮੌਤ ਦੇ ਡਰ ਤੋਂ ਜਿਹੜਾ ਹੈ ਉਹ ਫਿਰ ਆਪਣਾ ਟਿਕਾਣਾ ਬਣਾਉਂਦੇ ਨੇ, ਆਪਣਾ ਸਫ਼ਰ ਨੂੰ ਜਾਰੀ ਰੱਖਦੇ ਨੇ ਮੌਤ ਦੇ ਡਰ ਤੋਂ ਬਿਨਾਂ। With his own hands the Lord does keep those who his hukum faithfully reap. The wheel of time has turned once more, the age now knocks on justice door. ਕਿ ਆਪਣੇ ਹੱਥਾਂ ਦੇ ਨਾਲ with his own hands the Lord does keep those who his hukum faithfully reap, ਕਿ ਜਿਹੜੇ ਹੁਕਮੀ ਜੀਵ ਨੇ, ਹੁਕਮੀ ਬੰਦੇ ਨੇ, ਵਾਹਿਗੁਰੂ ਖੁਦ ਉਹਨਾਂ ਦਾ ਹਾਫਿਜ਼ ਹੈ। ਜਦੋਂ ਇਹ ਆਂਦਾ ਹੈ ਕਿ ਭਾਈ ਮੇਰੀ ਬੰਦੀ ਭਗਤ ਛੁਡਾਵੇਂ, ਬੰਦੇ ਭਗਤ ਨਾ ਛੂਟਿਆ ਮੋਹੇ, ਕਿ ਬਈ ਜਦੋਂ ਫਿਰ ਰੱਬ ਕਿਵੇਂ ਤਤਕਾਲ ਤਤਪਰ ਹੋ ਕੇ ਆਪਣੇ ਪਿਆਰਿਆਂ ਦੀ ਜਿਹੜੇ ਹੁਕਮ 'ਚ ਰਹਿਣ ਵਾਲੇ ਨੇ ਉਹਨਾਂ ਦੀ ਪੈਜ ਰੱਖਦਾ, ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ, ਉਹਨਾਂ ਦੇ ਲਈ ਉਹ ਸਹਾਈ ਹੁੰਦਾ। ਔਰ ਇਹ ਜਿਹੜਾ with his own hands the Lord does keep those who his hukum faithfully reap, the wheel of time has turned once more, the age now knocks on justice door। ਇਹ ਜਿਹੜਾ ਵਕਤ ਦਾ, ਕਾਲ ਦਾ ਪਹੀਆ ਇੱਕ ਵਾਰ ਫੇਰ ਘੁੰਮਿਆ ਔਰ ਹੁਣ ਅਗੇਨ ਇਨਸਾਫ ਦੇ ਦਰਵਾਜ਼ੇ ਦੇ ਉੱਤੇ ਇਹ ਵਕਤ ਦਾ ਪਹੀਆ ਜਿਹੜਾ ਉਹ ਦਸਤਕ ਦੇ ਰਿਹਾ। ਔਰ ਇਹ ਯਾਦ ਦਹਾਨੀ ਹੈ, the tyrant trembles, thrones decay as truth sweeps falsehood clean away, ਕਿ ਜਦੋਂ ਸੱਚ ਹਾਵੀ ਹੁੰਦਾ ਹੈ, ਸੱਚ ਖੜਾ ਹੋ ਜਾਂਦਾ ਹੈ, ਫਿਰ ਜ਼ਾਲਮ ਕੰਬਣ ਲੱਗ ਜਾਂਦਾ ਹੈ। ਜਿਹੜੇ ਵੱਡੇ ਵੱਡੇ ਤਖਤੋ ਤਾਜ਼ ਜਿਹੜੇ ਨੇ, ਥਰੋਨ, ਉਹ ਉਹਨਾਂ ਨੂੰ ਕਾਂਬਾ ਛਿੜ ਜਾਂਦਾ ਹੈ, ਉਹ ਬਰਬਾਦ ਹੋ ਜਾਂਦੇ ਨੇ। ਔਰ ਅਸੀਂ 6-7 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ 'ਚ ਕਿੰਨੇ ਵੱਡੇ ਵੱਡੇ ਐਮਪਾਇਰ ਅੱਖਾਂ ਸਾਹਮਣੇ, ਬ੍ਰਿਟਿਸ਼ ਐਮਪਾਇਰ ਜਿਨ੍ਹਾਂ ਦੇ ਰਾਜ ਸੂਰਜ ਨਹੀਂ ਸੀ ਡੁੱਬਾ, ਮੁਗਲ ਐਮਪਾਇਰ ਕੋਈ ਕਿਵੇਂ ਮੁੜ ਕੇ ਉਹਨਾਂ ਦੇ ਜਿਹੜੀ ਅੱਗੋਂ ਔਲਾਦਾਂ ਨੇ ਉਹ ਬੈਗਿੰਗ ਦੇ ਉੱਤੇ ਆ ਗਏ, ਭਿੱਖਿਆ ਮੰਗ ਕੇ ਆਪਣੀਆਂ ਜਿਹੜਾ ਉਹ ਢਿੱਡ ਭਰਨ ਵਾਲੇ ਆ ਗਏ। ਇਹ ਧਰਤੀ ਤੇ ਅਸਮਾਨ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ, ਰੱਬ ਦਾ ਜਸਟਿਸ ਹੈ। ਅੱਛਾ। The tyrant trembles, the thrones decay as truth sweeps falsehood clean away. Rise now, friends, the call resounds, the nagara beats, the horn surrounds। ਕਿ ਖੜੇ ਹੋਵੋ ਭਰਾਵੋ, ਦੋਸਤੋ, ਇਸ ਵੇਲੇ ਇਹ ਇਨਸਾਫ ਦੀ ਕਾਰ ਹੈ, ਨਗਾਰੇ ਤੇ ਚੋਟ ਲੱਗੀ ਹੋਈ ਹੈ, ਚਾਰ ਚਫੇਰੇ ਜਿਹੜਾ ਉਹ ਜੰਗ ਯੁੱਧ ਨਾਦ ਗੂੰਜ ਰਿਹਾ ਹੈ। The final march is drawing near, cast aside doubt, abandon fear। ਅਖੀਰਲਾ ਮਾਰਚ ਹੈ ਵਿਕਟਰੀ ਦਾ, ਜਿਹਦੇ ਤੇ ਤੁਸੀਂ ਤੁਰ ਰਹੇ ਹੋ। ਆਪਣੇ ਸ਼ੱਕ ਨੂੰ ਪਾਸੇ ਰੱਖੋ, ਡਰ ਤੋਂ ਖਹਿੜਾ ਛੁਡਾਓ। The bus of grace now waits for you, its horn cries loud, its path is true। ਕਿ ਉਸ ਵਾਹਿਗੁਰੂ ਦੀ ਬਖਸ਼ਿਸ਼ ਦੀ ਵਾਲੀ ਜਿਹੜੀ ਬੱਸ ਹੈ ਉਹ ਤੁਹਾਡੇ ਇੰਤਜ਼ਾਰ 'ਚ ਹੈ, ਉਸ ਦਾ ਭੋਂਪੂ ਵੱਜ ਰਿਹਾ, ਇਹ ਸੱਚੇ ਰਸਤੇ ਵੱਲ ਤੁਰਨ ਦਾ ਵੇੜਾ ਹੈ। ਮਿਸ ਨਾਟ ਦਿਸ ਰਾਈਡ, ਡਿਲੇ ਨੋ ਮੋਰ,
ਸੱਚ ਡੋਰਸ ਵਨਸ ਕਲੋਜ਼ਡ ਰਿਟਰਨ ਨੋ ਮੋਰ, ਕਿ ਵੀ ਇਸ ਬੱਸ ਨੂੰ ਮਿਸ ਨਾ ਕਰੋ, ਜੀ ਹੁਣ ਜ਼ਿਆਦਾ ਲੇਟ ਨਾ ਕਰੋ। ਇੱਕ ਵਾਰ ਜਦੋਂ ਇਸ ਦੇ ਦਰਵਾਜ਼ੇ ਬੰਦ ਹੋਏ ਫਿਰ ਦਰਵਾਜ਼ੇ ਖੁੱਲ੍ਹਣੇ ਨਹੀਂ ਨੇ। ਦ ਗੁਰੂ ਸਟੈਂਡਸ ਵਿਦ ਡਰਾਨ ਕਿਰਪਾਨ ਇਨਫਿਊਜ਼ਿੰਗ ਸਟਰੈਂਥ ਇਨ ਐਵਰੀ ਮੈਨ। ਹੁਣ ਇਹ ਉਹਨਾਂ ਨੇ 1699 ਦਾ ਨਜ਼ਾਰਾ ਖਿੱਚਿਆ ਕਿ ਵੱਡਾ 80,000 ਦਾ ਇਕੱਠ ਹੈ ਤੇ ਗੁਰੂ ਸਾਹਿਬ ਜਿਹੜਾ ਹੈ ਉਹ ਉਹਨਾਂ ਦੇ ਹੱਥ 'ਚ ਚੰਡੀ ਲਿਸ਼ਕ ਰਹੀ ਹੈ, ਤਲਵਾਰ ਚਮਕ ਰਹੀ ਹੈ ਬਿਲਕੁਲ ਕਿ ਇੱਕ ਸਿੱਖ ਦੀ ਲੋੜ ਹੈ ਬਿਲਕੁਲ ਜਿਹੜਾ ਆਪਣਾ ਆਪਾ ਕੁਰਬਾਨ ਕਰੇ। ਸੋ ਦਾ ਗੁਰੂ ਸਟੈਂਡਸ ਵਿਦ ਡਰਾਨ ਕਿਰਪਾਨ ਇਨਫਿਊਜ਼ਿੰਗ ਸਟਰੈਂਥ ਇਨ ਐਵਰੀ ਮੈਨ ਫਰੋਮ ਐਂਟ ਟੂ ਲੋਇਨ ਦਿਸ ਇਜ਼ ਹਿਜ਼ ਵੇ ਦਾ ਵੀਕ ਸਟੈਂਡ ਟਾਲ ਬਾਈ ਨਾਮ ਜ਼ਰੇ। ਕਿੱਥੇ ਉਹ ਜਿਹੜੇ ਕਹਿੰਦੇ ਸੀ ਕਿ ਵੀ ਕਾਮ ਹਮਾਰਾ ਤੋਲੇ ਤਕੜੀ ਨੰਗੀ ਕਰਦ ਕभी नहीं पकड़ी चिड़ी उड़े डर से मर जाए ਮੁਗਲਨ ਸਿਓ ਕੈਸੇ ਲੜ ਪਾਏ। ਉਹ ਕਿਵੇਂ ਫਿਰ ਸਵਾ ਲੱਖ ਦੇ ਨਾਲ ਜੂਝਦੇ ਨੇ। ਚਮਕੌਰ ਦੀ ਗੜੀ, ਅਨੰਦਪੁਰ ਦਾ ਕਿਲ੍ਹਾ, ਸਰਸਾ ਦਾ ਕੰਢਾ ਤੇ 3 ਸਦੀਆਂ ਦਾ ਇਤਿਹਾਸ ਜਿਹੜਾ ਹੈ ਉਹੀ ਸਾਡੇ ਲਈ ਯਾਦ ਦਹਾਨੀ ਹੈ। ਬਿਲਕੁਲ ਫਰੋਮ ਐਂਡ ਟੂ ਲੋਇਨ ਦਿਸ ਇਜ਼ ਹਿਜ਼ ਵੇ। ਇਹ ਅਕਾਲ ਪੁਰਖ ਦੀ ਆਗਿਆ ਦੇ ਵਿੱਚ ਹੀ ਹੋਇਆ ਕਿ ਉਹ ਕੀੜੀਆਂ ਵਾਂਗ ਜਿਨ੍ਹਾਂ ਨੂੰ ਮਸਲ ਦਿੱਤਾ ਜਾਂਦਾ ਸੀ ਪੈਰਾਂ ਥੱਲੇ, ਜਿਨ੍ਹਾਂ ਦੀ ਕੋਈ ਪਰਵਾਹ ਨਹੀਂ ਸੀ ਜਿਸ ਰਿਆਇਆ ਦੀ, ਉਹ ਸ਼ੇਰ ਬਣ ਕੇ ਜੰਗ ਦੇ ਮੈਦਾਨ ਦੇ ਵਿੱਚ ਉਤਰੇ। ਔਰ ਇਹ ਜਿਹੜੇ ਕਮਜ਼ੋਰ ਸਨ ਉਸ ਨਾਮ ਦੀ ਤਾਕਤ ਦੇ ਨਾਲ ਉਹ ਬਲਵਾਨ ਹੋਏ। ਉਹਨਾਂ ਨੇ ਇਤਿਹਾਸ ਬਦਲਿਆ, ਉਹਨਾਂ ਨੇ ਧਰਤੀ ਦਾ ਖਮੀਰ ਬਦਲਿਆ। ਦਾ ਡਾਨ ਇਜ਼ ਕਲੋਜ਼, ਦਾ ਲਾਈਟ ਇਜ਼ ਪੋਰਡ, ਅੰਮ੍ਰਿਤ ਰੇਨਸ ਫਰੋਮ ਦਾ ਟਾਈਮਲੈਸ ਲਾਰਡ। ਕਿ ਸੂਹੀ ਸਵੇਰ ਬਹੁਤ ਕਰੀਬ ਹੈ, ਹਮੇ ਉਹ ਰੌਸ਼ਨੀ ਨਜ਼ਰ ਆ ਰਹੀ ਹੈ। ਅੰਮ੍ਰਿਤ ਜਿਹੜਾ ਹੈ ਰਿਮ ਚਿਮ ਵਰਸੇ ਅੰਮ੍ਰਿਤ ਧਾਰਾ, ਉਸ ਟਾਈਮਲੈਸ ਵਾਹਿਗੁਰੂ ਦੀ ਰਹਿਮਤ ਦਾ ਅੰਮ੍ਰਿਤ ਵਰਸ ਰਿਹਾ ਹੈ। ਦੋਜ਼ ਸਪੇਅਰਡ ਇਨ ਬ੍ਰੈਥ ਬਾਈ ਹਿਸ ਕਮੈਂਡ ਹੀ ਲੀਡਸ them ਟੂ ਦਾ ਵਿਨਿੰਗ ਲੈਂਡ। ਜਿਨ੍ਹਾਂ ਦੇ ਉੱਤੇ ਰਹਿਮਤ ਹੈ, ਜਿਹੜੇ ਉਹ ਉਸ ਵਾਹਿਗੁਰੂ ਦੀ ਕਮਾਂਡ ਦੇ ਥੱਲੇ ਉਹ ਗੁਰੂ ਹੀ ਲੀਡ ਕਰ ਰਿਹਾ ਵਿਨਿੰਗ ਲੈਂਡ ਵੱਲ। Your teachers walk as guiding stars, showing success through different bars। ਤੁਹਾਨੂੰ ਅਗਵਾਈ ਦੇਣ ਵਾਲੇ ਇੱਕ ਗਾਈਡਿੰਗ ਸਟਾਰ ਵਾਂਗ ਨੇ ਜਿਹੜੇ ਤੁਹਾਨੂੰ ਦੱਸ, ਇਹੀ ਇਤਿਹਾਸ ਦੇ ਜਦੋਂ ਅਸੀਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਇਹੀ ਧਰੂ ਤਾਰੇ ਨੇ। ਇਹੀ ਮੈਨੂੰ ਯਾਦ ਹੈ ਗਿਆਨੀ ਤਰਲੋਕ ਸਿੰਘ ਇੱਕ ਵੱਡੇ ਹਿਸਟੋਰੀਅਨ ਸੀ ਔਰ ਬੜੇ ਇੰਟਰਸਟਿੰਗ ਅੰਦਾਜ਼ ਦੇ ਵਿੱਚ ਉਹਨਾਂ ਨੇ ਸ਼ਹੀਦ ਸਿੰਘ ਸਿੰਘਣੀਆਂ ਔਰ ਦੂਸਰੇ ਤੋਂ ਉਹਨਾਂ ਦੀ ਇੱਕ ਕਿਤਾਬ ਸੀ ਖਾਲਸਾ ਜੀ ਦੇ ਚਮਕਦੇ ਸਿਤਾਰੇ, ਟਾਈਟਲ ਹੀ ਸੀ ਕਿਤਾਬ ਦਾ। ਸੋ ਇਹ ਜਿਹੜੇ ਸਾਡੇ ਇਤਿਹਾਸ ਨੂੰ ਇਹ ਨਵਾਂ ਮੋੜ ਦੇਣ ਵਾਲੇ ਨੇ ਸਾਡੇ ਸ਼ਹੀਦ ਸਿੰਘ ਸਿੰਘਣੀਆਂ, ਇਹ ਚਮਕਦੇ ਸਿਤਾਰੇ ਨੇ। ਜਦੋਂ ਅਸੀਂ ਉਸ ਖਾਲਿਸਤਾਨੀ ਗਗਨ ਦੀ ਗੱਲ, ਔਰ ਜਦੋਂ ਵੀ ਮੈਂ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੇ ਉੱਤੇ ਲਿਖਤ ਲਿਖੀ ਹੈ, ਉਸ ਦਾ ਟਾਈਟਲ ਹਮੇਸ਼ਾ ਹੀ ਇਹ ਹੁੰਦਾ ਸੀ ਖਾਲਿਸਤਾਨੀ ਗਗਨ ਦੇ 2 ਰੌਸ਼ਨ ਸਿਤਾਰੇ। ਸੋ ਇਹੀ ਹੈ, ਸਿਤਾਰੇ ਤੁਹਾਡੇ ਰਾਹ ਦਸੇਰਾ ਹੁੰਦੇ ਨੇ, ਤੁਸੀਂ ਤਾਰਿਆਂ ਦੀ ਸੇਧ ਦੇ ਵਿੱਚ ਤੁਰਦੇ ਹੋ। ਯੂਰ ਟੀਚਰਸ ਵਾਕ ਐਜ਼ ਗਾਈਡਿੰਗ ਸਟਾਰਸ ਸ਼ੋਇੰਗ ਸਕਸੈਸ ਥਰੂ ਡਿਫਰੈਂਟ ਬਾਰਸ, ਬੀ ਵਾਈਜ਼, ਹੋਲਡ ਟਾਈਟ ਵਟਸ ਆਫਰਡ ਨਾਓ, ਬੋ ਟੂ ਦਾ ਗੁਰੂ, ਟੇਕ ਦਾ ਵਾਓ। ਕਿ ਭਾਈ ਆਪਣੇ ਆਪ ਨੂੰ ਜਿਹੜਾ ਸਿਆਣੇ ਬਣੋ, ਜੋ ਹੈ ਉਸ ਨੂੰ ਗੁਰੂ ਦੀ ਰਹਿਮਤ ਦੇ ਉੱਤੇ ਛੱਡ ਕੇ ਗੁਰੂ ਦਾ ਪੱਲਾ ਘੁੱਟ ਕੇ ਫੜੋ। ਬੋ ਟੂ ਦਾ ਗੁਰੂ, ਟੇਕ ਦਾ ਵਾਓ, ਸਟੈਂਡ ਫਰਮ, ਸਟੈਂਡ ਪਿਓ, ਲੈਟ ਈਗੋ ਸੀਜ਼, ਥਰੂ ਸ਼ਬਦ ਕਮਸ eternal peace, march on O soul, the path is clear, where Guru walks no loss is near। ਕਿ ਮਜ਼ਬੂਤੀ ਨਾਲ ਖੜੋ, ਆਪਣੇ ਆਪ ਨੂੰ ਬਿਲਕੁਲ ਹਨੇਰੇ ਚੋਂ ਕੱਢ ਕੇ ਸਟੈਂਡ ਪਿਓਰ, ਆਪਣੀ ਹਉਮੈ ਨੂੰ ਮਾਰ ਕੇ ਔਰ ਇਸ ਸ਼ਬਦ ਦਾ ਸਹਾਰਾ ਲੈ ਕੇ ਜਿਹੜਾ ਤੁਹਾਡੇ ਲਈ ਹਮੇਸ਼ਾ ਦੇ ਲਈ ਇਟਰਨਲ ਪੀਸ ਦੇਣ ਵਾਲਾ ਹੈ। ਔਰ ਉਹ ਮੇਰੀ ਰੂਹ ਮਾਰਚ ਕਰੋ ਇਸ ਪਾਥ ਦੇ ਉੱਤੇ, ਇਸ ਰਾਹ ਦੇ ਉੱਤੇ ਜਿਹੜਾ ਬਿਲਕੁਲ ਸਾਫ਼ ਹੈ। ਵੇਅਰ ਗੁਰੂ ਵਾਕਸ ਨੋ ਲਾਸ ਇਜ਼ ਨੀਅਰ। ਸੋ ਇਹ ਲਾਸਟ ਸੈਂਟੈਂਸ, ਸਟੈਂਡ ਫਰਮ, ਸਟੈਂਡ ਪਿਓਰ, let ego cease, through Shabad comes eternal peace, march on O soul, the path is clear, where Guru walks no loss is near।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਵੀ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਜੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਪ੍ਰਸਿੱਧ ਅਖਬਾਰ ਦਾ ਹਿੰਦੂ ਨੇ ਆਪਣੀ ਇੱਕ ਇਨਵੈਸਟੀਗੇਟਿਵ ਸਟੋਰੀ ਵਿੱਚ ਇਨਕਸ਼ਾਫ ਕੀਤਾ ਹੈ ਕਿ ਆਪਰੇਸ਼ਨ ਸਿੰਦੂਰ ਦੌਰਾਨ ਭਾਰਤੀ ਅੰਬੈਸੀ ਵਾਸ਼ਿੰਗਟਨ DC ਨੇ ਪ੍ਰੈਜ਼ੀਡੈਂਟ ਟਰੰਪ ਦੇ ਨੇੜਲੇ ਸਾਥੀ ਦੀ ਲੌਬੀ ਫਰਮ ਹਾਇਰ ਕੀਤੀ ਹੈ ਤਾਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਨਾਲ ਗੱਲਬਾਤ ਕੀਤੀ ਜਾ ਸਕੇ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਆਪਰੇਸ਼ਨ ਸਿੰਦੂਰ ਵਿੱਚ ਸ਼ਿਕਸਤ ਖਾ ਚੁੱਕਾ ਭਾਰਤ 10 ਮਈ ਨੂੰ ਸੀਜ਼ਫਾਇਰ ਕਰਨ ਲਈ ਜਿਹੜੀ ਹੈ ਅਮਰੀਕਾ ਦੇ ਤਰਲੇ ਕਰ ਰਿਹਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਹੜੀ ਸਾਡੀ ਫੋਕ ਵਿਜ਼ਡਮ ਹੈ, ਲੋਕਾਂ ਦੇ ਵਿੱਚ ਸਦੀਆਂ ਤੋਂ ਜਿਹੜੇ ਅਖਾਣ ਬਣਦੇ ਨੇ, ਮੁਹਾਵਰੇ ਬਣਦੇ ਨੇ, ਉਹ ਸੱਚਮੁੱਚ ਹੀ ਬਾਕਮਾਲ ਹੈ। ਜਦੋਂ ਸਾਡੇ ਉਸ ਲੋਕ ਅਖਾਣ 'ਚ ਕਿਹਾ ਜਾਂਦਾ ਹੈ ਕਿ ਇੱਕ ਸੱਚ ਨੂੰ ਲੁਕਾਉਣ ਲਈ 100 ਝੂਠ ਬੋਲਣੇ ਪੈਂਦੇ ਨੇ, ਪਰ ਅਖੀਰ ਸੱਚ ਫੇਰ ਕਿਤੇ ਨਾ ਕਿਤੇ ਉੱਭੜ ਕੇ ਸਾਹਮਣੇ ਆ ਜਾਂਦਾ। ਬਿਲਕੁਲ। ਹੁਣ ਇਹ ਇੰਨੀ ਇੱਕ ਵਾਈਜ਼ ਸਟੇਟਮੈਂਟ ਹੈ। ਔਰ ਇਹ ਵੀ ਹੁੰਦਾ ਹੈ ਕਿਉਂਕਿ ਜਦੋਂ ਤੁਸੀਂ ਸੱਚ ਬੋਲਦੇ ਹੋ, ਅੱਜ ਜਿਹੜੀ ਗੱਲ ਦਾ ਨੈਰੇਟਿਵ ਤੁਸੀਂ ਜੋ ਦਿੱਤਾ, ਅੱਜ ਤੋਂ 10 ਸਾਲ ਬਾਅਦ ਵੀ ਤੁਹਾਨੂੰ ਕੋਈ ਪੁੱਛੇਗਾ, ਕਿਉਂਕਿ ਉਹ ਸੱਚ ਹੈ, ਉਹ ਤੁਸੀਂ ਉਵੇਂ ਹੀ ਬਿਆਨ ਕਰੋਗੇ ਸਾਰੀ ਜ਼ਿੰਦਗੀ, ਅੰਟਿਲ ਅਨਲੈਸ ਡਿਮੈਂਸ਼ੀਆ ਹੋ ਗਿਆ ਜਾਂ ਅਲਜ਼ਾਈਮਰ ਡਿਜ਼ੀਜ਼ ਹੋ ਗਈ, ਵੀ ਯਾਦ ਹੀ ਭੁੱਲ ਗਿਆ। ਲੇਕਿਨ ਝੂਠ ਉਸ ਵੇਲੇ ਤੁਸੀਂ ਉਹਨੂੰ ਚਿਕਨਾ ਚੋਪੜਾ ਬਣਾ ਕੇ ਉਹਨੂੰ ਪ੍ਰੈਜ਼ੈਂਟ ਕਰ ਦਿੰਦੇ ਹੋ, ਲੇਕਿਨ ਫਿਰ ਤੁਹਾਨੂੰ ਵੀ ਭੁੱਲ ਜਾਂਦਾ। ਉਹ ਤਾਂ ਉਹਨਾਂ ਮੋਮੈਂਟਸ ਲਈ ਹੁੰਦਾ, ਤੁਸੀਂ ਉਸ ਸਿਚੁਏਸ਼ਨ ਨੂੰ ਕੈਪਚਰ ਕਰਨ ਦੇ ਲਈ ਕਰ ਰਹੇ ਹੁੰਦੇ। ਹੁਣ ਇਹ ਇੱਕ ਫੈਕਟ ਹੈ ਜਿਸ ਨੂੰ ਰਿਪੀਟਡਲੀ ਜਿਹੜਾ ਉਹ ਕਿੰਨੇ ਸੋਰਸਿਸ ਰਾਹੀਂ ਇੰਟਰਨੈਸ਼ਨਲੀ ਆਇਆ ਕਿ ਭਾਈ ਇੰਡੀਆ ਨੇ ਜਿਹੜਾ 22 ਅਪ੍ਰੈਲ ਨੂੰ ਪਹਿਲਗਾਮ 'ਚ ਫਾਲਸ ਫਲੈਗ ਆਪਰੇਸ਼ਨ ਕੀਤਾ, ਜਿਸ ਦਾ ਮਕਸਦ ਜ਼ਾਹਰ ਹੈ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਨਾਂ ਥੱਲੇ ਜਿਹੜਾ ਉਸ ਦੇ ਉੱਤੇ ਹਮਲਾ ਕਰਨਾ ਸੀ। ਤੇ ਜਿਹੜਾ 4 ਰੋਜ਼ਾ 7, 8, 9, 10 ਮਈ ਨੂੰ 2025, ਕਿਉਂਕਿ ਹੁਣ ਅਸੀਂ ਜਨਵਰੀ ਦੇ ਵਿੱਚ ਅੱਜ ਗੱਲ ਕਰ ਰਹੇ ਹਾਂ,
ਜਿਹੜਾ 4 ਰੋਜ਼ਾ ਮਿਸਾਈਲ ਡਰੋਨ ਆਪਸੀ ਟਕਰਾਅ ਹੋਇਆ, ਉਸ 'ਚ ਭਾਰਤ ਬੁਰੀ ਤਰ੍ਹਾਂ ਪਿੱਟਿਆ, ਦੀ ਸ਼ਿਕਸਤ ਹੋਈ, ਉਹਦੇ 6-7 ਜਹਾਜ਼ ਡਿੱਗੇ, 24 ਘੰਟੇ ਦੇ ਲਈ ਉਹਨਾਂ ਨੂੰ ਆਪਣੀ 에ਅਰ ਫੋਰਸ ਗਰਾਊਂਡ ਕਰਨੀ ਪਈ। ਐਂਡ ਇਵੈਂਚੁਅਲੀ ਅਮਰੀਕਾ ਦੇ ਤਰਲੇ ਕੀਤੇ, ਚਾਈਨਾ ਨੇ ਵੀ ਇਹ ਕਹਿ ਦਿੱਤਾ ਕਿ ਭਾਈ ਅਸੀਂ ਵੀ ਰੋਲ ਅਦਾ ਕੀਤਾ ਕਿ ਰੋਕੋ। ਸੋ ਜਿਹੜੀ ਜਿਹਨੂੰ ਕਹਿੰਦੇ ਨੇ ਕੰਪਲੀਟ ਸਕੇਅਰਲੀ ਬੀਟਨ। ਲੇਕਿਨ ਇਹਦੇ ਬਾਵਜੂਦ ਤੁਸੀਂ ਮਈ ਤੋਂ ਲੈ ਕੇ ਹੁਣ ਤੱਕ ਦੇਖੋ ਵੀ ਇਹਨਾਂ ਨੇ ਕਿਵੇਂ ਆਪਣਾ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਅਸੀਂ ਤਾਂ ਜਿੱਤੇ ਹਾਂ, ਅਸੀਂ ਤਾਂ ਪਾਕਿਸਤਾਨ ਦੇ ਇੰਨੇ ਉਹਨਾਂ ਦੇ ਦਹਿਸ਼ਤਗਰਦੀ ਦੇ ਫਲਾਣੇ ਅੱਡਿਆਂ ਦੇ ਉੱਤੇ, ਉਹਨਾਂ ਦੇ ਫਲਾਣੇ ਏਅਰਪੋਰਟਾਂ ਦੇ ਉੱਤੇ ਉਹਨਾਂ ਦੇ ਅਸੀਂ ਇਹ ਸਿਸਟਮ ਡਿਸਟਰੋਏ ਕਰਤਾ, ਉਹ ਸਿਸਟਮ ਡਿਸਟਰੋਏ ਕਰਤਾ। ਔਰ ਫਿਰ ਕਿਉਂਕਿ ਇੱਕ ਵੀ ਮੁਲਕ ਨੇ ਨਾ ਤਾਂ ਪਾਕਿਸਤਾਨ ਨੂੰ ਕੋਈ ਦੋਸ਼ ਦਿੱਤਾ ਵੀ ਉਹਨੇ ਦਹਿਸ਼ਤਗਰਦੀ ਕੀਤੀ, ਕਿਉਂਕਿ ਹਰ ਮੁਲਕ ਦੀ ਆਪਣੀ ਇੰਟੈਲੀਜੈਂਸ ਹੈ ਔਰ ਉਹ ਸ਼ੇਅਰ ਵੀ ਕਰਦੇ ਨੇ ਉਹਨਾਂ ਨੂੰ। ਸਾਡੇ ਤੋਂ ਵੀ ਪਹਿਲਾਂ ਅਸੀਂ ਤਾਂ ਅੰਦਾਜ਼ਾ ਲਾਇਆ ਵੀ ਇਹਨਾਂ ਨੇ ਜੋ ਕੁਝ ਪੁਲਵਾਮਾ 'ਚ ਕੀਤਾ ਸੀ ਚੋਣਾਂ ਜਿੱਤਣ ਲਈ, ਅਸੀਂ ਤਾਂ ਜਿਹਨੂੰ ਕਹਿੰਦੇ ਨੇ ਸਰਕਮਸਟੈਂਸ਼ੀਅਲ ਐਵੀਡੈਂਸ ਹੀ ਹੈ ਨਾ ਸਾਡੇ ਕੋਲ। ਹੋਰ ਸਾਡੀ ਕਿਹੜੀ ਖਾਲਿਸਤਾਨ ਇੰਟੈਲੀਜੈਂਸ ਬਿਊਰੋ ਦੇ ਉੱਥੇ ਏਜੰਟ ਬੈਠੇ ਹੋਏ ਨੇ ਮੁਲਕਾਂ ਦੇ ਵਿੱਚ, ਅਸੀਂ ਤਾਂ ਉਸ ਸਰਕਮਸਟੈਂਸ ਤੋਂ ਹੀ ਅੰਦਾਜ਼ਾ ਲਾਉਂਦੇ। ਪਰ ਜਿਹੜੇ ਮੁਲਕ ਨੇ ਉਹਨਾਂ ਦੀਆਂ ਤਾਂ ਇੰਟੈਲੀਜੈਂਸ ਏਜੰਸੀਆਂ ਨੇ, ਉਹਨਾਂ ਦੇ ਜਿੱਥੇ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟ ਨੇ, ਉਹਨਾਂ ਦੇ ਵਿੱਚ ਮਿਲਟਰੀ ਇੰਟੈਲੀਜੈਂਸ ਹੁੰਦੀ ਹੈ, ਉਹਨਾਂ ਦੀ ਦੂਸਰੀ ਇੰਟੈਲੀਜੈਂਸ ਹੁੰਦੀ ਹੈ ਔਰ ਇੰਟੈਲੀਜੈਂਸ ਏਜੰਟ ਇੱਕ ਦੂਜੇ ਨਾਲ ਸ਼ੇਅਰ ਕਰਦੇ ਨੇ। ਇਹੀ ਕਾਰਨ ਸੀ ਕਿ ਕਿਸੇ ਨੇ ਵੀ ਭਾਰਤ ਦੇ ਨੂੰ ਘਾਹ ਨਹੀਂ ਪਾਇਆ ਔਰ ਇੱਕ ਵੀ ਮੁਲਕ ਅਦਰ ਦੈਨ ਨੇਤਨਯਾਹੂ ਦੇ ਭਾਰਤ ਦੇ ਨਾਲ ਨਹੀਂ ਖਲੋਤਾ ਪਾਕਿਸਤਾਨ ਨੂੰ ਬਲੇਮ ਕਰਨ। ਉਹਨਾਂ ਨੂੰ ਲੱਗਾ ਵੀ ਇਹ ਤਾਂ ਆਪਣਾ ਜਲੂਸ ਨਿਕਲ ਗਿਆ। ਫਿਰ ਉਹਨਾਂ ਨੇ 60 ਦੇ ਕਰੀਬ ਐਕਸ ਮੈਂਬਰ ਸਿਟਿੰਗ ਮੈਂਬਰ ਪਾਰਲੀਮੈਂਟ, ਐਕਸ ਬਿਊਰੋਕਰੈਟ, ਦੂਜਿਆਂ ਤੀਜਿਆਂ ਦਾ ਵੱਡਾ ਸਾਰਾ ਡੈਲੀਗੇਸ਼ਨ, ਉਹਦੇ ਸ਼ਸ਼ੀ ਥਰੂਰ ਵਰਗਾ ਜਿਹੜਾ ਵਿੱਚੋਂ ਵਿੱਚ ਰਲਿਆ ਹੋਇਆ ਹੈ, ਕਾਂਗਰਸ ਦਾ ਲੇਬਲ ਆ ਕੇ ਬੈਠਾ, ਰਲਿਆ ਹਿੰਦੂ ਤਵੀਆਂ ਦੇ ਨਾਲ ਹੋਇਆ, ਬੜਾ ਖਤਰਨਾਕ ਕੇਰਲਾਈਟ, ਉਹਨੂੰ ਅਮਰੀਕਾ ਭੇਜਿਆ ਡੈਲੀਗੇਸ਼ਨ ਦੇ ਕੇ। ਆਲਮੋਸਟ 35 ਤੋਂ 40 ਮੁਲਕਾਂ ਦਾ ਦੌਰਾ ਅੱਡ ਡੈਲੀਗੇਸ਼ਨ ਨੇ ਕੀਤਾ, ਲੇਕਿਨ ਇੱਕ ਵੀ ਮੁਲਕ ਫਿਰ ਵੀ ਉਹਨਾਂ ਦੀ ਮਦਦ ਤੇ ਨਹੀਂ ਆਇਆ। ਔਰ ਇਹਦੇ ਬਾਵਜੂਦ ਤੁਸੀਂ ਦੇਖੋਗੇ ਕਿ ਇਸ ਸਾਰੇ ਪਾਸਟ ਹਫ਼ਤਿਆਂ ਦੇ ਵਿੱਚ ਵੀ ਰਿਪੀਟਡਲੀ ਔਰ ਟਰੰਪ ਨੇ 60 ਤੋਂ ਜ਼ਿਆਦਾ ਵਾਰ ਕਿਹਾ ਕਿ ਭਾਈ ਅਸੀਂ ਜਿਹੜਾ ਇਹ ਤਾਂ ਦੋਵੇਂ ਨਿਊਕਲੀਅਰ ਪਾਵਰਸ ਇਹਨਾਂ ਨੇ ਤਾਂ ਹਟਣਾ ਨਹੀਂ ਸੀ, ਮਿਲੀਅਨ ਮਰ ਜਾਣੇ ਸੀ, ਮੈਂ ਇਹਨੂੰ ਰੁਕਵਾਇਆ। ਮਾਰਕੋ ਰੂਬੀਓ ਉਹਨੇ ਰਿਪੀਟਡਲੀ ਇਸ ਨੂੰ ਕੀਤਾ। ਹੁਣ ਜਿਵੇਂ ਅਸੀਂ ਕਿਹਾ ਵੀ ਚਾਈਨਾ ਨੇ ਵੀ ਕਲੇਮ ਕੀਤਾ, ਲੇਕਿਨ ਇਹਨਾਂ ਨੇ ਬਿਲਕੁਲ ਝੂਠਾ ਨੈਰੇਟਿਵ ਇੰਡੀਅਨਸ ਜਿਹੜੇ ਨੇ ਆਪਣੇ ਲੋਕਾਂ ਦੀ ਕੰਜ਼ੰਪਸ਼ਨ ਦੇ, ਦੁਨੀਆ ਨੂੰ ਤਾਂ ਪਤਾ ਹੈ ਵੀ ਕੀ ਹੈ। ਔਰ ਇਹ ਵੀ ਸਾਹਮਣੇ ਆਇਆ ਵੀ ਉਹਨਾਂ ਦੇ ਰਾਫੇਲ ਦੇ ਸ਼ੇਅਰ ਡਿਗੇ, ਚਾਈਨੀਜ਼ J-35 ਕੇ ਕਿਹੜਾ ਜਿਹੜੇ ਉਹ ਅੱਪ ਗਏ। ਇਹ ਵੀ ਆਇਆ ਕਿ ਵੀ ਪਾਕਿਸਤਾਨ ਦਾ ਸਟੇਟਸ ਕਿਵੇਂ ਫੌਜੀ ਮੁਖੀ ਨੂੰ ਕੁਝ ਹਫ਼ਤੇ ਬਾਅਦ ਹੀ ਟਰੰਪ ਨੇ ਲੰਚ ਦੇ ਉੱਤੇ ਆਨਰ ਕੀਤਾ। ਇਸਲਾਮਿਕ ਵਰਲਡ ਦੇ ਵਿੱਚ ਸਾਊਦੀ ਅਰੇਬੀਆ ਨਾਲ ਪੈਕਟ ਹੋਇਆ ਔਰ ਇੱਕਦਮ ਸਟੇਚਰ ਜਿਹੜਾ ਉਹ ਕਿਤੇ ਦਾ ਕਿਤੇ ਗਿਆ। ਭਾਰਤ ਜਿਹੜਾ ਉਹ ਡਿੱਗਦਾ ਚਲਾ ਗਿਆ ਔਰ ਉਹਨਾਂ ਦੇ ਨਾਲ ਜਿਹੜੀ ਬਾਕੀ ਵੀ ਉਹਨਾਂ ਦੀ ਟੈਰਿਫ ਨੂੰ ਲੈ ਕੇ ਜਾਂ ਟ੍ਰੇਡ ਡੀਲ ਜਾਂ ਦੂਸਰਾ। ਹੁਣ ਇਹਦੇ ਬਾਵਜੂਦ ਉਹ ਡਿਨਾਇਲ 'ਚ ਹੁਣ ਅਸੀਂ ਸਮਝਦੇ ਹਾਂ ਵੀ ਜਿਹੜਾ ਜਰਨਲਿਜ਼ਮ ਹੁੰਦਾ ਹੈ, ਇੱਕ ਤਾਂ ਖਬਰਾਂ ਹੁੰਦੀਆਂ ਨੇ ਜਿੱਥੇ ਕੋਈ ਵਾਪਰੀ, ਉਹਨਾਂ ਨੇ ਤੁਹਾਨੂੰ ਪ੍ਰੈਸ ਰਿਲੀਜ਼ ਦਿੱਤੀ, ਤੁਸੀਂ ਉਹਦੀਆਂ 4 ਖਬਰਾਂ ਬਣਾ ਕੇ ਲਾ ਦਿੱਤੀਆਂ। ਇੱਕ ਜਿਹਨੂੰ ਅਸੀਂ ਇਨਵੈਸਟੀਗੇਟਿਵ ਜਰਨਲਿਜ਼ਮ ਕਹਿੰਦੇ ਕਿ ਵੀ ਜਿੱਥੇ ਤੁਸੀਂ ਤੁਹਾਨੂੰ ਪਤਾ ਹੈ ਵੀ ਸਿੱਧਾ ਕੁਝ ਵੀ ਇੱਕ ਤਾਂ ਹਾਰਸ ਮਾਊਥ ਤੋਂ ਆਉਂਦਾ, ਉੱਥੋਂ ਕੁਝ ਨਹੀਂ ਆ ਰਿਹਾ, ਕਵਰ ਅਪ ਵੀ ਹੋ ਰਿਹਾ, ਕਹਾਣੀ ਨੂੰ ਹੋਰ ਢੰਗ ਦੇ ਨਾਲ ਵੀ ਜਿਹੜਾ ਉਹ ਦੱਸਿਆ ਜਾ ਰਿਹਾ। ਔਰ ਇਹ ਨਹੀਂ ਹੈ ਵੀ ਉੱਥੋਂ ਵਾਲਾ ਮੀਡੀਆ ਇੱਥੋਂ ਵਾਲਾ ਵੀ ਕਰਦਾ। ਇੱਥੇ ਵੀ ਜਿਹਨੂੰ ਐਮਬੈਡਡ ਜਰਨਲਿਜ਼ਮ ਕਹਿਣ ਲੱਗ ਗਏ ਸੀ, ਜਿਵੇਂ ਇਰਾਕ ਵਾਰ ਵੇਲੇ ਹੋਇਆ ਜਾਂ ਦੂਜਾ, ਤੁਸੀਂ ਫੌਜੀਆਂ ਦੇ ਟੈਂਕਾਂ ਦੇ ਵਿੱਚ ਬੈਠੇ ਹੋ ਜਰਨਲਿਸਟ, ਤੁਸੀਂ ਉਹੀ ਸਟੋਰੀ ਦੇ ਰਹੇ ਹੋ ਜਿਹੜੀ ਕਿ ਤੁਹਾਨੂੰ ਵਨ ਸਾਈਡਡ ਦੇ ਰਹੇ। ਇਨਵੈਸਟੀਗੇਟਿਵ ਤਾਂ ਹੀ ਹੋਏਗਾ ਨਾ ਕਿ ਤੁਸੀਂ ਇੰਡੀਪੈਂਡੈਂਟਲੀ ਉਹ ਸਾਰਿਆਂ ਨੂੰ ਪ੍ਰੂਵ ਕਰੋ। ਹੁਣ ਭਾਰਤ ਦੇ ਵਿੱਚ ਹਾਲ ਤਾਂ ਇਹ ਹੈ ਕਿ ਮੈਜੋਰਿਟੀ ਮੀਡੀਆ ਤਾਂ ਉਹਨਾਂ ਦਾ ਜਿਹੜਾ ਉਹ ਦਰਬਾਰੀ ਮੀਡੀਆ, ਗੋਦੀ ਮੀਡੀਆ, ਜੋ ਮਰਜ਼ੀ ਉਹਨਾਂ ਨੂੰ ਨਾਂ ਰੱਖ ਲਓ, ਉਹ ਤਾਂ ਪੇਡ ਨੇ। ਜਿਹੜੇ ਮੇਨ ਸਟ੍ਰੀਮ ਉਹਨਾਂ ਦੇ ਚੈਨਲ ਕੋਈ 600 ਕਹਿੰਦਾ, ਕੋਈ 800 ਕਹਿੰਦਾ, ਪਰ 500+ ਨੇ ਉਹ 40। ਪ੍ਰਿੰਟ ਮੀਡੀਆ ਦਾ ਵੀ ਇਹੀ ਹਾਲ ਹੈ। ਹੁਣ ਦਾ ਹਿੰਦੂ ਸਾਊਥ ਦੀ ਅਖਬਾਰ ਹੈ, ਬਹੁਤ ਪੁਰਾਣੀ, ਮੋਰ ਦੈਨ 100 years ago, ਔਰ ਹਾਲਾਂਕਿ ਦੀ ਸਬਸਕ੍ਰਿਪਸ਼ਨ ਹੈ ਇੰਟਰਨੈਟ ਤੇ ਵੀ, ਪਰ ਮੈਂ ਇਸ ਨੂੰ ਸਬਸਕ੍ਰਾਈਬ ਵੀ ਕੀਤਾ ਹੋਇਆ ਕਿਉਂਕਿ ਤੁਹਾਨੂੰ ਕਿਤੇ ਨਾ ਕਿਤੇ ਕਦੀ ਕਦਾਈ, ਹਾਲਾਂ ਬਹੁਤ ਵਾਰ ਜਦੋਂ ਇੰਡੀਅਨ ਨੈਸ਼ਨਲਿਜ਼ਮ ਦੀ ਗੱਲ ਆਉਂਦੀ ਹੈ ਉਹ ਵੀ ਉਸ 'ਚ ਨੇ, ਔਰ ਉਹਦੀ ਜਿਹੜੀ ਫੋਰਨ ਅਫੇਅਰਸ ਦੀ
ਮੇਨ ਡੈਸਕ ਨੂੰ ਹੈਂਡਲ ਕਰਦੀ ਹੈ ਸੁਹਾਸਿਨੀ ਹੈਦਰ। ਉਹ ਸੁਬਰਾਮਨੀਅਮ ਸਵਾਮੀ ਦੀ ਡਾਟਰ ਹੈ, ਬ੍ਰਿਲੀਅੰਟ ਜਰਨਲਿਸਟ ਹੈ, ਵਿਆਹੀ ਹੋਈ ਹੈ ਇੱਕ ਮੁਸਲਮਾਨ ਦੇ ਨਾਲ, ਹੈਦਰ ਲਾਸਟ ਨੇਮ ਹੈ ਉਹਦਾ। ਅਲਟੀਮੇਟਲੀ ਹੈ ਤਾਂ ਇੰਡੀਅਨ ਨੈਸ਼ਨਲ, ਜਿਵੇਂ ਸੁਬਰਾਮਨੀਅਮ ਸਵਾਮੀ ਟੋਟਲੀ ਉਹ ਤਾਂ ਹਿੰਦੂਤਵਾ ਦਾ ਆਈਡੀਆਲੋਗ ਹੈ, ਵੱਡਾ ਵਿਚਾਰਕ। ਹੁਣ ਇਸ ਸਾਰੇ ਪੀਰੀਅਡ 'ਚ ਜਦੋਂ ਦਾ ਇਹ ਮੋਦੀ ਦਾ ਕ੍ਰਾਈਸਿਸ ਔਰ ਐਪਸਟਾਈਨ ਫਾਈਲਸ, ਪਹਿਲਾਂ ਤਾਂ ਸੁਬਰਾਮਨੀਅਮ ਸਵਾਮੀ ਨੇ ਬਹੁਤ ਸਾਰੇ ਸ਼ਾਟ ਫਾਇਰ ਕੀਤੇ ਹੋਏ ਨੇ ਮੋਦੀ ਦੇ ਇਖਲਾਕ ਨੂੰ ਲੈ ਕੇ, ਔਰ ਇਹ ਕਿਵੇਂ ਬੇੜਾ ਗਰਕ ਕਰ ਰਿਹਾ, ਇਕਨੋਮੀ ਦਾ ਕੀ ਹਾਲ ਹੈ। ਪਰ ਇਹਨਾਂ ਦਿਨਾਂ 'ਚ ਸ਼ਾਇਦ ਉਹ ਕਿਤੇ ਗਾਇਬ ਹੈ ਜਾਂ ਕੋਈ ਬਿਮਾਰ ਹੋਏ, ਪਤਾ ਨਹੀਂ। ਲੇਕਿਨ ਇਹ ਜਿਹੜੀ ਸਟੋਰੀ ਅੱਜ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੈ, ਉਹ ਸੁਹਾਸਿਨੀ ਹੈਦਰ ਨੇ ਜਾਂ ਦਾ ਹਿੰਦੂ ਨੇ ਇਸ ਤੋਂ ਪਰਦਾ ਚੁੱਕਿਆ। ਹੁਣ ਇਹ ਸਟੋਰੀ ਜਿਹੜੀ ਉਹਨਾਂ ਦੀ ਐਕਸਕਲੂਸਿਵ ਸਟੋਰੀ ਹੈ, ਉਹਦੇ 'ਚ ਉਹਨਾਂ ਨੇ ਉਹਨੂੰ ਕਿਹਾ ਵੀ ਐਕਸਕਲੂਸਿਵ ਹੈ। ਉਹ ਇਹ ਹੈ ਵੀ ਅਮਰੀਕਾ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ ਜਿਹੜੇ ਲੌਬਿਸਟ ਫਰਮਾਂ ਕਿਸੇ ਮੁਲਕ ਦੇ ਹੱਕ ਦੇ ਵਿੱਚ ਲੌਬੀ ਕਰਦੀਆਂ ਨੇ, ਉਹਨਾਂ ਨੂੰ ਰਜਿਸਟਰ ਹੋਣਾ ਪੈਂਦਾ ਹੈ, ਔਰ ਉਹ ਰਜਿਸਟ੍ਰੇਸ਼ਨ ਦਾ ਐਕਟ ਹੈ, ਉਹਨੂੰ ਫਾਰਾ ਕਹਿੰਦੇ ਨੇ, ਫੋਰਨ ਏਜੰਟਸ ਰਜਿਸਟ੍ਰੇਸ਼ਨ ਐਕਟ। ਹੁਣ ਵਾਸ਼ਿੰਗਟਨ ਡੀਸੀ ਦੇ ਵਿੱਚ ਉਹਨੂੰ ਬੈਲਟਵੇ ਕਹਿੰਦੇ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੌਬਿੰਗ ਫਰਮਸ ਨੇ। ਇਕੱਲੀ ਲੌਬਿੰਗ ਫੋਰਨ ਪਾਲਿਸੀ ਜਾਂ ਮੁਲਕਾਂ ਦੇ ਨਹੀਂ ਹੁੰਦੀ, ਵਿਦਨ ਵੀ ਕੋਈ ਟਬੈਕੋ ਇੰਡਸਟਰੀ ਹੈ, ਕੋਈ ਵੀਟ ਇੰਡਸਟਰੀ ਹੈ, ਕੋਈ ਕਾਰਨ ਇੰਡਸਟਰੀ ਹੈ, ਉਹਨਾਂ ਨੇ ਆਪਣੇ ਨਾਲ ਸੰਬੰਧਿਤ ਕਾਨੂੰਨ ਜਾਂ ਦੂਸਰੇ ਇੰਟਰਸਟ ਕਿਵੇਂ ਵਾਚ ਕਰਦੇ ਨੇ, ਉਹ ਲੌਬਿੰਗ ਗਰੁੱਪਸ ਨੂੰ ਹਾਇਰ ਕਰਦੇ ਨੇ। ਹੁਣ ਹਿੰਦੂ ਦੀ ਇਨਵੈਸਟੀਗੇਟਿਵ ਸਟੋਰੀ ਨੇ ਫਾਰਾ ਰਾਹੀਂ ਇਹ ਲੱਭਿਆ ਕਿ ਵੀ ਦਸੰਬਰ ਮਹੀਨੇ ਦੇ ਵਿੱਚ ਜਿਹੜੀ ਟਰੰਪ ਦੀ ਇੱਕ ਪਰਸਨਲ ਟਰੰਪ ਏਡ ਦੀ ਇੱਕ ਫਰਮ ਸੀ, ਉਹ ਇੰਡੀਆ ਨੇ ਹਾਇਰ ਕੀਤੀ। ਹਾਇਰ ਵੀ 10 ਮਈ ਨੂੰ ਕੀਤੀ। ਹੁਣ ਇਹ ਬੜਾ ਜਿਹੜਾ ਟਾਈਮ ਲਾਈਨ ਹੈ ਦੈਟ ਇਜ਼ ਵੈਰੀ ਇੰਪੋਰਟੈਂਟ। ਹੁਣ 10 ਮਈ 2025 ਨੂੰ ਹੀ ਸੀਜ਼ਫਾਇਰ ਹੁੰਦਾ ਤੇ 10 ਮਈ ਨੂੰ ਐਸਾ ਕੀ ਜਿਹੜਾ ਉਹ ਵੇਲਣੇ 'ਚ ਬਾਂਹ ਆਈ ਹੋਈ ਸੀ ਇੰਡੀਅਨ ਐਮਬੈਸੀ ਦੀ ਕਿ ਉਹਨਾਂ ਨੂੰ ਟਰੰਪ ਦੀ ਜਿਹੜਾ, ਕਿਉਂਕਿ ਟਰੰਪ ਏਡ ਲੌਬਿੰਗ ਫਰਮ ਦਾ ਮਤਲਬ ਹੀ ਇਹ ਹੈ ਕਿ ਵੀ ਸਿੱਧੀ ਐਕਸੈਸ ਟਰੰਪ ਤੱਕ ਹੋਏ। ਹੁਣ ਕੀ ਇਸ ਲੌਬਿੰਗ ਫਰਮ ਦੇ ਹਾਇਰ ਕਰਨ ਤੋਂ ਬਾਅਦ ਹੀ ਟਰੰਪ ਐਂਡ ਕੰਪਨੀ ਇਨਵੋਲਵ ਹੋਏ ਸੀਜ਼ਫਾਇਰ ਕਰਵਾਉਣ 'ਚ, ਜਾਂ ਉਸ ਤੋਂ ਉਸੇ ਸ਼ਾਮ ਹੋਏ ਕਿ ਜੀ ਇੰਡੀਆ ਐਜ਼ ਏ ਗ੍ਰੈਟੀਚਿਊਡ ਕਿ ਜੀ ਦੇਖੋ ਅਮਰੀਕਾ ਨੇ ਸਾਡੀ ਜਾਨ ਬਚਾ ਦਿੱਤੀ। ਹੁਣ ਇਸ ਸਟੋਰੀ ਦੀ ਹੈਡਲਾਈਨ ਹੈ, ਇੰਡੀਅਨ ਐਮਬੈਸੀ ਹਾਇਰਡ Trump aids firm for talks on trade bilateral ties during Operation Sindoor। ਹੁਣ ਇਹਨੇ ਤਾਂ ਸਪਸ਼ਟ ਕਰਤਾ ਕਿ ਭਾਈ ਇਹ ਜਿਹੜਾ ਇਹਨਾਂ ਨੇ ਹੀ ਇਕੱਲਾ ਹੀ ਨਹੀਂ ਕਿ ਤਰਲੇ ਕੀਤੇ, ਲੇਕਿਨ ਉਹ ਤਰਲੇ ਕਰਾਉਣ ਲਈ ਵੀ ਪੈਸੇ ਪੇ ਕੀਤੇ ਤਰਲਿਆਂ ਦੇ ਵੀ, ਔਰ ਉਹਦੇ ਲਈ ਟਰੰਪ ਦੀ ਪਰਸਨਲ ਜਿਹੜਾ ਉਸ ਦਾ ਏਡ ਜਿਹੜਾ ਉਹਦਾ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਵਿਸ਼ਵਾਸ ਪਾਤਰ ਹੈ, ਉਹਦੀ ਲੌਬੀ ਫਰਮ ਦੇ ਰਾਹੀਂ ਗੱਲਬਾਤ ਕੀਤੀ। ਅਕੋਰਡਿੰਗ ਟੂ ਫਾਰਾ ਫਾਈਲਿੰਗਸ, ਹੁਣ ਇਹ ਫਾਰਾ ਉਹੀ ਹੈ ਫੋਰਨ ਏਜੰਟਸ ਰਜਿਸਟ੍ਰੇਸ਼ਨ ਐਕਟ, ਲੌਬੀ ਫਰਮ SHW, ਇਹ ਉਸ ਲੌਬਿੰਗ ਫਰਮ ਦਾ ਨਾਮ ਹੈ, was asked to schedule meetings for Foreign Minister S. Jaishankar, Foreign Secretary and the Ambassador with US Vice President J.D. Vance, Secretary of Defense Pete Hegseth and CIA Chief John Ratcliffe। ਹੁਣ ਤਾਂ ਕੋਈ ਭੇਤ ਵਾਲੀ ਵਿੱਚ ਗੱਲ ਰਹਿ ਹੀ ਨਹੀਂ ਗਈ ਕਿ 10 ਮਈ ਨੂੰ ਆਪਰੇਸ਼ਨ ਸੰਦੂਰ ਦੇ ਦੌਰਾਨ ਜਦੋਂ ਫਾਈਨਲ ਸੀਜ਼ ਫਾਇਰ ਹੁੰਦਾ ਹੈ, ਇਹ ਜਿਹੜੀ ਟਰੰਪ ਦੀ ਕੌਨਫੀਡੈਂਟ ਫਰਮ ਹੈ, ਜਿਹੜਾ ਬੰਦਾ ਉਹਦਾ ਯਾਰ ਹੈ ਔਰ SHW, ਉਹਨੂੰ ਉਹ ਹਾਇਰ ਕੀਤਾ ਜਾਂਦਾ ਹੈ। ਉਹਨਾਂ ਨੂੰ ਕਿਹਾ ਜਾਂਦਾ ਵੀ ਆਹ 3 ਮੀਟਿੰਗਸ ਜਿਹੜੀਆਂ ਨੇ ਸਾਡੀਆਂ ਤੁਸੀਂ ਅਰੇਂਜ ਕਰਾਓ। ਔਰ ਜਦੋਂ ਉਹਨਾਂ ਨੇ ਦਾ ਇੰਡੀਅਨ ਐਮਬੈਸੀ ਇਨ ਵਾਸ਼ਿੰਗਟਨ ਰੀਚਡ ਆਊਟ to 3 senior officials of Trump administration on May 10, 2025, ਇਧਰ ਜਿਹੜੀ ਹੈ ਲੌਬੀ ਫਰਮ ਹਾਇਰ ਹੁੰਦੀ ਹੈ, ਉਧਰ ਇਹਨਾਂ 3 ਆਫੀਸ਼ੀਅਲਸ ਦੇ ਨਾਲ ਇੰਡੀਅਨ ਐਮਬੈਸੀ ਦਾ ਰਾਬਤਾ ਹੁੰਦਾ ਹੈ। The day ceasefire following Operation Sindoor was announced, it approached White House Chief of Staff Susie Wiles, US Trade Representative Jamieson Greer and Ricky Gill। ਹੁਣ ਇੰਡੀਆ ਨੇ ਤਾਂ ਪਹਿਲਾਂ ਕਿਹਾ ਕੌਣ ਰਿਕੀ ਗਿਲ, ਜਿਹਨੂੰ ਅਵਾਰਡ ਦਿੱਤਾ ਹੈ ਸਟੇਟ ਡਿਪਾਰਟਮੈਂਟ ਨੇ ਵੀ ਤੁਸੀਂ ਸੀਜ਼ ਫਾਇਰ ਇੰਡੀਆ ਔਰ ਪਾਕਿਸਤਾਨ 'ਚ ਕਰਾਇਆ। ਹੁਣ ਰਿਕੀ ਗਿਲ ਦੇ ਨਾਲ ਇਹ ਤਾਂ ਮੀਟਿੰਗਾਂ ਕਰ ਰਹੇ ਸੀ, ਕਿਉਂਕਿ
ਲਾ ਜਿਹੜੀ ਲੌਬੀ ਫਰਮ ਹਾਇਰ ਕੀਤੀ ਇਸ ਕੰਮ ਲਈ ਸੀ ਵੀ ਸਾਡੀ ਜਾਨ ਬਚਾਓ। ਐਟ ਦਾ ਨੈਸ਼ਨਲ ਸਿਕਿਉਰਿਟੀ ਕਾਉਂਸਲ, ਰਿੱਕੀ ਗਿੱਲ ਨੈਸ਼ਨਲ ਸਿਕਿਉਰਿਟੀ ਕਾਉਂਸਲ ਦਾ ਨਾਮ ਰਣਜੀਤ ਸਿੰਘ ਗਿੱਲ ਹੈ, ਸਿੱਖ ਬੈਕਗਰਾਊਂਡ ਹੈ, ਟੂ ਡਿਸਕਸ media coverage of the conflict, says a filing by US lobby firm with the US Department of Justice। ਹੁਣ ਕਿਉਂਕਿ ਜਿਹੜੀ ਫਾਰਾ ਥੱਲੇ ਰਜਿਸਟਰਡ ਹੈ ਉਹਨੇ ਦਸੰਬਰ 31 ਤੋਂ ਪਹਿਲਾਂ ਫਾਈਲ ਕਰਨਾ ਹੈ ਕਿ ਵੀ ਉਹਨੇ ਕੀ ਕੰਮ ਕੀਤਾ ਹੈ, ਤਾਂ ਉਹਨੇ ਕਿਹਾ ਜੀ ਆਹ ਸਾਡੀ ਟਾਸਕ ਸੀ ਜਿਹੜੀ ਅਸੀਂ ਕੀਤੀ ਹੈ। 60 ਐਂਟਰੀਜ਼ ਨੇ ਦਸੰਬਰ 2025 ਦੇ ਵਿੱਚ, ਔਰ ਡਿਪਾਰਟਮੈਂਟ ਆਫ ਜਸਟਿਸ ਦੇ ਫਾਰਾ ਵੈਬਸਾਈਟ ਦੇ ਉੱਤੇ ਉਹਨਾਂ ਨੇ ਬਿਲਕੁਲ ਡੀਟੇਲ ਤਾਂ ਨਹੀਂ ਡਾਈਵਲਜ ਕੀਤੀ, ਪਰ ਦੇ ਇੰਡੀਕੇਟ ਕਲੋਜ਼ ਇੰਟਰੈਕਸ਼ਨ ਔਨ ਦਾ ਡੇ ਕਿ ਵੀ ਇਹ ਸਾਰੀਆਂ ਹਾਇਰਿੰਗ ਔਰ ਮੀਟਿੰਗਸ ਦੀ ਜਿਹੜੀ ਸਕੈਜੂਲਿੰਗ ਹੈ ਉਹ 10 ਮਈ ਨੂੰ ਹੁੰਦੀ ਹੈ, ਜਦੋਂ ਕਿ ਟਰੰਪ ਕਹਿ ਰਿਹਾ ਕਿ ਭਾਈ ਮੈਂ ਸੀਜ਼ ਫਾਇਰ ਕਰਵਾਇਆ। ਹੁਣ ਜਦੋਂ ਇਹਨੇ ਹਿੰਦੂ ਨੇ ਇੰਡੀਅਨ ਐਮਬੈਸੀ ਨੂੰ ਕਿਹਾ, ਸੋ ਉਹਨਾਂ ਨੇ ਕੁਐਸਚਨਰ ਭੇਜਿਆ ਕਿ ਭਾਈ ਇਹ ਤੁਸੀਂ ਦਿਓ, ਉਹ ਕਹਿੰਦੇ ਅਸੀਂ ਤਾਂ ਦੇਖੋ ਇਹ ਜਿਹੜੀਆਂ ਲੌਬਿੰਗ ਫਰਮ ਹਾਇਰ ਕਰਨਾ ਹੁੰਦਾ ਇਹ ਸਟੈਂਡਰਡ ਪ੍ਰੈਕਟਿਸ ਹੈ ਆਊਟਰੀਚ ਕਰਨ ਦੇ ਲਈ, ਅਸੀਂ ਇਸ ਕਿਸਮ ਦੀਆਂ ਫਰਮ ਜਿਹੜੀਆਂ ਨੇ ਉਹ ਕਾਫੀ 1950 ਤੋਂ ਹੀ ਹਾਇਰ ਕਰਦੇ ਆ ਰਹੇ ਹਾਂ, ਐਮਬੈਸੀ ਦੇ ਸਪੋਕਸਪਰਸਨ ਨੇ ਕਿਹਾ। ਪਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਬਟ ਡਿਡਨਟ ਰਿਸਪੌਂਡ ਟੂ ਸਪੈਸੀਫਿਕ ਕੁਐਸਚਨਸ ਅਬਾਊਟ ਵਾਈ ਦ ਲੌਬੀ ਫਰਮਸ ਹੈਡ ਬੀਨ ਆਸਕਡ ਟੂ ਫਿਕਸ ਮੀਟਿੰਗਸ ਵਿਦ ਸੀਨੀਅਰ US ਆਫੀਸ਼ੀਅਲਸ ਔਰ ਕਾਲਸ ਔਨ May 10th। ਚਲੋ ਤੁਸੀਂ ਲੌਬਿੰਗ ਫਰਮ ਤਾਂ ਹਾਇਰ ਹੁੰਦੀਆਂ ਨੇ, ਪਾਕਿਸਤਾਨ ਵੀ ਕਰਦਾ ਹੈ, ਬਾਕੀ ਮੁਲਕ ਵੀ ਕਰਦੇ ਨੇ, ਪਰ ਲੌਬੀ ਫਰਮ ਵੀ ਤੁਸੀਂ ਹਾਇਰ ਕਰ ਰਹੇ ਹੋ ਔਰ 10 ਤਰੀਕ ਨੂੰ ਤੁਸੀਂ ਉਹਨਾਂ ਨੂੰ, ਤੁਹਾਡੀ ਲੌਬੀ ਫਰਮ ਰਿਕੁਐਸਟ ਕਰ ਰਹੀ ਹੈ ਕਿ ਭਾਈ ਇਹਨਾਂ ਦੇ ਨਾਲ, ਇਹਨਾਂ 3 ਅਫੀਸ਼ੀਅਲਸ ਦੇ ਨਾਲ ਮੀਟਿੰਗਸ ਹੋਣ। ਔਰ ਇਸ ਦੇ ਨਾਲ ਜਿਹੜਾ ਈਵਨ ਇਸੇ ਹੀ ਅਖਬਾਰ ਦਾ ਇਹ ਕਹਿਣਾ ਵੀ ਇਹਨੇ ਮਿੱਥ ਵੀ ਤੋੜ ਦਿੱਤਾ ਹੈ ਕਿ ਜਿਹੜਾ ਰਿਪੀਟਡਲੀ US ਕਹਿ ਰਿਹਾ ਕਿ ਭਾਈ ਉਹਨਾਂ ਨੇ ਸੀਜ਼ ਫਾਇਰ ਕਰਵਾਇਆ, ਇੰਡੀਆ ਡਿਨਾਇਲ ਦੇ ਵਿੱਚ ਵੀ ਸੀ, ਔਰ ਉਹਨਾਂ ਨੇ ਕਿਹਾ ਵੀ ਅਸੀਂ ਹਿੰਦੂ ਸੈਂਟ ਏ ਡੀਟੇਲਡ ਸੈਟ ਆਫ ਕੁਐਸਚਨਸ ਟੂ ਦਾ ਮਿਨਿਸਟਰੀ ਇਨ ਡੈਲੀ and the Embassy of India in Washington to confirm the FARA filings as well as the specific calls made on May 10 and will update this story if any responses are given। ਉਹਨਾਂ ਨੇ ਕਿਹਾ ਵੀ ਨਾ ਇਹਨਾਂ ਨੇ ਐਮਬੈਸੀ ਨੇ ਰਿਸਪੌਂਡ ਕੀਤਾ ਤੇ ਜੇ ਮਿਨਿਸਟਰੀ ਫੋਰਨ ਮਿਨਿਸਟਰੀ ਔਰ ਦੂਸਰਿਆਂ ਨੂੰ ਵੀ ਕਿਹਾ, ਉਹਨਾਂ ਨੇ ਵੀ ਅਜੇ ਤੱਕ ਨਹੀਂ ਕੀਤਾ। ਉਹਨੇ ਕਿਹਾ ਸੁਹਾਸਿਨੀ ਨੇ ਕਿ ਭਾਈ ਜੇ ਕੋਈ ਉਹਦਾ ਰਿਸਪੌਂਸ ਆਇਆ ਤੇ ਅਸੀਂ ਸਟੋਰੀ ਨੂੰ ਅਪਡੇਟ ਕਰਾਂਗੇ। ਔਰ ਇਹ ਜਿਹੜੀ ਉਹਨਾਂ ਨੇ ਲੌਬਿੰਗ ਫਰਮ SHW LLC ਨੇ ਜਿਹੜਾ ਫਾਈਲ ਕੀਤਾ, raised eyebrows amongst diplomats in Delhi, as the firm also claimed that it set up meetings for several Indian officials, from External Affairs Minister S. Jaishankar to Foreign Secretary Vikram Misri to Deputy National Security Advisor Pawan Kapoor and even Indian Ambassador Vinay Kwatra with top Trump administration officials over the past year। ਕਿ ਪਿਛਲੇ ਸਾਲ 'ਚ ਹੀ ਇਹ ਸਾਰੀਆਂ, ਹੁਣ ਹਾਲ ਇਹ ਹੈ ਇੰਡੀਆ ਦਾ ਜਿਹੜਾ ਮੋਦੀ ਦੇ ਲਈ ਹਵਨ ਤੇ ਦੂਜੇ ਜਿਹੜਾ ਟਰੰਪ ਲਈ ਮੋਦੀ ਸਪੋਰਟਰ ਬੇਸ ਹਾਊਡੀ ਮੋਡੀ ਤੇ ਹਵਨ ਤੇ ਯੱਗ ਕਰਾਉਣ ਵਾਲੇ ਸੀ, ਈਵਨ ਇਹਨਾਂ ਦੇ ਸੈਕਟਰੀ ਆਫ ਡਿਫੈਂਸ ਜਾਂ ਦੂਜੇ ਤੀਜੇ ਨੂੰ ਮਿਲਣ ਲਈ ਇੰਡੀਆ ਦੇ ਐਂਬੈਸਡਰ ਨੂੰ ਵੀ ਜਿਹੜੀਆਂ ਲੌਬੀ ਫਰਮ ਦਾ ਸਹਾਰਾ ਲੈਣਾ ਪੈ ਰਿਹਾ ਮੀਟਿੰਗ ਦੇ ਲਈ। ਮਤਲਬ ਇਹ ਹੈ ਵੀ ਇਹਨਾਂ ਨੇ ਇਹਨਾਂ ਨੂੰ ਬਿਲਕੁਲ ਜਿਹੜਾ ਛਿੜਕ ਕੇ ਪਰੇ ਸੁੱਟਿਆ ਹੋਇਆ। ਔਰ ਇਹ ਸਾਰੇ ਦਾ ਨਤੀਜਾ ਲੰਬੀ ਚੌੜੀ ਸਟੋਰੀ ਹੈ, ਪਰ ਉਹਦਾ ਕਰਕਸ ਇਹੀ ਹੈ ਔਰ ਇਹ ਗੱਲ ਸਾਬਤ ਕਰਦੀ ਹੈ ਕਿ ਭਾਰਤ ਦਾ ਬਿਲਕੁਲ ਪੂਰੀ ਤਰ੍ਹਾਂ ਜਲੂਸ ਨਿਕਲਿਆ ਹੋਇਆ। ਔਰ ਈਵਨ ਦਾ ਹਿੰਦੂ ਦੀ ਸਟੋਰੀ ਨੂੰ ਫਿਰ ਈਵਨ ਇਹਨਾਂ ਦੀਆਂ ਨਿਊਜ਼ ਏਜੰਸੀਜ਼ PTI ਔਰ ਦੂਜਿਆਂ ਨੇ ਵੀ, ਟ੍ਰਿਬਿਊਨ ਨੇ ਵੀ ਹੈਡਲਾਈਨ ਦੇ, ਇੰਡੀਅਨ ਐਮਬੈਸੀ ਕੰਟੈਕਟਡ ਟਰੰਪ ਏਡਸ ਔਨ ਟਰੂਸ ਡੇ US ਲੌਬੀ ਫਰਮ, ਕਿ ਭਾਈ ਜਿੱਦਣ ਸੀਜ਼ ਫਾਇਰ ਹੁੰਦਾ ਉਦੋਂ ਹੀ ਇਹ ਜਿਹੜੀ ਆ ਹਾਇਰ ਕੀਤੀ ਜਾਂਦੀ ਹੈ। ਔਰ ਇਸ ਦੇ ਉੱਤੇ ਜੈਰਾਮ ਰਮੇਸ਼ ਕਾਂਗਰਸ ਦੇ ਲੀਡਰ ਨੇ ਵੀ ਕਿਹਾ, ਜੈਰਾਮ ਰਮੇਸ਼ ਕਲੇਮਸ US ਸਟੇਟ ਸੈਕਟਰੀ ਰੂਬੀਓਜ਼ ਇੰਟਰਵੈਂਸ਼ਨ ਔਨ ਸਟਾਪਿੰਗ ਆਪਰੇਸ਼ਨ ਸੰਦੂਰ, ਉਹਨੂੰ ਵੀ ਉਹਨੇ ਕੋਟ ਕੀਤਾ। ਔਰ ਇਹ ਸਾਰੇ ਦੇ ਚੱਲਦੇ ਆ ਇੱਕ ਪਾਸੇ ਤਾਂ ਇੰਡੀਆ ਆਪਣਾ ਬਰੇਵ ਫੇਸ ਦੇ ਰਿਹਾ ਕਿ ਜੀ ਸਾਡੀ ਇਕੋਨਮੀ ਨੂੰ ਕੋਈ ਫਰਕ ਨਹੀਂ ਪਏਗਾ, ਕੋਈ ਫਰਕ ਨਹੀਂ ਪੈ ਰਿਹਾ। ਇਹ ਜੋ ਕੁਝ ਚੱਲ ਰਿਹਾ ਹੁਣ ਇਹਨਾਂ ਦੀ ਆਪਣੀ ਖਬਰ ਹੈ, ਫੋਰਨ ਇਨਵੈਸਟਮੈਂਟ ਇਨ ਇੰਡੀਅਨ ਰੀਅਲ estate falls 16% to 3.65 billion ਲਾਸਟ ਈਅਰ। ਕਿ ਇਹ ਜਿਹੜਾ ਇੰਡੀਆ ਦਾ ਇਹ ਸਾਰਾ ਚੱਲ ਰਿਹਾ। ਪਿਛਲੇ ਸਾਲ ਜਿਹੜੀ ਇਨਵੈਸਟਮੈਂਟ ਇੰਡੀਆ ਦੀ ਸੀ ਉਸ ਨਾਲੋਂ ਇਸ ਵਾਰ 4.82 ਬਿਲੀਅਨ ਤੋਂ ਜਿਹੜਾ ਘਟ ਕੇ
ਜਿਹੜਾ 2.24 ਬਿਲੀਅਨ ਜਿਹੜਾ ਉਹ ਰਹਿ ਗਈ ਹੈ। ਸੋ ਇਹ ਆਪਣਾ ਪੂਰੀ ਤਰ੍ਹਾਂ ਜਲੂਸ ਇਹਨਾਂ ਦਾ ਨਿਕਲ ਰਿਹਾ ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਰਿਮਾਰਕੇਬਲ ਹੈ ਕਿ ਉਹਨਾਂ ਨੇ ਜਿਹੜਾ ਇਹ ਇਨਵੈਸਟੀਗੇਟਿਵ ਸਟੋਰੀ ਰਾਹੀਂ ਇਸ ਗੱਲ ਨੂੰ ਬਿਲਕੁਲ ਜਿਹਨੂੰ ਕਹਿੰਦੇ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਔਰ ਇਹ ਹੈ ਜਿਹਨੂੰ ਸਾਡਾ ਅਖਾਣ ਪੰਜਾਬੀ ਜ਼ਬਾਨ ਦਾ ਕਹਿੰਦਾ ਹੈ ਕਿ ਸੱਚ ਜਿਹੜਾ ਹੈ ਉਹ 100 ਪਰਦੇ ਫਾੜ ਕੇ ਵੀ ਬਾਹਰ ਆ ਜਾਂਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਮੋਦੀ ਦਾ ਬਾਰ-ਬਾਰ ਜਲੂਸ ਕੱਢਿਆ ਜਾ ਰਿਹਾ। ਰਿਪਬਲਿਕਨ ਪਾਰਟੀ ਦੇ ਕਾਂਗਰਸਮੈਨਾਂ ਅਤੇ ਸੈਨੇਟਰਾਂ ਦੀ ਇੱਕ ਇਕੱਠ ਵਿੱਚ ਟਰੰਪ ਨੇ ਕਿਹਾ ਹੈ ਕਿ ਮੋਦੀ ਮੇਰੇ ਕੋਲ ਆਇਆ ਤੇ ਤਰਲੇ ਕੀਤੇ ਕਿ ਸਾਡੇ ਉੱਤੇ ਲਾਈ ਟੈਰਿਫ ਘੱਟ ਕੀਤੀ ਜਾਵੇ। ਟਰੰਪ ਨੇ ਮੋਦੀ ਦੀ ਨਕਲ ਉਤਾਰਦਿਆਂ ਕਿਹਾ ਕਿ ਹੁਣ ਭਾਰਤ ਬੰਦੇ ਦਾ ਪੁੱਤ ਬਣ ਰਿਹਾ ਹੈ ਤੇ ਭਾਰਤ ਨੇ ਅਮਰੀਕਾ ਦੇ ਬਣੇ ਹੋਏ 68 ਅਪਾਚੀ ਹੈਲੀਕਾਪਟਰ ਆਰਡਰ ਕੀਤੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਤਾਂ ਅਜੇ ਵੀ ਦੁਨੀਆ ਦੇ ਵਿੱਚ ਵੈਨਜ਼ੂਏਲਾ ਦਾ ਇਸ਼ੂ ਮੋਸਟ ਡਿਸਕਸਡ ਇਸ਼ੂ ਹੈ ਔਰ ਹੁਣ ਇਹ ਵੀ ਸਾਹਮਣੇ ਆ ਰਿਹਾ ਵੀ ਕਿਵੇਂ ਅਮਰੀਕਨ ਇੰਟੈਲੀਜੈਂਸ ਏਜੰਸੀਆਂ 1 ਸਾਲ ਤੋਂ ਜ਼ਿਆਦਾ ਵਕਤ ਤੋਂ ਉਹਦੇ ਜਿਹੜਾ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਦੇ ਇਨਰ ਸਰਕਲ ਦੇ ਵਿੱਚ ਵੜ ਚੁੱਕੀਆਂ ਸੀ ਔਰ ਕਿਵੇਂ ਇਨਫੈਕਟ ਉਹਦੇ ਇੰਟਰਨਲ ਜਿਹੜੇ ਬਾਡੀਗਾਰਡ ਹੀ ਸੀ, ਜਿਹੜੇ ਮੋਸਟ ਟਰਸਟਡ ਰੱਖੇ ਹੋਏ ਸੀ, ਉਹਨਾਂ ਨੇ ਉਹਨੂੰ ਚੁੱਕ ਕੇ ਅਮਰੀਕਨ ਜਿਹੜੇ ਐਲੀਟ ਫੋਰਸ ਗਈ ਉਹਨਾਂ ਦੇ ਹਵਾਲੇ ਕੀਤਾ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਇਨਸਾਈਡ ਕੂ ਦੇ ਤੌਰ ਤੇ ਔਰ ਫਿਰ ਉਸ ਦੇ ਡਿਫਰੈਂਟ ਰੀਜ਼ਨ ਨੇ ਔਰ ਇਹਨੂੰ ਲੈ ਕੇ ਅੱਡ ਨੇ ਆਪੋ ਆਪਣੇ ਰਿਐਕਸ਼ਨ ਦਿੱਤੇ ਨੇ। ਭਾਰਤ ਦੇ ਹਵਾਲੇ ਨਾਲ ਅਸੀਂ ਦੇਖਿਆ ਕਿ ਵੀ ਭਾਰਤ ਬਿਲਕੁਲ 24 ਘੰਟੇ ਤਾਂ ਬਿਲਕੁਲ ਸੱਪ ਸੁੰਘਿਆ ਰਿਹਾ। ਉਸ ਤੋਂ ਬਾਅਦ ਜੀ ਅਸੀਂ ਵੈਨਜ਼ੂਏਲਾ ਦੇ ਲੋਕਾਂ ਦੇ ਨਾਲ ਖੜੇ ਹਾਂ, ਗੱਲਬਾਤ ਰਾਹੀਂ ਹੱਲ ਹੋਏ ਜਾਂ ਦੂਜੇ। ਸੋ ਈਵਨ ਭਾਰਤ ਦੇ ਕੁਝ ਸਾਬਕਾ ਡਿਪਲੋਮੈਟ ਜਾਂ ਦੂਜੇ ਵੀ ਇਹ ਨੇ ਕਿ ਵੀ ਭਾਰਤ ਬਿਲਕੁਲ ਇਸ ਕਦਰ ਬਿਲਕੁਲ ਟੋਟਲੀ ਕਲੈਪਸ ਹੋ ਚੁੱਕੀ ਆ ਉਹਨਾਂ ਦੀ ਫੋਰਨ ਪਾਲਿਸੀ ਕਿ ਜਿਹੜੇ ਈਵਨ ਨਿੱਕੇ ਨਿੱਕੇ ਦੇਸ਼ ਵੀ ਆਪਣੇ ਇੰਟਰਸਟ ਨੂੰ ਸਾਹਮਣੇ ਰੱਖਦੇ ਆ ਵੀ ਪਰ ਇੰਟਰਨੈਸ਼ਨਲ ਲਾਅ ਔਰ UN ਚਾਰਟਰ ਦੀ ਗੱਲ ਕਰਦੇ ਆ ਵੀ ਜਿਹੜਾ ਉਹ ਬਿਆਨ ਦਿੰਦੇ ਨੇ। ਪਰ ਇਹ ਤਾਂ ਬਿਲਕੁਲ ਹੀ ਇਹਨਾਂ ਨੇ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਵੀ ਗਿੱਲ ਗਾਲ ਦਿੱਤੀ। ਦੂਸਰੇ ਪਾਸੇ ਈਵਨ ਇਸ ਕ੍ਰਾਈਸਿਸ ਦੇ ਵਿੱਚ ਵੀ ਜਾਂ ਇੱਕ ਵਿਕਟਰੀ ਵੀ ਹੈ ਟਰੰਪ ਦੀ ਵਕਤੀ ਤੌਰ ਤੇ। ਹਾਲਾਂ ਜਿਹੜੇ ਕੁਛ ਉਹਨਾਂ ਦੇ ਆਪਣੇ ਐਕਸਪਰਟ ਨੇ ਉਹ ਕਹਿ ਰਹੇ ਨੇ ਕਿ ਵੀ ਜੇ ਇਹ ਸਪਰੈਡ ਆਊਟ ਹੁੰਦਾ ਹੈ ਜਿਵੇਂ ਕੋਲੰਬੀਆ ਦੇ ਨਾਲ ਹੈ ਜਾਂ ਮੈਕਸੀਕੋ ਜਾਂ ਦੂਜੇ ਤੇ ਇਹ ਲੌਂਗ ਟਰਮ, ਕਿਉਂਕਿ ਹੁਣ ਤੱਕ ਅਮਰੀਕਾ ਮਿਡਲ ਈਸਟ ਜਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਹੀ ਜਿਹੜਾ ਹੈ ਉਹ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦਾ ਰਿਹਾ ਜਾਂ ਹੈ ਵੀ ਇਹ ਜਿਹੜਾ ਫਰੰਟ ਹੈ ਇੱਕ ਨਵਾਂ ਫਰੰਟ ਵੀ ਖੁੱਲ੍ਹ ਸਕਦਾ ਹੈ ਤੇ ਲੌਂਗ ਟਰਮ ਇਹਦੇ ਕੀ ਇੰਪੈਕਟ ਹੋਣਗੇ ਕੀ ਨਹੀਂ ਹੋਣਗੇ ਵੱਖਰੀ ਕਹਾਣੀ ਹੈ। ਪਰ ਇਸ ਸਾਰੇ 'ਚ ਜਦੋਂ ਕਿ ਟਰੰਪ ਇੱਕ ਪੂਰੀ ਸੈਲੀਬ੍ਰੇਸ਼ਨ ਦੇ ਮੂਡ 'ਚ ਵੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ 2-2.5 ਘੰਟੇ ਜਿਹੜਾ
ਇੰਨਾ ਜ਼ੋਰਦਾਰ ਐਕਸ਼ਨ, ਇਹ ਠੀਕ ਹੈ ਡਿਬੇਟ ਚੱਲ ਰਹੀ ਹੈ ਕਿ ਜੀ ਵਾਇਲੇਸ਼ਨ ਹੈ ਸੋਵਰਨਿਟੀ ਦੀ ਜਾਂ ਦੂਸਰਾ ਹੈ, ਲੇਕਿਨ ਉਸ ਦੇ ਉੱਤੇ ਵੀ ਇਹ ਇਲਜ਼ਾਮ ਤਾਂ ਸਨ ਕਿ ਭਾਈ ਉਹਨੇ ਇਲੈਕਸ਼ਨ ਵੀ ਰਿਗ ਕੀਤੀ ਔਰ ਜਿਹੜੇ ਹਿਊਮਨ ਰਾਈਟਸ ਵੀ ਵਾਇਲੇਟ, ਡਿਵਾਈਡਡ ਸੁਸਾਇਟੀ ਹੈ। ਅਸੀਂ ਇਸ ਡਿਟੇਲ 'ਚ ਨਹੀਂ ਜਾਣਦੇ ਵੀ ਕਿਹਦਾ ਵਰਸ਼ਨ, ਕਿਉਂਕਿ ਅੱਜ ਕੱਲ੍ਹ ਤਾਂ ਨੈਰੇਟਿਵ ਹੈ, ਕੀ ਨੈਰੇਟਿਵ ਕਿਹਨੇ ਕੀ ਦੇਣਾ, ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਇੱਕ ਜ਼ਮਾਨੇ ਦੇ ਵਿੱਚ ਕਿਊਬਾ ਦੇ ਮਾਮਲੇ 'ਚ ਕਿਊਬਨ ਫਿਡਾਲ ਕਾਸਟਰੋ ਦੇ ਪਿੱਛੇ ਖੜੇ ਸੀ, ਇਹ ਹਾਲ ਵੈਨਜ਼ੂਏਲਾ ਵਾਲਾ ਨਹੀਂ ਹੈ। ਹਾਲਾਂਕਿ ਵੈਨਜ਼ੂਏਲਾ ਇੱਕ ਸਟੇਜ 'ਤੇ 1960ਵਿਆਂ ਤੋਂ ਤਾਂ ਅਮਰੀਕਾ ਦਾ ਐਲਾਈ ਸੀ, ਬੜਾ ਕਲੋਜ਼ ਰਿਲੇਸ਼ਨਸ਼ਿਪ ਰਹੀ, ਲੇਕਿਨ ਸ਼ਾਵੇਜ਼ ਜਦੋਂ ਉੱਥੇ ਬਣਿਆ ਉਹ ਲੈਫਟ ਵੱਲ ਗਿਆ ਔਰ ਹੁਣ ਵਾਲਾ ਟੋਟਲੀ ਲੈਫਟ ਸੀ। ਔਰ ਇਹਦੇ 'ਚ ਇਹ ਵੀ ਸਾਹਮਣੇ ਆਇਆ ਕਿ ਭਾਈ ਈਵਨ ਚਾਈਨਾ ਔਰ ਰਸ਼ੀਆ ਵੀ, ਹਾਲਾਂ ਰਿਐਕਟ ਆਪੋ ਆਪਣੇ ਢੰਗ ਨਾਲ ਉਹਨਾਂ ਨੇ ਪੋਲਾਈਟਲੀ ਕੀਤਾ, ਲੇਕਿਨ ਕੁਛ ਇਸ ਕਿਸਮ ਦਾ ਜਿਹੜਾ ਹੈ ਉਹ UN ਸਿਕਿਉਰਿਟੀ ਕੌਂਸਲ 'ਚ ਜਾਂ ਦੂਸਰਾ ਕੁਛ ਐਸਾ ਨਹੀਂ ਕੀਤਾ ਹੈ। ਇਹੀ ਹਾਲ ਯੂਰਪੀਅਨ ਯੂਨੀਅਨ ਦਾ ਵੀ ਹੈ, ਕਿਉਂਕਿ ਇਹ ਜਿਹੜਾ ਪ੍ਰੈਜ਼ੀਡੈਂਟ ਜਿਹੜਾ ਹੁਣ ਨਿਊਯਾਰਕ ਲਿਆ ਕੇ ਜਿਸ ਦੇ ਉੱਤੇ ਟ੍ਰਾਇਲ ਚਲਾਇਆ ਜਾ ਰਿਹਾ, ਉਹਦੀ ਵਾਈਫ ਵੀ ਨਾਲ ਲਿਆਂਦੀ ਗਈ ਹੈ, ਇਹ ਕੋਈ ਆਪਣੇ ਲੋਕਾਂ 'ਚ ਵੀ ਪੋਪੂਲਰ ਨਹੀਂ ਸੀ ਔਰ ਇੰਟਰਨੈਸ਼ਨਲ ਇਮੇਜ ਵੀ ਜਿਹੜਾ ਹੈ ਇਸ ਦਾ ਕੋਈ ਜਸਟਿਸ ਲਵਿੰਗ ਵਾਲਾ ਨਹੀਂ ਸੀ। ਲੇਕਿਨ ਜਿਹੜੀ ਗੱਲ ਹੈਰਾਨੀ ਵਾਲੀ ਹੈ ਵੀ ਇਸ ਸਾਰੇ ਪੀਰੀਅਡ 'ਚ ਵੀ ਟਰੰਪ ਦੇ ਕੋਲ ਕਿੱਥੋਂ ਟਾਈਮ ਨਿਕਲ ਆਉਂਦਾ ਹੈ, ਜਾਂ ਉਹ ਮੋਦੀ ਨੂੰ ਨਾ ਭੁੱਲਦਾ ਨਾ ਮੋਦੀ ਨੂੰ ਭੁੱਲਣ ਦਿੰਦਾ ਵੀ ਮੈਂ ਤੇਰੇ ਸਿਰ ਤੇ ਬੈਠਾ। ਔਰ ਪਹਿਲਾਂ ਕੱਲ੍ਹ ਜਦੋਂ ਆਪਣੇ 에ਅਰ ਫੋਰਸ 1 ਜਹਾਜ਼ ਦੇ ਵਿੱਚ ਉਹਦੇ ਨਾਲ ਦੂਸਰਾ ਸੈਨੇਟਰ ਲਿੰਡੀ ਗ੍ਰੈਮ ਵੀ ਖੜਾ ਹੈ, ਤੇ ਉਹ ਕਹਿ ਰਿਹਾ ਸੈਨੇਟਰ ਕਿ ਜੀ ਮੈਂ ਕਵਾਤੜੇ ਨੂੰ ਮਿਲਿਆ ਦਸੰਬਰ 'ਚ ਔਰ ਮੇਰੇ ਨਾਲ ਇੱਕੋ ਹੀ ਗੱਲ ਉਹ ਕਰਦਾ ਰਿਹਾ ਜੀ ਸਾਡੇ ਤੇ ਟੈਰਿਫ ਘਟਾ ਦਿਓ। ਟੈਰਿਫ ਆਪਣੇ ਟਰੰਪ ਸਾਹਿਬ ਨੂੰ ਕਹੋ ਅਸੀਂ ਹੁਣ ਰਸ਼ੀਅਨ ਆਇਲ ਲੈਣਾ ਬੰਦ ਕਰਤਾ ਤੇ ਸਾਡਾ ਘਟਾ ਦਿਓ। ਔਰ ਨਾਲ ਦੀ ਨਾਲ ਜਦੋਂ ਅਜੇ ਉਹ ਮਿਸਟਰ ਗ੍ਰੈਮ ਗੱਲ ਕਰ ਹੀ ਰਿਹਾ ਸੀ ਤੇ ਟਰੰਪ ਨੇ ਚੁੱਕ ਲਈ ਗੱਲ, ਉਹਨਾਂ ਨੇ ਕਿਹਾ ਕਿ ਵੀ ਇਹ ਜ਼ਰੂਰ ਘਟਾਇਆ ਮੋਦੀ, ਕਿਉਂਕਿ ਮੋਦੀ ਨੂੰ ਪਤਾ ਵੀ ਮੈਂ ਖੁਸ਼ ਨਹੀਂ ਹੈਗਾ, ਮੈਨੂੰ ਖੁਸ਼ ਕਰਨਾ ਚਾਹੁੰਦਾ। ਸਾਰੇ ਪਿਛਲੇ 24 ਘੰਟੇ ਜਿੰਨੇ YouTube ਦੇ ਉੱਤੇ ਅਸੀਂ ਡਿਸਕਸ਼ਨਸ ਦੇਖੋਗੇ ਉਹ ਇਸੇ ਤਾਂ ਹੀ ਹੋ ਰਿਹਾ ਵੀ ਐਸੀ ਮੋਦੀ ਦੀ ਕਿਹੜੀ ਨਸ ਟਰੰਪ ਦੇ ਹੱਥ 'ਚ ਆਈ ਹੈ ਕਿ ਉਹ ਰੋਜ਼ ਉਹਨੂੰ ਰਗੜਦਾ ਤੇ ਉਹ ਅੱਗੋਂ ਬੋਲਦਾ ਨਹੀਂ। ਹੁਣ ਅਜੇ 24 ਘੰਟੇ ਨਹੀਂ ਸੀ ਬੀਤੇ ਇਸ ਦੇ, ਤੇ ਇੱਕ ਜਿਹੜਾ GOP ਜਿਹੜੇ ਉਹਨਾਂ ਦੇ ਰਿਪਬਲਿਕਨ ਸੈਨੇਟਰ ਕਾਂਗਰਸਮੈਨ ਉਹਨਾਂ ਦਾ ਇੱਕ ਇਕੱਠ ਸੀ, ਉੱਥੇ ਟਰੰਪ ਆਏ ਔਰ ਉਹਨਾਂ ਦੀ ਰਿਟਰੀਟ ਸੀ। ਰਿਟਰੀਟ ਇਹੀ ਹੁੰਦਾ ਕਿ ਵੀ ਕਿਉਂਕਿ ਹੁਣ ਟਰੰਪ ਨੇ ਉਹਨਾਂ ਨੂੰ ਕਿਹਾ GOP ਵਾਲਿਆਂ ਨੂੰ ਕਿ ਵੀ ਜੇ ਮੈਂ ਮਿਡ ਟਰਮ ਪੋਲ 'ਚ ਤੁਸੀਂ ਕਾਂਗਰਸ ਸੈਨੇਟ 'ਚ ਮੈਨੂੰ ਜਿਹੜਾ ਨਾ ਜਿਤਾਇਆ ਰਿਪਬਲਿਕਨ ਨੂੰ, ਤੇ ਡੈਮੋਕ੍ਰੈਟ ਤਾਂ ਮੈਨੂੰ ਇੰਪੀਚ ਕਰ ਦੇਣਗੇ, ਕਿਉਂਕਿ ਜੇ ਡੈਮੋਕ੍ਰੈਟਾਂ ਦਾ ਹਾਊਸ ਜਾਂ ਦੂਜਾ ਆਇਆ ਮੈਨੂੰ ਇੰਪੀਚ, ਇਸ ਲਈ ਪੂਰਾ ਜ਼ੋਰ ਲਾਓ। ਸੋ ਉਸ GOP ਦੀ ਰਿਟਰੀਟ ਜਿਹਦੇ 'ਚ ਡਿਸਕਸ ਅਮਰੀਕਨ ਨੀਤੀਆਂ ਹੋ ਰਹੀਆਂ, ਟਰੰਪ ਨੇ ਐਗਜ਼ੈਕਟਲੀ ਕੀ ਕਿਹਾ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਹੁਣ ਹੈਡਲਾਈਨ ਉਹਨਾਂ ਦੇ PTI ਇੰਡੀਆ ਦੀ ਪ੍ਰੈਸ ਟਰਸਟ ਆਫ ਇੰਡੀਆ ਨਿਊਜ਼ ਏਜੰਸੀ ਨੇ ਲਾਈ ਹੈ, PM ਮੋਦੀ not that happy with me because they are paying a lot of tariffs। ਟਰੰਪ ਕਹਿੰਦਾ ਮੋਦੀ ਮੇਰੇ ਤੇ ਨਹੀਂ ਖੁਸ਼ ਹੋ, ਕਿਉਂਕਿ ਹੁਣ ਬਹੁਤ ਸਾਰਾ ਟੈਰਿਫ ਉਹਨਾਂ ਨੂੰ ਦੇਣਾ ਪੈਂਦਾ। ਔਰ ਇਹ ਜਿਹੜਾ ਟਰੰਪ ਆਲਸੋ ਸੈਡ that India told him it has been waiting for 5 years for the Apache helicopters। ਹੁਣ 68 ਅਪੈਚੀ ਹੈਲੀਕਾਪਟਰ ਇਸ ਪੀਰੀਅਡ 'ਚ ਜਦੋਂ ਦੇ ਟੈਰਿਫ ਠੋਕੇ ਨੇ ਲਏ ਨੇ, ਔਰ ਹੁਣ ਟਰੰਪ ਕੀ ਕਹਿ ਰਿਹਾ, ਪਹਿਲਾਂ ਤਾਂ ਉਹਦੀ ਮਿਮਿਕਰੀ ਕਰ ਰਿਹਾ, ਉਹਦੀ ਨਕਲ ਕਰ ਰਿਹਾ ਮੋਦੀ ਦੀ। GOP ਰਿਟਰੀਟ ਦੇ ਵਿੱਚ ਉਹ ਕਹਿੰਦਾ ਪ੍ਰਾਈਮ ਮਿਨਿਸਟਰ ਮੋਦੀ ਕੇਮ ਟੂ ਸੀ ਮੀ, ਕਿ ਮੈਨੂੰ ਮਿਲਣ ਆਇਆ। ਸਰ ਮੇ ਆਈ ਸੀ ਯੂ ਪਲੀਜ਼, ਹੁਣ ਇਹ ਹੈ ਮੈਂ ਤੁਹਾਨੂੰ ਜਿਹੜਾ ਮਿਲ ਸਕਦਾ ਹੈ। ਯੈਸ। ਫਿਰ ਕਹਿੰਦਾ ਆਈ ਹੈਵ ਅ ਵੈਰੀ ਗੁੱਡ ਰਿਲੇਸ਼ਨਸ਼ਿਪ ਵਿਦ ਹਿਮ, ਮਾਈ ਫਰੈਂਡ ਮੋਦੀ। He is not that happy with me because you know they are paying a lot of tariffs now because they are not doing the oil, but they have now reduced it very substantially as you know from Russia। ਵੀ ਹੁਣ ਘਟਾਇਆ ਉਹਨਾਂ ਨੇ, ਪਰ ਪਹਿਲਾਂ ਬਹੁਤ ਟੈਰਿਫ ਪੇ ਰਹੇ ਨੇ, ਉਹ ਖੁਸ਼ ਤਾਂ ਨਹੀਂ ਹੋਣਾ ਉਹਨਾਂ ਨੇ, ਉਹਨਾਂ ਤੋਂ ਬਹੁਤ ਸਾਰਾ ਲਾਇਆ ਹੈ। ਹੁਣ ਇਹਦੇ 'ਚ ਫਿਰ ਸਟੋਰੀ ਆ ਵੀ 50% ਟੈਰਿਫ ਇੰਡੀਆ ਤੇ ਲਾਇਆ, 25% ਟੈਰਿਫ ਹੈ, 25% ਫਾਈਨ ਹੈ ਕਿ ਵੀ ਤੁਸੀਂ ਰਸ਼ੀਅਨ ਆਇਲ ਬਾਇ ਕਰ ਰਹੇ ਹੋ। ਫਿਰ ਕਹਿੰਦਾ ਵੀ ਆਰ ਚੇਂਜਿੰਗ ਇਟ, ਕਿ ਵੀ ਹੁਣ ਇੰਡੀਆ ਬੰਦੇ ਦਾ ਪੁੱਤ ਬਣ ਰਿਹਾ ਹੈ ਔਰ ਅਸੀਂ ਉਹਨੂੰ ਬਦਲ ਰਹੇ ਹਾਂ। ਇੰਡੀਆ ਆਰਡਰਡ 68 ਅਪਾਚੀਜ਼, ਹੀ ਸੈਡ
ਸਾਡੇ 68 ਜਿਹੜੇ ਨੇ ਉਹ ਹੈਲੀਕਾਪਟਰ ਵੀ ਬਾਏ ਕੀਤੇ ਨੇ। ਹੁਣ ਇੱਕ ਪਾਸੇ ਇਹ ਚੱਲ ਰਿਹਾ ਔਰ ਇਹ ਸਾਰੇ 'ਚ ਬੀਜੇਪੀ ਵਾਲਿਆਂ ਨੇ ਬੜਾ ਜਿਹੜਾ ਹੋ ਹੱਲਾ ਮਚਾਇਆ, ਕਿਉਂਕਿ ਕਾਂਗਰਸ ਦਾ ਲੀਡਰ ਜਿਹੜਾ ਸਾਬਕਾ ਮਹਾਰਾਸ਼ਟਰ ਦਾ ਚੀਫ ਮਿਨਿਸਟਰ ਵੀ ਰਿਹਾ ਪ੍ਰਿਥਵੀ ਰਾਜ ਚਵਨ, ਕਈਆਂ ਨੇ ਮੈਨੂੰ ਕਿਹਾ ਜੀ ਇਹ ਚੌਹਾਨ ਹੈ। ਮੈਂ ਕਿਹਾ ਵੀ ਚੌਹਾਨ ਰਾਜਪੂਤਾਨੇ ਦੇ ਰਾਜਪੂਤ ਹੁੰਦੇ ਨੇ, ਇਹ ਚਵਨ ਜਿਵੇਂ ਇੱਕ ਸਟੇਜ ਦੇ ਉੱਤੇ ਹੋਮ ਮਿਨਿਸਟਰ ਚਵਨ ਸੀ, ਇਹ CHAVAN ਹੈ, ਸੋ ਕੁਛ ਸਾਡੇ ਨੂੰ ਕਰੈਕਟ ਵੀ ਕਰ ਰਹੇ ਹੁੰਦੇ ਨੇ। ਹੁਣ ਉਹਨੇ ਪਿਛਲੇ ਦਿਨਾਂ 'ਚ ਮਹਾਰਾਸ਼ਟਰ ਦੇ ਇਹ ਸਾਬਕਾ CM ਨੇ ਬਿਆਨ ਦਿੱਤਾ ਹੈ। ਉਹਨੇ ਕਿਹਾ ਕਿ ਭਾਈ ਇਹ ਜੋ ਕੁਛ ਹੋਇਆ ਉੱਥੇ ਵੈਨਜ਼ੂਏਲਾ 'ਚ ਕਿ ਵੀ ਇਹ ਜਿਹੜਾ the question then is what next? Will something like what happened in Venezuela happen in India? Will Mr. Trump kidnap our Prime Minister? ਉਹਨੇ ਕਿਹਾ ਵੀ ਇਹ ਜਿੱਦਾਂ ਉਹਨੂੰ ਚੁੱਕ ਕੇ ਲਿਆਏ ਹੈ ਸਾਡੇ ਮੋਦੀ ਨੂੰ ਤਾਂ ਨਹੀਂ ਚੁੱਕ ਕੇ ਲੈ ਜਾਣਗੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਉੱਥੇ ਜਿਹੜਾ ਡਰ ਪੈਦਾ ਕੀਤਾ ਹੋਇਆ ਉਹਨੂੰ ਲੈ ਕੇ ਕਹਿ ਰਹੇ ਨੇ ਦੇਖੋ ਇਹ ਇੰਡੀਆ ਕੋਈ ਵੈਨਜ਼ੂਏਲਾ ਥੋੜ੍ਹੀ ਹੈ ਜਦੋਂ, ਲੇਕਿਨ ਇਹ ਖੌਫ ਸਾਰੇ ਪਾਸੇ ਜਿਹੜਾ ਹੈ ਉਹ ਹਰ ਇੱਕ 'ਚ ਆ ਗਿਆ ਕਿ ਭਾਈ ਇਹ ਅਮਰੀਕਾ ਨੇ ਕਦੋਂ ਕੀ ਕਰਨਾ ਹੈ, ਟਰੰਪ ਨੇ ਉਹ ਕੁਝ ਵੀ ਕਰ ਸਕਦਾ ਹੈ। ਪਰ ਇਹ ਵਿਦਿਨ 24 ਆਵਰਸ ਅਗੇਨ ਮੋਦੀ ਦਾ ਜਲੂਸ ਕੱਢਦੇ ਆ ਕਿ ਭਾਈ ਇਹ ਤਰਲੇ ਕਰਦੇ ਨੇ ਔਰ ਇਸੇ ਦਬਾਅ ਥੱਲੇ। ਪਹਿਲਾਂ ਤਾਂ ਕੱਲ ਇੰਡੀਅਨ ਪੋਲੀਟੀਕਲ ਲੋਕ ਵੀ ਪੁੱਛ ਰਹੇ ਸੀ ਵੀ ਮੋਦੀ ਟਰੰਪ ਨੂੰ ਖੁਸ਼ ਕਰਨ ਤੇ ਲੱਗਾ ਹੋਇਆ ਐਸਾ ਕੀ ਪਾਰਟ ਹੈ, ਪਰ ਅੱਜ ਤਾਂ ਉਹਨੇ ਕਿਹਾ 68 ਅਪਾਚੀ ਜਹਾਜ਼ ਖਰੀਦੇ ਨੇ ਤੇ ਮੇਰੇ ਕੋਲ ਆਇਆ ਕਿ ਜੀ ਸਾਡੀ ਟੈਰਿਫ ਘਟਾ ਦਿਓ। ਸੋ ਹੀ ਇਜ਼ ਇੰਜੋਇੰਗ ਇਟ ਐਵਰੀ ਡੇ। ਔਰ ਈਵਨ ਆ ਜਿਹੜਾ ਅਸੀਂ ਲਾਸਟ ਸੈਗਮੈਂਟ ਕੀਤਾ ਉਹਦੇ 'ਚ ਇਹ ਵੀ ਸਾਹਮਣੇ ਆਇਆ ਵੀ ਜਿਹੜੀ ਲੌਬਿੰਗ ਫਰਮ ਹਾਇਰ ਕੀਤੀ ਹੈ ਇਹਨਾਂ ਨੇ, ਉਹਨੂੰ ਉਹਦੇ ਰਾਹੀਂ ਜਿਹੜਾ ਮੋਦੀ ਕੋਈ ਟਵੀਟ ਕਰਦਾ ਵੀ ਮੈਂ ਜਿਹੜਾ ਟਰੰਪ ਨਾਲ ਮੇਰੀ ਗੱਲ ਹੋਈ, ਵਧਾਈ ਦਿੱਤੀ ਮੇਰੇ ਜਨਮ ਦਿਨ ਦੀ, ਉਹਨੂੰ ਪੜ੍ਹਾਉਣ ਦੇ ਲਈ ਵੀ ਲੌਬਿੰਗ ਫਰਮ ਨੂੰ ਇਸਤੇਮਾਲ ਕਰਦੇ ਨੇ ਕਿ ਦੇਖੋ ਜੀ ਟਰੰਪ ਨੂੰ ਕਹਿੰਦੇ ਨੇ ਦੇਖੋ ਜੀ ਤੁਹਾਡੇ ਹੱਕ ਦੇ ਵਿੱਚ ਕੀ ਕੀਤਾ। ਸੋ ਇਹ ਹੈ ਇਹਨਾਂ ਦੀ ਫੋਰਨ ਪਾਲਿਸੀ ਜਿਹਦਾ ਪੂਰੀ ਤਰ੍ਹਾਂ ਜਲੂਸ ਨਿਕਲਿਆ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਰੁਣਾਚਲ ਦੀਆਂ ਹਿੰਦੂ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ 14 ਜਨਵਰੀ ਨੂੰ ਹਰਿਦੁਆਰ ਵਿੱਚ ਸ਼ੁਰੂ ਹੋਣ ਵਾਲੇ ਅਰਧ ਕੁੰਭ ਮੇਲੇ ਦੌਰਾਨ ਗੈਰ ਹਿੰਦੂਆਂ ਦੀ ਐਂਟਰੀ ਤੇ ਪਾਬੰਦੀ ਲਗਾਈ ਜਾਏ। ਲਗਭਗ 45 ਦਿਨ ਚੱਲਣ ਵਾਲੇ ਇਸ ਮੇਲੇ ਵਿੱਚ 6 ਤੋਂ 7 ਕਰੋੜ ਜਿਹੜੇ ਹੈ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਜਿਹੜੀ ਹੈ ਸੰਭਾਵਨਾ ਹੈ। ਸੋ ਕੌਣ ਕਹਿੰਦਾ ਹੈ ਕਿ ਭਾਰਤ ਹੁਣ ਇੱਕ ਹਿੰਦੂ ਰਾਸ਼ਟਰ ਨਹੀਂ ਬਣਿਆ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਭਾਰਤ ਦਾ ਦੁਨੀਆ ਦੇ ਹਰ ਚੌਂਕ ਦੇ ਵਿੱਚ ਪੂਰਾ ਜਲੂਸ ਨਿਕਲ ਰਿਹਾ, ਫੋਰਨ ਪਾਲਿਸੀ। ਟਰੰਪ ਐਵਰੀ ਡੇ ਉਸ ਨੂੰ ਜਿਹੜਾ ਉਹ ਸ਼ੀਸ਼ਾ ਦਿਖਾ ਦਿੰਦਾ ਵੀ ਤੁਹਾਡੀ ਔਕਾਤ ਕੀ ਹੈ, ਔਰ ਭਾਰਤ ਦਾ ਹਰ ਗੁਆਂਢੀ ਮੁਲਕ ਵੀ ਉਸ ਦੇ ਹੱਥਾਂ 'ਚੋਂ ਨਿਕਲ ਚੁੱਕਾ ਹੈ।
ਬੰਗਲਾਦੇਸ਼ ਦੇ ਵਿੱਚ ਜੋ ਹਾਲਾਤ, ਭਾਵੇਂ ਚੋਣਾਂ ਫਰਵਰੀ ਦੇ ਵਿੱਚ ਹੋਣੀਆਂ ਨੇ, ਲੇਕਿਨ ਕੋਈ ਦਿਨ ਐਸਾ ਨਹੀਂ ਹੁੰਦਾ ਜਿੱਦਣ ਇਹ ਖਬਰ ਨਾ ਹੋਏ ਕਿ ਜੀ ਹਿੰਦੂ ਇੱਕ ਵਪਾਰੀ ਉੱਥੇ ਜਿਹੜਾ ਸਟੈਪ ਟੂ ਡੈਥ ਜਾਂ ਉੱਥੇ ਜਿਹੜਾ ਬਰਨ ਟੂ ਡੈਥ ਜਾਂ ਦੂਜਾ ਪਤਾ ਨਹੀਂ ਆਪ ਹੀ ਕਰਵਾ ਰਹੇ ਨੇ, ਕੋਈ ਮਿਲਟਰੀ ਇੰਟਰਵੈਂਸ਼ਨ ਦਾ ਬਹਾਨਾ ਕਰ ਰਹੇ ਨੇ, ਜਾਂ ਲੋਕਾਂ 'ਚ ਇੰਨੀ ਕੁ ਨਫ਼ਰਤ ਹੈ ਕਿ ਇਹ ਕਿਵੇਂ, ਕਿਉਂਕਿ ਸ਼ੇਖ ਹਸੀਨਾ ਨੇ ਤਾਂ ਉੱਥੇ ਰਾਜ ਦੀ ਹਕੂਮਤ ਹੀ ਰਨ ਕੀਤੀ ਹੈ, ਔਰ ਜਿਹੜੇ ਉੱਥੇ ਰਹਿੰਦੇ ਹਿੰਦੂ ਨੇ ਜ਼ਾਹਰ ਹੈ ਉਹ ਪ੍ਰੋਮੀਨੈਂਟ ਉਹਨਾਂ ਦੇ ਏਜੰਟ ਵੀ ਬਣ ਕੇ ਕੰਮ ਕਰਦੇ ਹੋਣਗੇ, ਬਹੁਤ ਸਾਰੇ ਵਪਾਰੀ, ਜਾਂ ਉਹਨਾਂ ਨੇ ਪੈਸਾ ਬਣਾਇਆ ਹੋਵੇਗਾ, ਲੋਕਾਂ ਦਾ ਕਈ ਵਾਰੀ ਰਿਵੈਂਜ ਵੀ ਹੁੰਦਾ ਹੈ। ਹਾਲਾਂਕਿ ਅਸੀਂ ਕੰਡੈਮ ਕਰਦੇ ਹਾਂ ਕਿਤੇ ਵੀ ਧਰਮ, ਜ਼ਾਤ ਜਾਂ ਕਿਸੇ ਤੁਹਾਡੇ ਫੇਥ ਤੇ ਬੇਸਡ ਕੋਈ ਕਿਸੇ ਦਾ ਵੀ ਮਰਡਰ ਜਾਂ ਕਿਸੇ ਦਾ ਵੀ ਕਤਲ, ਪਰ ਇਹ ਗੱਲ ਸਾਬਤ ਕਰਦੀ ਹੈ ਕਿ ਜਦੋਂ ਆਲਮੋਸਟ 1971 ਦੇ ਵਿੱਚ ਇਹਨਾਂ ਨੇ ਬੰਗਲਾਦੇਸ਼ ਪਾਕਿਸਤਾਨ ਨੂੰ ਤੋੜ ਕੇ ਬਣਾਇਆ, ਉਦੋਂ ਬੜਾ ਇਹਨਾਂ ਦਾ ਇੱਕ वन लाइनर प्रचार से इंदिरा गांधी ने तो कहा भी 1000 साल की गुलामी का बदला ले लिया है, लेकिन दूसरे पासे सी कि जी 2 नेशन थ्योरी फेल हो गई कि हुण जिहड़ी ये सी जिहड़ी मिस्टर जिन्ना दी थ्योरी सी कि जी 2 नेशन ने ये फेल हो गई। लेकिन अज उही पाकिस्तान, बांग्लादेश, बगलगीर भी ने और चाइना भी उन्हां दे नाल है, और ये सारे चों भारत की पॉलिसी जो उन्होंने अद्धी सदी पहला ਜਿਹੜਾ ਹੁਣ ਅੱਗੇ ਤਾਂ ਇਕੱਲੇ ਪਾਕਿਸਤਾਨ ਦੇ ਨਾਲ ਬਾਰਡਰ ਡਿਫੈਂਡ ਕਰਨ ਸੀ, ਹੁਣ ਕਿੰਨੇ ਹਜ਼ਾਰ ਸਕੁਅਰ ਕਿਲੋਮੀਟਰ ਬੰਗਲਾਦੇਸ਼ ਦੇ ਨਾਲ ਵੀ ਜਿਹੜਾ ਉੱਥੇ ਵੀ ਵਾਇਰ ਲਾਉਣਾ ਚਾਹੁੰਦੇ ਨੇ, ਜਾਂ ਦੂਜਾ ਕਿੰਨੀ ਕੁ ਫੌਜ ਹੈ, ਕਿੱਥੇ ਕਿੱਥੇ ਰੱਖਣਗੇ। ਅੱਛਾ, ਹੁਣ ਇਸ ਸਾਰੇ ਦੇ ਚੱਲਦਿਆਂ ਵਿਦਨ ਇੱਕ ਪਾਸੇ ਤਾਂ ਇਹ ਜਲੂਸ ਨਿਕਲ ਰਿਹਾ, ਪਰ ਵਿਦਨ RSS ਮੋਹਨ ਭਾਗਵਤ ਦੀ ਅਗਵਾਈ ਥੱਲੇ ਔਰ ਉਹਨਾਂ ਦੀਆਂ 72 ਤੋਂ ਜ਼ਿਆਦਾ ਅੱਡ-ਅੱਡ ਜਿਹੜੀਆਂ ਸੰਸਥਾਵਾਂ ਨੇ, ਉਹ ਵਿਸ਼ਵ ਹਿੰਦੂ ਪਰਿਸ਼ਦ ਹੋਏ ਕਿ ਉਹਨਾਂ ਦੇ ਜਿਹੜੇ ਨੇ ਉਹ ਹਨੂਮਾਨ ਦੇ ਨਾਲ ਜੁੜੇ ਹੋਏ, ਔਰ ਬਜਰੰਗ ਦਲ ਤੇ ਫਲਾਣੇ ਢਿਮਕੇ ਕਈ ਸੰਗਠਨ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਉਹ ਆਪਣੇ ਕੰਮ ਲੱਗੇ ਹੋਏ ਨੇ। ਉਹ ਵਿਦਨ ਅਸੀਂ ਦੇਖਿਆ ਵੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਵੈਸਟਰਨ ਵਰਲਡ ਕੀ ਕਹਿੰਦਾ, ਜਿਵੇਂ ਉਹਨਾਂ ਨੇ ਕ੍ਰਿਸਮਸ ਦੇ ਫੰਕਸ਼ਨਸ ਨੂੰ ਡਿਸਰਪਟ ਕੀਤਾ, ਅਟੈਕ ਕੀਤੇ, ਔਰ ਇਸੇ ਤਰ੍ਹਾਂ ਜਿਹੜਾ ਈਵਨ ਹੁਣ ਜਿਹੜਾ ਗੁਜਰਾਤ ਦੇ ਵਿੱਚ ਉਹਨਾਂ ਦਾ ਇੱਕ ਗਰਬਾ ਡਾਂਸ ਉਹਨੂੰ ਕਹਿੰਦੇ ਨੇ, ਇੱਕ ਉਹਨਾਂ ਦਾ ਤਿਉਹਾਰ ਜੁੜਿਆ ਹੁੰਦਾ, ਪਿਛਲੇ ਪੀਰੀਅਡ 'ਚ ਅਸੀਂ ਦੇਖਿਆ ਵੀ ਆਲਮੋਸਟ ਉਹਨਾਂ ਨੇ ਇੰਨਾ ਮਾਰ ਕੁਟਾਈ ਔਰ ਨਫ਼ਰਤ ਪੈਦਾ ਕੀਤੀ, ਕਿਉਂਕਿ ਇਹ ਕਲਚਰਲ ਹੈ, ਔਰ ਗੁਜਰਾਤ ਦੇ ਵਿੱਚ ਮਿਲੀਅਨਸ ਆਫ ਮੁਸਲਿਮ ਰਹਿੰਦੇ ਨੇ, ਉਹ ਵੀ ਗਰਬਾ ਸੈਲੀਬ੍ਰੇਟ ਕਰਦੇ, ਜਿਵੇਂ ਕਲਚਰਲ ਕੁਛ ਚੀਜ਼ਾਂ ਜਿਵੇਂ ਭੰਗੜਾ ਹੈ, ਉਹ ਭਾਵੇਂ ਕਿਹਨੇ ਬਣਾਇਆ, ਪਰ ਦੋਵੇਂ ਪਾਸੇ ਦੇ ਜੇ ਅਸੀਂ ਪੰਜਾਬ ਕਹਿੰਦੇ ਹਾਂ ਉਹਨਾਂ ਨਾਲ, ਹੁਣ ਕੱਲ੍ਹ ਨੂੰ ਕੋਈ ਕਹੇਗਾ ਜੀ ਲਹਿੰਦੇ ਪੰਜਾਬ ਵਾਲੇ ਭੰਗੜਾ ਨਹੀਂ ਪਾ ਸਕਦੇ, ਜਾਂ ਚੜ੍ਹਦੇ ਵਾਲੇ ਨਹੀਂ ਪਾ ਸਕਦੇ, ਜਾਂ ਜੇ ਸਾਂਝਾ ਹੋਏ ਤਾਂ ਉਹਦੇ 'ਚ ਕੋਈ, ਹੁਣ ਉਹ ਤਾਂ ਉਹਨਾਂ ਨੇ ਮੁਸਲਮਾਨਾਂ ਨੂੰ ਦੌੜਾਤਾ ਉੱਥੋਂ ਕਿ ਜੀ ਇਹ ਗਰਬਾ ਸਾਡਾ ਹਿੰਦੂਆਂ ਦਾ ਹੈ, ਔਰ ਤੁਸੀਂ ਇੱਥੇ ਵੜ ਵੀ ਨਹੀਂ ਸਕਦੇ, ਉਹਨਾਂ ਦੇ ਉੱਤੇ ਮਾਰ ਕੁਟਾਈਆਂ ਦੂਜੀ। ਹੁਣ ਧਰਮ ਦੇ ਨਾਂ ਥੱਲੇ ਇਹਨਾਂ ਨੇ ਡਰਾਮੇਬਾਜ਼ੀਆਂ ਤਾਂ ਬਹੁਤ, ਰਾਮ ਮੰਦਰ ਬਣਾਉਣ ਦਾ ਪਾਠ ਕੀ, ਫਿਰ ਇਹਨਾਂ ਨੂੰ ਲੱਭ ਪਿਆ ਹੁਣ ਜਿਹੜਾ ਉਹ ਕੁੰਭ ਮੇਲਾ, ਅਜੇ ਕੁੰਭ ਹੋ ਕੇ ਹੀ ਹਟਿਆ ਕਿ ਜੀ ਇੰਨੇ ਕਰੋੜ, ਪਤਾ ਨਹੀਂ 20 ਕਰੋੜ ਨੇ ਨਹਾ ਲਿਆ, ਵਿੱਚ ਕੀ ਹੈ, ਕਿਸ ਕਿਸਮ ਦੀਆਂ ਬਿਮਾਰੀਆਂ ਫੈਲੀਆਂ, ਕੀ ਹੋਇਆ। ਹੁਣ ਇਹਨਾਂ ਦਾ ਕੋਈ ਅਰਧ ਕੁੰਭ ਆ ਰਿਹਾ, ਔਰ ਅਰਧ ਕੁੰਭ ਜਿਹੜਾ ਉਹ ਹਰਿਦੁਆਰ ਦੇ ਆਲੇ ਦੁਆਲੇ ਹੁੰਦਾ, ਹਰਿਦੁਆਰ ਨਾਲ ਜੁੜਿਆ ਹੋਇਆ ਜਿਵੇਂ, ਔਰ ਹਰਿਦੁਆਰ ਜ਼ਿਲ੍ਹਾ ਇਹ ਉੱਤਰਾਂਚਲ ਸੂਬਾ ਜਿਹੜਾ ਕਿ ਯੂਪੀ 'ਚੋਂ ਹੀ ਤੋੜ ਕੇ ਬਣਾਇਆ ਗਿਆ, ਜਿਹਦੇ 'ਚ ਸ਼ਹੀਦ ਊਧਮ ਸਿੰਘ ਨਗਰ ਜ਼ਿਲ੍ਹਾ ਵੀ ਇਹਦਾ ਹਿੱਸਾ ਹੈ। ਇਹ ਜਿਹੜਾ ਇਹਨਾਂ ਦਾ ਅਰਧ ਕੁੰਭ ਹੈ, 45 ਰੋਜ਼ਾ ਇਹ ਇਹਨਾਂ ਦਾ ਮੇਲਾ ਹੋਣਾ ਹੈ ਅਰਧ ਕੁੰਭ ਦਾ। ਇਹ 14 ਜਨਵਰੀ ਤੋਂ ਇਸ ਦੀ ਸ਼ੁਰੂਆਤ ਹੋਣੀ ਹੈ, ਮਕਰ ਸੰਕ੍ਰਾਂਤੀ ਵਾਲੇ ਦਿਨ ਤੋਂ, ਔਰ ਇਸ ਮੌਕੇ ਦੇ ਉੱਤੇ ਹੁਣ ਆਲਰੇਡੀ ਜਿਹੜੀਆਂ, ਕਿਉਂਕਿ ਉੱਤਰਾਖੰਡ ਦੇ ਵਿੱਚ BJP ਦੀ ਸਰਕਾਰ ਹੈ, ਔਰ ਆਲਰੇਡੀ ਜਿਹੜੀਆਂ ਹਿੰਦੂ ਸੰਸਥਾਵਾਂ ਨੇ ਉਹਨਾਂ ਨੇ ਮੰਗ ਕੀਤੀ ਹੈ ਕਿ ਵੀ ਇਸ ਅਰਧ ਕੁੰਭ ਦੇ ਮੌਕੇ ਗੈਰ ਹਿੰਦੂਆਂ ਦੇ ਪ੍ਰਵੇਸ਼ ਦੇ ਉੱਤੇ, ਉਹਨਾਂ ਦੀ ਐਂਟਰੀ ਦੇ ਉੱਤੇ ਪਾਬੰਦੀ ਲਾਈ ਜਾਏ। ਜ਼ਾਹਰ ਹੈ ਟਾਰਗੇਟ ਮੁਸਲਮਾਨ ਵੀ ਨੇ, ਈਸਾਈ ਵੀ ਨੇ, ਸਿੱਖ ਵੀ ਨੇ, ਔਰ ਇਹ ਸਾਰੇ ਦੇ ਚੱਲਦੇ, ਔਰ ਉਹਨਾਂ ਨੇ ਇਸ ਦਾ ਬਹਾਨਾ ਕੀ ਬਣਾਇਆ, ਔਰ ਇਸ ਜਿਹੜੀ ਪਹਿਲੀ ਮੰਗ ਤਾਂ ਉਹਨਾਂ ਦੀ ਜਿਹੜੀ ਹੈ ਗੰਗਾ ਸਭਾ ਨੇ ਮੰਗ ਕੀਤੀ ਸੀ, ਜਿਹੜੀ ਰਿਲੀਜੀਅਸ ਐਕਟੀਵਿਟੀਜ਼ ਜਿਹੜੇ ਹਰਿਦੁਆਰ ਦੇ ਅੱਡ ਅੱਡ ਘਾਟ ਨੇ ਉਹਨਾਂ ਨੂੰ ਮੈਨੇਜ ਕਰਦੀ ਹੈ, ਉਹਦੇ 'ਚ ਉਹਨਾਂ ਨੇ ਮੰਗ ਕੀਤੀ ਕਿ ਭਾਈ ਇਹ ਅਰਧ ਕੁੰਭ ਦੇ ਮੌਕੇ 'ਤੇ ਗੈਰ ਹਿੰਦੂਆਂ ਦੀ ਐਂਟਰੀ 'ਤੇ ਪਾਬੰਦੀ ਲਾਈ ਜਾਏ। ਉਹਨਾਂ ਦਾ ਜਿਹੜਾ ਧਾਰਮਿਕ ਲੀਡਰ ਹੈ ਸਾਧਵੀ ਪ੍ਰਾਚੀ,
ਉਹਨੇ ਵੀ ਇਹੀ ਜਿਹੜੀ ਮੰਗ ਹੈ ਇਹ ਕੀਤੀ ਹੈ, ਕਿਉਂਕਿ ਪੁਸ਼ਕਰ ਧਾਮੀ ਚੀਫ ਮਿਨਿਸਟਰ ਹੈ ਉੱਤਰਾਖੰਡ ਦਾ ਉਹਦੇ ਤੋਂ। ਔਰ ਫਿਰ ਜਿਹੜਾ ਉਹ ਸਾਧਵੀ ਪ੍ਰਾਚੀ ਨੇ ਕਿਹਾ ਕਿ ਜੀ ਦੇਖੋ ਰੈੱਡ ਫੋਰਟ ਦੇ ਵਿੱਚ ਕਾਰ ਬਲਾਸਟ ਹੋਇਆ ਨਵੀਂ ਦਿੱਲੀ 'ਚ ਪਿਛਲੇ ਦਿਨਾਂ 'ਚ, ਔਰ ਇਹਦਾ ਮਤਲਬ ਹੁਣ ਰੈੱਡ ਫੋਰਟ ਕਾਰ ਬਲਾਸਟ 3 ਮੁਸਲਮਾਨ ਡਾਕਟਰ ਇੱਕ ਬੀਬੀ ਉਹਨੂੰ ਇਨਵੋਲਵ ਕੀਤਾ ਹੋਇਆ। ਕਹਾਣੀ ਕੀ ਹੈ ਕੀ ਨਹੀਂ ਪਤਾ ਨਹੀਂ। ਉਹਨੇ ਕਿਹਾ ਜੀ ਇਹ ਤਾਂ ਇੱਥੇ ਇੰਨੇ ਕਰੋੜ ਲੋਕ ਇਕੱਠੇ ਹੋਣੇ ਨੇ, 6 ਤੋਂ 7 ਕਰੋੜ, ਇਹ ਤਾਂ ਇੱਥੇ ਬਲਾਸਟ ਹੋ ਕਰਾ ਦੇਣਗੇ ਜੇ ਨਾਨ ਹਿੰਦੂ ਇੱਥੇ ਆ ਗਏ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਟੂ ਅਵੋਇਡ ਏ ਸਿਮਿਲਰ, ਕਿਉਂਕਿ ਦਿੱਲੀ 'ਚ ਹੋਇਆ ਆਲਰੇਡੀ, to avoid a similar incident at Kumbh Mela where millions of Hindu devotees will gather to take a holy dip in the Ganga, the government should take a firm stand on this issue and ban the entry of non-Hindus into the area. ਹੁਣ ਹਰਿਦੁਆਰ ਦੇ ਵਿੱਚ ਵੀ ਦੂਸਰੀਆਂ ਥਾਵਾਂ ਤੇ ਵੀ ਮੁਸਲਮਾਨ ਵੀ ਰਹਿੰਦੇ ਨੇ, ਸਿੱਖ ਵੀ ਰਹਿੰਦੇ, ਉਦੋਂ ਉਹਨਾਂ ਨੂੰ ਆਪਣੇ ਘਰਾਂ ਤੱਕ ਵੀ ਨਹੀਂ ਪਹੁੰਚਣ ਦੇਣਗੇ ਕਿ ਜੀ ਇਹ ਸਾਡਾ ਕੁੰਭ ਮੇਲਾ ਚੱਲ ਰਿਹਾ ਔਰ ਦੂਸਰਾ। ਔਰ ਇਸ ਦੇ ਉੱਤੇ ਜਿਹੜੀ ਹੈ ਈਵਨ ਉਹਨਾਂ ਨੇ ਕਿਹਾ ਜੀ ਇਹ ਹੁਣ ਵਕਤ ਆ ਗਿਆ ਕਿ ਨਾਨ ਹਿੰਦੂਆਂ ਨੂੰ ਬਾਹਰ ਰੱਖੋ ਇਹ ਸਾਰੇ ਤੋਂ। ਔਰ ਉਹਨੇ ਕਿਹਾ ਜੀ 1916 ਦੇ ਮਿਊਨਿਸਪਲ ਲਾਅ ਵੀ ਨੇ ਜਿਹਦੇ 'ਚ ਇਹ ਹੈ ਕਿ ਜੀ ਕੋਈ ਗੈਰ ਹਿੰਦੂ ਹੋਲੀ ਘਾਟਸ ਦੇ ਉੱਤੇ ਨਹੀਂ ਜਾ ਸਕਦਾ। ਔਰ ਇਹ ਸਾਰੇ ਦਿਸ ਪਲੇਸ ਬਿਲੋਂਗਸ ਟੂ ਅਸ ਦ ਹਿੰਦੂਜ਼ ਐਂਡ ਦੇयर ਸ਼ੁੱਡ ਬੀ ਨੋ ਪ੍ਰੋਬਲਮ ਐਕਸੈਪਟਿੰਗ ਦ ਸੇਮ। ਹੁਣ ਇਹ ਹਿੰਦੂ ਜਥੇਬੰਦੀਆਂ ਨੇ ਮੰਗ ਕੀਤੀ ਹੈ ਔਰ ਚੀਫ ਮਿਨਿਸਟਰ ਨੇ ਉਹਨਾਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਰੱਖੀ ਹੈ। ਸੋ ਜਦੋਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ, ਔਰ ਜੇ ਕੋਈ ਹੁਣ ਡਿਗਨਿਟਰੀ ਜਾਂਦਾ ਹੈ, ਮੋਦੀ ਗੀਤਾ ਦੀ ਕਾਪੀ ਉਹਨੂੰ ਦਿੰਦਾ, ਗੀਤਾ ਦੀ ਟਰਾਂਸਲੇਸ਼ਨ, ਵੰਦੇ ਮਾਤਰਮ ਜਿਹੜਾ ਨੈਸ਼ਨਲ ਐਂਥਮ ਨਹੀਂ ਹੈ ਲੇਕਿਨ ਉਹਨੂੰ ਜਿਹੜਾ ਉਹ ਪੂਰਾ ਉਹਨਾਂ ਨੇ ਬਣਾਇਆ। ਹੁਣ ਕੱਲ੍ਹ ਹੀ ਮੋਦੀ ਨੇ ਕਿਹਾ ਕਿ ਜੀ ਉਹ ਦਿਨ ਬਹੁਤ ਨੇੜੇ ਆ ਰਿਹਾ ਹੈ ਜਦੋਂ ਕਿ ਸੋਮਨਾਥ ਮੰਦਰ 'ਤੇ ਹਮਲੇ ਨੂੰ 1000 ਸਾਲ ਹੋ ਜਾਣਾ। ਹੁਣ ਆਉਣ ਵਾਲੇ ਪੀਰੀਅਡ 'ਚ, ਕਿਉਂਕਿ ਇਹਨਾਂ ਦਾ ਹਿੰਦੂਤਵੀਆਂ ਦਾ RSS ਦਾ ਏਜੰਡਾ ਇਹ ਹੈ ਵੀ ਆਨੇ ਬਹਾਨੇ ਇਹ ਉਸ ਨਫ਼ਰਤੀ ਦੌਰ ਨੂੰ ਜਾਰੀ ਰੱਖਣਾ ਚਾਹੁੰਦੇ ਨੇ। ਔਰ ਕਿ ਜੀ ਸੋਮਨਾਥ ਮੰਦਰ ਜਦੋਂ ਤਬਾਹ ਕੀਤਾ ਸੀ ਉਹਨੇ ਮਹਿਮੂਦ ਗਜ਼ਨਵੀ ਨੇ, ਉਹਨੂੰ 1000 ਸਾਲ ਹੋ ਜਾਣੇ ਨੇ ਔਰ ਉਹਨੂੰ ਵੀ ਅਸੀਂ ਸੈਲੀਬ੍ਰੇਟ ਕਰਨਾ ਹੈ। ਔਰ ਸੈਲੀਬ੍ਰੇਟ ਦਾ ਮਤਲਬ ਮੁਸਲਮਾਨਾਂ ਲਈ ਨਫ਼ਰਤ ਕਿ ਭਾਈ ਇਹਨਾਂ ਦੀਆਂ ਬਾਕੀ ਕਿੰਨੇ ਥਾਵਾਂ ਦੇ ਉੱਤੇ ਬੁਲਡੋਜ਼ਰਾਂ ਰਾਹੀਂ ਉਹਨਾਂ ਦੇ ਘਰ ਕਾਰੋਬਾਰ ਉੱਤੇ ਡਿਸਟਰੋਏ ਹੋ ਰਹੇ ਨੇ, ਕਿੰਨੀਆਂ ਦਰਗਾਹਾਂ ਜਾਂ ਕਿੰਨੀਆਂ ਹੋਰ, ਕਿਉਂਕਿ ਜਦੋਂ ਵੱਡੀਆਂ ਮਸੀਤਾਂ ਦੀ ਗੱਲ ਹੁੰਦੀ ਆ ਉਹ ਤਾਂ ਮਥੁਰਾ ਜਾਂ ਕਾਂਸ਼ੀ ਦਾ ਹੀ ਜ਼ਿਕਰ ਹੋ ਰਿਹਾ, ਅਯੁੱਧਿਆ ਤਾਂ ਉਹਨਾਂ ਨੇ ਫਤਿਹ ਕਰ ਲਿਆ, ਲੇਕਿਨ ਕਿੰਨੀਆਂ ਹੋਰ ਥਾਵਾਂ ਦੇ ਉੱਤੇ ਈਵਨ ਉਹਨਾਂ ਦੀਆਂ ਮਸੀਤਾਂ ਦੇ ਉੱਤੇ ਕਬਜ਼ੇ ਹੋ ਰਹੇ ਨੇ। ਜਿਹੜਾ ਵਕਫ ਅਮੈਂਡਮੈਂਟ ਬਿੱਲ ਪਾਸ ਕੀ ਉਹਦੇ ਥੱਲੇ ਤਾਂ ਉਹਨਾਂ ਦੀ ਅਰਬਾਂ ਨਹੀਂ ਖਰਬਾਂ ਦੀ ਜਾਇਦਾਦ ਜਿਹੜੀ ਹੈ ਉਹ ਸਬਜੈਕਟ ਟੂ ਗਵਰਨਮੈਂਟ ਕੰਟਰੋਲ ਚਲੀ ਜਾਏਗੀ। ਸੋ ਆਲਰੇਡੀ ਇੰਡੀਆ ਇੱਕ ਹਿੰਦੂ ਨੇਸ਼ਨ ਹੈ, ਇਹਨੂੰ ਕਿਸੇ ਨੂੰ ਕੋਈ ਜਿਹੜਾ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਂਡ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ।
ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਅਖੀਰਲੇ ਸੈਗਮੈਂਟ ਦੇ ਵਿੱਚ ਕਿ 26 ਜਨਵਰੀ ਭਾਰਤ ਰਿਪਬਲਿਕਨ ਡੇ ਜਿਉਂ-ਜਿਉਂ ਜਿਹੜੇ ਨੇੜੇ ਆ ਰਿਹਾ ਹੈ ਤਿਉਂ ਭਾਰਤੀ ਏਜੰਸੀਆਂ ਵੱਲੋਂ ਆਮ ਲੋਕਾਂ ਵਿੱਚ ਖੌਫ ਪੈਦਾ ਕਰਨ ਲਈ ਦਹਿਸ਼ਤਗਰਦੀ ਨਾਲ ਸੰਬੰਧਿਤ ਖਬਰਾਂ ਪਲਾਂਟ ਕੀਤੀਆਂ ਜਾ ਰਹੀਆਂ ਨੇ। ਸੋ ਜ਼ਾਹਿਰ ਹੈ ਕਿ ਇਹਨਾਂ ਖਬਰਾਂ ਵਿੱਚ ਖਾਲਿਸਤਾਨੀ ਅਤੇ ਕਸ਼ਮੀਰੀ ਗਰੁੱਪਾਂ ਨੂੰ ਘੜੀਸਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ 26 ਜਨਵਰੀ ਜਾਂ 15 ਅਗਸਤ ਇਹ 2 ਸਾਲ ਦੇ ਕੈਲੰਡਰ ਦੇ ਪੱਕੇ ਦਿਨ ਨੇ, ਜਦੋਂ ਕਿ ਦਿੱਲੀ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਪਰੇਡ ਹੁੰਦੀ ਹੈ, ਸ਼ੋਅ ਆਫ ਸਟਰੈਂਥ, ਫੌਜ, 에ਅਰ ਫੋਰਸ, ਨੇਵੀ, ਉਹਨਾਂ ਦੇ ਆਪਣੇ ਕੰਟਿੰਜੈਂਟ ਹੁੰਦੇ ਨੇ। ਨਾਲ ਦੀ ਨਾਲ ਜਿਹੜੀ ਖਾਸ ਤੌਰ 'ਤੇ ਰਿਪਬਲਿਕ ਡੇ ਪਰੇਡ ਹੈ ਉਹ ਤਾਂ ਸ਼ੋਅ ਆਫ ਡਿਫਰੈਂਟ ਕਲਚਰਸ, ਡਾਈਵਰਸਿਟੀ ਵੀ ਹੁੰਦਾ ਔਰ ਇਹਨਾਂ ਦੋਨਾਂ ਮੌਕਿਆਂ ਦੇ ਖਾਸ ਤੌਰ 'ਤੇ ਰਿਪਬਲਿਕ ਡੇ ਦੇ ਮੌਕੇ ਇਸ ਗੱਲ ਨੂੰ ਇੰਡੀਅਨ ਗੌਰਮੈਂਟ ਯਕੀਨੀ ਬਣਾਉਂਦੀ ਹੈ ਕਿ ਕੋਈ ਵੱਡੇ ਕੱਦ ਕਾਠ ਦਾ ਦੁਨੀਆ ਦਾ ਲੀਡਰ ਜਿਹੜਾ ਸਪੈਸ਼ਲ ਗੈਸਟ ਆਫ ਆਨਰ ਹੋਏ। ਪ੍ਰੈਜ਼ੀਡੈਂਟ ਓਬਾਮਾ ਵੀ ਇਸੇ ਮੌਕੇ ਦੇ ਉੱਤੇ ਹੀ ਜਿਹੜੇ ਨੇ ਉਹ ਚੀਫ ਗੈਸਟ ਬਣੇ ਸੀ। ਇਸ ਵਾਰ ਯੂਰਪੀਅਨ ਯੂਨੀਅਨ ਦੀ ਮੁਖੀ ਨੂੰ ਜਿਹੜਾ ਉਹ ਸੱਦਿਆ ਹੋਇਆ ਐਜ਼ ਏ ਚੀਫ ਗੈਸਟ। ਲੇਕਿਨ ਇਹ ਤਾਂ ਉਹਨਾਂ ਦਾ ਅੰਗਰੇਜ਼ਾਂ ਦੀਆਂ ਬਣਾਈਆਂ ਇਮਾਰਤਾਂ 'ਚ ਅੰਗਰੇਜ਼ਾਂ ਦੀ ਬਣਾਈ ਸਾਰੀ ਟ੍ਰੈਡੀਸ਼ਨ ਨੂੰ ਉਸ ਦੇ ਉੱਤੇ ਹਿੰਦੂਤਵਾ ਦਾ ਭਗਵਾ ਰੰਗ ਚਾੜ ਕੇ ਮਾਰਕੀਟਿੰਗ ਕਰਦੇ ਨੇ। ਲੇਕਿਨ ਸਾਡੇ ਲਈ ਇਹ ਹੁੰਦਾ ਵੀ ਜਿਉਂ ਹੀ ਇਹ 26 ਜਨਵਰੀ ਜਾਂ 15 ਅਗਸਤ ਆਉਂਦਾ ਉਸ ਤੋਂ ਕੁਝ ਦਿਨ ਪਹਿਲਾਂ, ਕੁਝ ਹਫ਼ਤੇ ਪਹਿਲਾਂ ਤੁਸੀਂ ਮੀਡੀਆ ਦੇ ਵਿੱਚ ਇਹ ਖਬਰਾਂ ਦੇਖਣੀਆਂ ਸ਼ੁਰੂ ਕਰ ਦਿੰਦੇ ਹੋ ਕਿ ਜੀ ਕਸ਼ਮੀਰੀ ਤੇ ਖਾਲਿਸਤਾਨੀ ਤੇ ਦਹਿਸ਼ਤਗਰਦੀ ਹੋ ਸਕਦੀ ਹੈ, 4 ਆ ਕੇ ਵੜ ਗਏ ਪੰਜਾਬ 'ਚ, ਹੁਣ ਦਿੱਲੀ 'ਚ ਪਹੁੰਚ ਗਏ, ਹੁਣ ਇਹ ਹੋਏਗਾ ਉਹ ਹੋਏਗਾ। ਉਹਨਾਂ ਨੇ ਇੱਕ ਟੈਰਰਿਜ਼ਮ ਦਾ ਲਫ਼ਜ਼ ਇਸਤੇਮਾਲ ਕਰਕੇ ਇੱਕ ਫੀਅਰ ਫੈਕਟਰ ਔਰ ਉਸ ਸਾਰੇ ਦੇ ਨਾਲ ਜਿਹੜਾ ਕਿਸੇ ਵੀ ਰੀਅਲ ਗੱਲ ਦਾ ਤਾਂ ਲਾਗਾ ਦੇਗਾ ਨਹੀਂ ਹੁੰਦਾ, ਕਿਉਂਕਿ ਲੇਕਿਨ ਇਹ ਇੱਕ ਡਰ ਪੈਦਾ ਔਰ ਇਹ ਵੀ ਆਪਣੀ ਉਹਨਾਂ ਨੇ ਇਹ ਰੱਖਣੇ ਕਿ ਜੀ ਦੇਖੋ ਸਾਡੀ ਮੁਸਤੈਦੀ ਨੇ ਜਿਹੜਾ ਹੈ ਉਹਨੂੰ ਬਿਲਕੁਲ ਪੀਸਫੁਲ ਬਣਾ ਦਿੱਤਾ, ਅਦਰਵਾਈਜ਼ ਤਾਂ ਇੱਥੇ ਵੱਡੇ ਪੈਮਾਨੇ 'ਤੇ ਜਿਹੜਾ ਕੁਝ ਹੋਣਾ ਸੀ। ਹੁਣ ਕਿਉਂਕਿ 26 ਜਨਵਰੀ ਆ ਰਿਹਾ, ਅੱਜ ਅਸੀਂ 6 ਜਨਵਰੀ ਨੂੰ ਇਹ ਗੱਲ ਕਰ ਰਹੇ ਹਾਂ, 2 ਖਬਰਾਂ ਜਿਹੜੀਆਂ ਮੇਰੀ ਨਜ਼ਰ 'ਚੋਂ ਗੁਜ਼ਰੀਆਂ। ਇੱਕ ਤਾਂ ਭਾਵੇਂ ਕੁਝ ਦਿਨ ਪਹਿਲਾਂ ਸੀ ਲੇਕਿਨ ਉਹਦੀ ਡੀਟੇਲ ਹੁਣ ਹੋਰ ਆਏ ਕਿ ਹਿਮਾਚਲ ਦੇ ਵਿੱਚ ਜਿਵੇਂ ਨਾਲਾਗੜ੍ਹ, ਇਹ ਪੁਰਾਣੀ ਰਿਆਸਤ ਨੂੰ ਹੰਡੂਰ ਰਿਆਸਤ ਕਹਿੰਦੇ ਸੀ, ਇਹ ਪਟਿਆਲੇ ਵਾਲਿਆਂ ਦੇ ਪ੍ਰਭਾਵ ਥੱਲੇ ਵੀ ਰਹੀ ਔਰ ਇਹ ਬਿਲਕੁਲ ਪੰਜਾਬ ਦੇ ਪੰਜਾਬੀ ਸਪੀਕਿੰਗ ਏਰੀਆ ਹੈ, ਲੇਕਿਨ 1966 ਦੇ ਵਿੱਚ ਨਾਲਾਗੜ੍ਹ ਹਿਮਾਚਲ 'ਚ ਦਿੱਤਾ ਗਿਆ। ਔਰ ਪਿਛਲੇ ਦਿਨਾਂ 'ਚ ਸੀ ਕਿ ਨਾਲਾਗੜ੍ਹ ਦੇ ਵਿੱਚ ਇੱਕ ਜਿਹੜਾ ਉਹ ਬਲਾਸਟ ਹੋਇਆ ਜਿਹਦੇ 'ਚ ਖਿੜਕੀਆਂ ਟੁੱਟ ਗਈਆਂ, ਦੂਜਾ ਹੋਇਆ ਹਾਲਾਂਕਿ ਕੋਈ ਡੈਥ ਨਹੀਂ ਹੋਈ। ਔਰ ਹੁਣ ਇਹ ਹੈ ਕਿ ਨਾਲਾਗੜ੍ਹ ਬਲਾਸਟ 2 ਗਰੁੱਪਸ ਕਲੇਮ ਰਿਸਪੌਂਸਿਬਿਲਿਟੀ, ਹਿਮਾਚਲ ਪੁਲਿਸ ਸਕੈਨ CCTV ਫੁਟੇਜ ਟੂ ਨੈਬ ਐਕਿਊਜ਼ਡ ਕਿ ਜੀ ਨਾਲਾਗੜ੍ਹ ਦੇ ਇਸ ਜਿਹੜਾ ਧਮਾਕੇ ਕੀਤੇ ਗਏ ਉਸ ਦੀ ਜ਼ਿੰਮੇਵਾਰੀ 2 ਖਾਲਿਸਤਾਨੀ ਆਰਗੇਨਾਈਜੇਸ਼ਨਾਂ ਨੇ ਲਈ ਹੈ, ਜਿਨ੍ਹਾਂ 'ਚ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਖੁਦ ਹੀ ਉਹ ਕਹਿੰਦੇ ਨੇ ਲਿਟਲ ਨੋਨ ਗਰੁੱਪ ਪੰਜਾਬ ਸੋਵਰਨਿਟੀ ਅਲਾਇੰਸ, ਕਿ ਬੱਬਰ ਖਾਲਸਾ ਔਰ ਪੰਜਾਬ ਸੋਵਰਨਿਟੀ ਅਲਾਇੰਸ ਨੇ ਇਸ ਐਕਸਪਲੋਜਨ ਦੀ ਜਿਹੜੀ ਨਾਲਾਗੜ੍ਹ 'ਚ ਹੋਈ ਉਹਦੀ ਜ਼ਿੰਮੇਵਾਰੀ ਲਈ ਹੈ। ਔਰ ਉਸ ਪੋਸਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਐਕਸਪਲੋਸਿਵ ਡਿਵਾਈਸ ਜਿਹੜੀ ਹੈ ਇੰਪਰੋਵਾਈਜ਼ਡ ਯੂਜ਼ ਕੀਤੀ ਬਲਾਸਟ, ਕਿਉਂਕਿ ਇਹ ਇਸ ਲਈ ਕੀਤੀ ਕਿਉਂਕਿ ਨਾਲਾਗੜ੍ਹ ਔਰ ਇਹ ਸਾਰੀ ਬੈਲਟ ਦੇ ਵਿੱਚ ਸਿੰਥੈਟਿਕ ਡਰੱਗਸ ਜਿਹੜੀਆਂ ਨੇ ਉਹ ਮੈਨੂਫੈਕਚਰ ਕੀਤੀਆਂ ਜਾ ਰਹੀਆਂ ਹਿਮਾਚਲ ਪ੍ਰਦੇਸ਼ ਵੱਲੋਂ, ਜਿਹੜੀਆਂ ਪੰਜਾਬ ਦੇ ਵਿੱਚ ਸਮਗਲ ਕੀਤੀਆਂ ਜਾਂਦੀਆਂ ਪੰਜਾਬ ਦੇ ਯੂਥ ਨੂੰ ਡਰੱਗੀ ਬਣਾਉਣ ਦੇ ਲਈ, ਔਰ ਅਸੀਂ ਇਹਨਾਂ ਨੂੰ ਇਹ ਵਾਰਨਿੰਗ ਦੇ ਤੌਰ ਦੇ ਉੱਤੇ ਦੇ ਰਹੇ। ਸੋ ਜੇ ਉਹਨਾਂ ਨੇ ਕਿਹਾ ਕਿ ਵੀ ਜੇ ਕੋਈ ਅੱਗੋਂ ਹੋਰ ਫਿਰ ਐਕਸ਼ਨ ਕੋਈ ਨਾ ਲਿਆ ਗਿਆ ਤੇ ਫਿਰ ਅਸੀਂ IEDs would be planted in vehicles and headquarters of the police administration, ਕਿ ਵੀ ਅਸੀਂ ਤੁਹਾਡੇ ਹੈੱਡਕੁਆਰਟਰ ਔਰ ਪੁਲਿਸ ਐਡਮਿਨਿਸਟ੍ਰੇਸ਼ਨ 'ਚ ਵੀ ਇਹ ਜਿਹੜਾ ਇਹਨੂੰ ਪਲਾਂਟ ਕਰਾਂਗੇ। ਔਰ ਇਹ ਜਿਹੜੀ ਹੈ ਕੋਈ ਪੁਲਿਸ ਨੇ ਇਹਦੇ ਤੇ ਰਿਐਕਟ ਨਹੀਂ ਕੀਤਾ, ਸਿਰਫ ਉਹਨਾਂ ਨੇ ਇਹ ਕਿਹਾ ਕਿ ਜੀ ਫੋਰੈਂਸਿਕ ਸਾਇੰਸ ਲੈਬੋਰਟਰੀ ਟੀਮ ਨੂੰ ਅਸੀਂ ਸੱਦਿਆ ਜਿਹੜੀ ਨੈਸੈਸਰੀ ਸੈਂਪਲ ਇਕੱਠੇ ਕਰ ਰਹੇ ਨੇ। CCTV ਕੈਮਰੇ ਜਿਹੜੇ ਨੇ ਉਹਨਾਂ ਨੂੰ ਵੀ ਅਸੀਂ ਘੋਖ ਰਹੇ ਔਰ ਇਹ ਨਵੇਂ ਸਾਲ ਦੇ ਮੌਕੇ ਦੇ ਉੱਤੇ 31 ਦਸੰਬਰ ਦੀ ਰਾਤ ਨੂੰ ਇਹ ਧਮਾਕਾ ਹੋਇਆ ਕਿ ਇੰਨਾ ਜ਼ੋਰਦਾਰ ਸੀ ਕਿ ਲੋਕ ਜਿਹੜੇ ਬਿਸਤਰਿਆਂ ਤੋਂ ਉੱਠ ਕੇ ਬਾਹਰ ਨਿਕਲ ਆਏ ਔਰ ਪੁਲਿਸ ਸਟੇਸ਼ਨ ਹਿਮਾਚਲ ਪ੍ਰਦੇਸ਼ ਸੋਲਨ ਡਿਸਟ੍ਰਿਕਟ
ਦੇ ਨੇੜੇ ਇਹ ਹੋਇਆ, ਨਾਲਾਗੜ੍ਹ ਦੇ ਨਾਲ ਜੁੜਿਆ ਹੋਇਆ। ਔਰ ਇਹ ਜਿਹੜਾ ਪੁਲਿਸ ਸਟੇਸ਼ਨ ਹੈ ਇਹ ਇੰਨਾ ਮਜ਼ਬੂਤ ਹੈ ਕਿ ਲੇਕਿਨ ਇਹਦੇ ਬਾਵਜੂਦ ਨੀਅਰ ਬਾਈ ਬਿਲਡਿੰਗਾਂ ਦੀਆਂ ਵਿੰਡੋਜ਼ ਉੜ ਗਈਆਂ। ਔਰ 40 ਮੀਟਰ ਅਵੇ ਜਿਹੜਾ ਆਰਮੀ ਕੈਂਟੀਨ ਹੈ ਉਹ ਵੀ ਉਹਦੇ 'ਚ ਵੀ ਕਰੈਕ ਪਏ। ਔਰ ਇਹ 400 ਤੋਂ 500 ਮੀਟਰ ਤੱਕ ਇਸ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਨਾਲਾਗੜ੍ਹ ਪੁਲਿਸ ਨੇ ਕੇਸ ਰਜਿਸਟਰ ਕੀਤਾ। ਔਰ ਇਹ ਜਿਹੜੇ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਇਸ ਕਿਸਮ ਦੀ ਡਿਵਾਈਸ ਦੇ ਨਾਲ ਹੀ ਧਮਾਕੇ ਹੋਏ ਸੀ। ਔਰ ਇਹ ਪਾਕਿਸਤਾਨ ਦੀ ਸਾਜ਼ਿਸ਼ ਲੱਗਦੀ ਹੈ, ਅਟੈਂਪਟਿੰਗ ਟੂ ਡਿਸਟਰਬ ਪੀਸ ਐਂਡ ਕਲੇਮਿੰਗ ਦੈਟ ਦ ਮਾਸਟਰਮਾਈਂਡਸ ਆਫ ਸਚ ਅਟੈਕਸ ਵਰ ਆਪਰੇਟਿੰਗ ਫਰੋਮ ਨਾਰਥ ਅਮਰੀਕਾ, ਯੂਰਪ, ਸਾਊਥ ਈਸਟ ਏਸ਼ੀਆ ਐਂਡ ਗਲਫ ਕੰਟਰੀਜ਼। ਪਾਕਿਸਤਾਨ ਨੂੰ ਵੀ ਜੋੜ ਦਿਓ, ਅਮਰੀਕਾ, ਕੈਨੇਡਾ, ਦੂਜੇ ਤੀਜੇ ਨੂੰ ਵੀ ਜੋੜ ਦਿਓ। ਸੋ ਇਹ ਬਿਲਕੁਲ ਇਹਨਾਂ ਦਾ ਆਪਣਾ ਘਰ ਹੈ। ਔਰ ਇਹ ਦੱਸਣ ਦੇ ਲਈ ਕਿ ਜੀ ਕਿਵੇਂ ਇਹ ਜਿਹੜਾ ਖਤਰਾ ਮੰਡਰਾ ਰਿਹਾ ਸਿਰ ਦੇ ਉੱਤੇ। ਦੂਸਰੀ ਖਬਰ ਜਿਹੜੀ ਅੱਜ ਪ੍ਰੋਮੀਨੈਂਟਲੀ ਇਹਨਾਂ ਦੇ ਮੀਡੀਆ ਨੇ ਛਾਪੀ, 2 ਅਰੈਸਟਡ ਫਾਰ ਅਲੈਜਡ ਐਸਪਾਇਨੇਜ ਇਨ ਪੰਜਾਬ ਐਂਡ ਹਰਿਆਣਾ, ਕਿ 2 ਗ੍ਰਿਫਤਾਰੀਆਂ ਹੋਈਆਂ ਨੇ ਪੰਜਾਬ ਔਰ ਹਰਿਆਣੇ ਦੇ ਵਿੱਚ ਜਿਹੜੇ ਜਸੂਸੀ ਦੇ ਲਈ। ਔਰ ਇੱਕ ਜਸੂਸੀ ਕਰਨ ਵਾਲਾ 15 ਸਾਲਾਂ ਦਾ ਮੁੰਡਾ ਹੈ, ਪਠਾਨਕੋਟ ਦਾ ਰਹਿਣ ਵਾਲਾ, ਜਿਹੜਾ ਸੈਂਸਿਟਿਵ ਲੋਕੇਸ਼ਨ ਜਿਹੜੀ ਹੈ ਉਹ ਪਾਕਿਸਤਾਨ ਬੇਸਡ ਜਿਹੜੇ ਹੈਂਡਲਰ ਸੀ ਉਹਨਾਂ ਦੇ ਨਾਲ ਸ਼ੇਅਰ ਕਰ ਰਿਹਾ ਸੀ। ਔਰ ਪੁਲਿਸ ਦੇ ਮੁਤਾਬਕ ਕਿ ਉਹ ਜਿਹੜਾ ਮਾਈਨਰ ਹੈ ਉਹਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਰੈਡੀਕਲਾਈਜ਼, ਉਹਦਾ ਨਾਂ ਨਹੀਂ ਦਿੱਤਾ ਹੈ, ਜ਼ਾਹਰ ਹੈ ਕੋਈ ਸਿੱਖ ਬੱਚਾ ਹੋਏਗਾ। ਹੁਣ 15 ਸਾਲ ਦਾ ਬੱਚਾ ਕਿਹੜਾ ਰੈਡੀਕਲਾਈਜ਼ ਹੋਇਆ, ਕਿਹੜਾ ਪਾਕਿਸਤਾਨ ਦੇ ਹੈਂਡਲਰਸ ਨੂੰ ਕਿਹੜੀ ਇਨਫੋਰਮੇਸ਼ਨ ਦੇ ਰਿਹਾ ਹੈ। ਦ ਐਕਿਊਜ਼ਡ ਹੈਜ਼ ਬੀਨ ਇਨ ਕੰਟੈਕਟ ਵਿਦ ਪਾਕਿਸਤਾਨੀ ਹੈਂਡਲਰਸ ਫॉर द पास्ट 1 year and was providing information concerning the country's security to Pakistan's military officers, ISI and frontal organizations running terror modules in that country. Pathankot senior superintendent police said. ਹੁਣ ਉਹ ਕਹਿ ਰਿਹਾ ਜੀ ਹੁਣ ਜੇ ਹੁਣ 15 ਸਾਲ 14 ਸਾਲਾਂ ਦਾ ਮੁੰਡਾ ਕਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਜਿਹੜੀ ਉਹਦੇ ਕੋਲ ਹੈ ਤੇ ਉਹ ਪਾਕਿਸਤਾਨ ਦੇ ਹੈਂਡਲਰਸ ਤੱਕ ਉਹ ਪਹੁੰਚਾ ਰਿਹਾ। ਉਹਨਾਂ ਨੇ ਕਿਹਾ ਕਿ ਜੀ ਉਹਦੇ ਮੁੰਡੇ ਦਾ ਪਿਓ 1 ਸਾਲ ਪਹਿਲਾਂ ਮਰ ਗਿਆ ਸੀ, ਉਹ ਜੰਮੂ ਕਸ਼ਮੀਰ 'ਚ ਕੰਮ ਕਰਦਾ ਸੀ ਔਰ ਇਸ ਤੋਂ ਉਹਦਾ ਦਿਮਾਗ ਥੋੜ੍ਹਾ ਜਿਹਾ ਹਿੱਲ ਗਿਆ ਔਰ ਉਹ ਔਨਲਾਈਨ ਵੀ ਮਾਈਨਰ ਹੈ ਭਾਵੇਂ, ਔਰ ਟਰੈਪ 'ਚ ਫਸ ਗਿਆ ਪਾਕਿਸਤਾਨੀ ਹੈਂਡਲਰਸ ਦੇ ਸੋਸ਼ਲ ਮੀਡੀਆ 'ਚ ਔਰ ਉਹਦੇ ਨਾਲ ਕੰਟੈਕਟ ਹੋਇਆ ਔਰ ਇਹ ਸਾਰਾ ਕਰ ਰਿਹਾ। ਫਿਰ ਦੂਸਰਾ ਕੇਸ ਜਿਹਦੇ 'ਚ ਉਹਨਾਂ ਨੇ ਹਿੰਦੂ ਨਾਂ ਦਿੱਤਾ, ਸੁਨੀਲ ਕੁਮਾਰ, ਹਰਿਆਣਾ ਪੁਲਿਸ ਨੇ ਉਹਨੇ ਕਿਹਾ ਜੀ ਉਹ ਇੰਟਰਨੈਟ ਦੇ ਉੱਤੇ ਇੱਕ ਪਾਕਿਸਤਾਨੀ ਬੀਬੀ ਦੇ ਇਸ਼ਕ ਦੇ ਵਿੱਚ ਫਸ ਗਿਆ, ਉਹਨੂੰ ਹਨੀ ਟਰੈਪ ਕਹਿੰਦੇ ਨੇ ਕਿ ਉਹ ਇੰਟੈਲੀਜੈਂਸ ਲਈ ਕੰਮ ਕਰਦੀ ਹੈ। ਔਰ ਉਹਦੇ ਰਾਹੀਂ ਫਿਰ ਉਹਨੇ ਸੁਨੀਲ ਕੁਮਾਰ ਨੇ ਜਿਹੜਾ ਅੰਬਾਲਾ ਜ਼ਿਲ੍ਹੇ ਦੇ ਸਬਕਾ ਵਿਲੇਜ ਦਾ ਰਹਿਣ ਵਾਲਾ ਹੈ, ਹੀ ਇਜ਼ ਇਨ ਕੰਟੈਕਟ ਵਿਦ ਏ ਪਾਕਿਸਤਾਨ ਬੇਸਡ ਵੂਮਨ ਔਨ ਸੋਸ਼ਲ ਮੀਡੀਆ ਫॉर द पास्ट 7 months, ਪਿਛਲੇ 7 ਮਹੀਨਿਆਂ ਤੋਂ ਉਹਦੇ ਨਾਲ ਇਨ ਟੱਚ ਸੀ। ਥਰੂ ਟੈਕਨੀਕਲ ਐਵੀਡੈਂਸ ਵੀ ਫਾਊਂਡ ਦੈਟ ਦ ਅਕਿਊਜ਼ਡ ਵਾਜ਼ ਇਨ ਟੱਚ ਵਿਦ ਏ ਕੰਟਰੈਕਟਰ ਵਰਕਿੰਗ ਐਟ ਦ 에ਅਰ ਫੋਰਸ ਸਟੇਸ਼ਨ। ਉਹ ਜਿਹੜਾ 에ਅਰ ਫੋਰਸ ਸਟੇਸ਼ਨ 'ਤੇ ਕੰਮ ਕਰਦਾ ਕੰਟਰੈਕਟਰ ਸੀ ਉਹਦੇ ਨਾਲ ਇਨ ਟੱਚ ਸੀ। ਉੱਥੋਂ ਫੋਟੋਗ੍ਰਾਫਸ ਅਤੇ ਦੂਜੀਆਂ ਵੀਡੀਓਜ਼ ਲੈ ਕੇ ਉਹ ਉਸ ਔਰਤ ਨੂੰ ਸੋਸ਼ਲ ਮੀਡੀਆ 'ਤੇ ਭੇਜ ਰਿਹਾ ਸੀ। ਔਰ ਇਹ ਸਾਰੇ ਦੇ ਥੱਲੇ ਜਿਹੜਾ ਉਹ DSP ਕ੍ਰਾਈਮ ਅਤੇ ਪੁਰਾਣੇ ਇਹ ਬਿਲਕੁਲ ਪਲਾਂਟਡ ਸਟੋਰੀਜ਼ ਨੇ ਵੀ ਕਿਹੜਾ ਅੱਜ ਕੱਲ੍ਹ ਜਦੋਂ ਕਿ ਸੈਟੇਲਾਈਟ ਆ ਗਏ। ਇੱਕ ਜ਼ਮਾਨਾ ਸੀ ਹੁੰਦਾ ਸੀ ਜੀ ਕੋਈ ਜਸੂਸ ਹੈ ਕੋਈ, ਹੁਣ ਤਾਂ ਹਰ ਚੀਜ਼ ਤੁਹਾਡੇ ਗੂਗਲ ਜੀ ਮਹਾਰਾਜ ਤੁਹਾਨੂੰ ਦੱਸ ਦਿੰਦੇ ਨੇ। ਸੈਟੇਲਾਈਟਸ ਛੱਡੀਆਂ ਹੋਈਆਂ ਸਾਰਿਆਂ ਦੇ ਕੋਲ ਹੈ ਔਰ 16, 14, 15 ਸਾਲਾਂ ਦਾ ਮੁੰਡਾ ਜਿਹੜਾ ਉਹ ਕਰੇਗਾ ਕਿ ਇੱਕ ਹਨੀ ਟਰੈਪ ਕਿਹਨੇ ਹਨੀ ਟਰੈਪ ਕੀਤਾ ਤੇ ਕਿਹਨੂੰ ਭੇਜਿਆ। ਲੇਕਿਨ ਇਹ ਜਦੋਂ ਮੈਂ ਇਹ ਕਹਿੰਦੇ ਕਿ ਵੀ ਇਹ 26 ਜਨਵਰੀ ਸਿਰ ਤੇ ਆਉਣ ਵਾਲੇ ਦਿਨਾਂ ਜਿਨ੍ਹਾਂ ਨੇ 2-4 ਫੜਨੇ ਨੇ ਹੋਰ ਕਿ ਜੀ ਇਹ ਦਹਿਸ਼ਤਗਰਦ ਸ੍ਰੀਨਗਰ ਤੋਂ ਆਏ ਸੀ, ਇਹ ਵੜਨ ਲੱਗੇ ਸੀ, ਇੱਥੇ ਜਾਣ ਲੱਗੇ ਸੀ, ਉੱਥੇ ਜਾਣ। ਇਹ ਹੈ ਜਿਹਨੂੰ ਫੀਅਰ ਸਾਈਕੋਸਿਸ ਵੀ ਕ੍ਰੀਏਟ ਕਰੋ, ਆਪਣੀ ਮੁਸਤੈਦੀ ਵੀ ਸ਼ੋਅ ਕਰੋ ਔਰ ਬਿਲਕੁਲ ਪਾਕਿਸਤਾਨ ਦੇ ਖਾਤੇ 'ਚ ਪਾ ਕੇ ਜਦੋਂ ਮਰਜ਼ੀ ਫਿਰ ਬਹਾਨਾ ਬਣਾ ਕੇ ਕੋਈ ਫਾਲਸ ਫਲੈਗ ਆਪਰੇਸ਼ਨ ਕਰ ਦਿਓ ਔਰ ਫਿਰ ਕਹੋ ਕਿ ਜੀ ਦੇਖੋ ਅਸੀਂ ਤਾਂ ਲਗਾਤਾਰਤਾ ਨਾਲ ਇਹ ਗੱਲ ਕਹਿ ਰਹੇ ਸੀ ਔਰ ਇਹਦੇ ਸਾਡੇ ਕੋਲ ਸਬੂਤ ਨੇ ਜੀ। ਆ ਕੇਸ ਨੰਬਰ 1, ਕੇਸ ਨੰਬਰ 2, ਕੇਸ ਨੰਬਰ 3। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਪਹਿਲੇ ਵਿਊਅਰ ਨੇ ਗੁਸਕੇ ਜੀ, ਇਹ ਸਾਨੂੰ ਜਿਹੜੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਤਿੰਦਰ ਸਿੰਘ ਜੀ ਵੀ, ਗੈਲੀਜਾਰ ਜੀ ਵੀ ਔਰ ਫਿਰ ਇਸੇ ਤਰ੍ਹਾਂ ਅਨੂਪਾ ਜੀ ਔਰ ਸੋਨਮਾਲ ਜੀ, ਇੰਦਰ ਜੀਤ ਸਿੰਘ ਜੀ ਸੰਧੂ ਔਰ ਫਿਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਬੜੇ ਪਿਆਰ ਨਾਲ ਫਤਿਹ ਬੁਲਾਉਂਦੇ ਨੇ ਔਰ ਪ੍ਰਨਾਮ ਸ਼ਹੀਦਾਂ ਨੂੰ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਗੁਰਦੇਵ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਅਮਰਜੀਤ ਸੈਣੀ ਜੀ ਵੀ
ਔਰ ਗੈਲੀਜਾਰ ਜੀ ਕਹਿੰਦੇ ਨੇ ਸਾਰੇ ਵੀਰ ਜਿਹੜੇ ਪੰਜਾਬੀ ਵਿੱਚ ਟਿੱਪਣੀ ਕਰਨ ਦੀ ਕੋਸ਼ਿਸ਼ ਕਰੋ ਜੀ। ਔਰ ਮੁਹੰਮਦ ਜਾਕੂਬ ਜੀ ਆਏ ਨੇ, ਇਹ ਵੀ ਕਹਿੰਦੇ ਨੇ ਕਿ ਬਸ ਬਹੁਤ ਹੋ ਚੁੱਕਾ, दुनिया के हालात बदल रहे हैं, इस साल खालिस्तान बन जाएगा, खालसा फॉर खालिस्तान, खालिस्तान जिंदाबाद, आमीन आमीन। और फिर इसी तरह कहते हैं कि भारत माता के एक ही इलाज है, खालिस्तान जिंदाबाद। और हाँ जी, फिर कहते सुना है कि यूएई ने इंडिया के साथ डिफेंस डील कर ली है, जहाँ ये सच है डॉक्टर साहब? और नहीं मैं देखी नहीं है खबर, हालांकि जॉइंट एक्सरसाइजेज की थी उन्होंने, मिलिट्री एक्सरसाइजेज, डील नहीं लगता है। हाँ जी, कोई खबर आई नहीं है। गुरविंदर मान जी भी और नीरज सिंह जी भी, फिर इस तरह बसरा जी भी, फिर इसी तरह साढ़े को हैगे ने अब्दुल वहीद जी भी। डॉक्टर साहब जिस काम के लिए आप मेहनत कर रहे हैं वे काम मोदी जल्दी करने वाला है। ओके बिल्कुल, साडा ਅਸੀਂ ਤਾਂ ਠੇਕੇ ਤੇ ਦਿੱਤਾ ਹੋਇਆ, ਸਾਡਾ ਕੰਮ ਇਹੀ ਕਰ ਰਹੇ। हाँ जी, और गुरविंदर मान जी भी कहते हैं कि ट्रंप साहब जी ने बेनती की कहते ट्रंप साहब जी ਨੂੰ ਬੇਨਤੀ ਹੈ ਕਿ ਭਾਰਤ ਵੱਲ ਵੀ ਧਿਆਨ ਦੇਣ, ਮੋਦੀ ਤੇ ਤੜੀ ਪਾਰ ਨੂੰ ਚੁੱਕ, ਭਾਰਤ ਵਿੱਚ ਕੋਈ ਲੋਕਤੰਤਰ ਨਹੀਂ ਹੈ, ਲੋਕਾਂ ਜੀਣਾ ਮਾਹੌਲ ਕੀਤਾ ਹੋਇਆ ਹੈ। ਨਹੀਂ ਬਿਲਕੁਲ, ਉਹ ਤੜੀ ਪਾਰ ਜਿਹੜਾ ਉਹ ਅਮਿਤ ਸ਼ਾਹ ਦਾ ਨਾਂ ਹੀ ਹੈ ਨਾ। ਉਹ ਵੈਸੇ ਪ੍ਰਿਥਵੀਰਾਜ ਚਵਨ ਜਿਹੜਾ ਇਹਨਾਂ ਦਾ ਸਾਬਕਾ ਚੀਫ ਮਿਨਿਸਟਰ ਹੈ ਮਹਾਰਾਸ਼ਟਰ ਦਾ, ਉਹਨੇ ਕਿਹਾ ਵੀ ਫਿਕਰ ਕਰੋ ਜੇ ਮੋਦੀ ਨੂੰ ਵੀ ਲੈ ਗਏ ਚੁੱਕ ਕੇ ਤਾਂ ਫਿਰ ਕੀ ਕਰੋਗੇ ਤੁਸੀਂ? ਕੀ ਕਰੋਗੇ? ਹਾਂਜੀ, ਡਾਕਟਰ ਪਰਮਜੀਤ ਸਮਰਾਜ ਵੀ ਕਹਿੰਦੇ ਨੇ ਕਿ ਟਰੰਪ ਦਾ ਅਗਲਾ ਨਿਸ਼ਾਨਾ ਕੌਣ ਹੈ ਜੀ? ਇਹ ਹੁਣ ਟਰੰਪ ਨੂੰ ਹੀ ਪਤਾ ਹੈ। मोहम्मद जाकूब जी कहते बगैर कहते बेशक कश्मीर और पंजाब का खंजीर इंडिया का बिल्कुल भी कोई ताल्लुक नहीं है, धोती टोपी जमुना पार। नासिर चौधरी भी कहते हैं मोहम्मद जी मोदी भारत के 20 देश बनाने वाला है जी। और इसी तरह डॉक्टर परमजीत समराज टुकड़े होने हैं, हाँ जी ठीक है, हाँ जी, डॉक्टर परमजीत समराज जी कहते हैं कि भारत क्यूबा कंबोडिया मैक्सीको ਜਾਂ ਫਿਰ ਈਰਾਨ, ਇਹ ਜਿਹੜਾ ਨਿਸ਼ਾਨਾ ਉਹਨਾਂ ਕਿਹਾ ਹੈ। ਹਾਂ, ਈਰਾਨ ਜ਼ਿਆਦਾ ਵਲਨਰੇਬਲ ਹੈ ਇਹਨਾਂ ਸਾਰਿਆਂ ਚੋਂ। ਬਿਲकुल। और फिर इसी तरह अब्दुल वहीद जी कहते हैं कि भाई जाकूब आप जिस दिल लगी से कहते सच्चो सच प्रोग्राम देखते हैं, कहते दिन की जड़ी थकान है दूर हो जाती है, और नेबर के साथ हिंदी मातरी पंजाब हिमाचल उन्होंने किया। और फिर इसी तरह कहते हैं कि इंडिया इस वक्त बारूद के कहते ढेर पे है और कभी भी फट सकता है, कहते आई लव मोदी जी। और इसी तरह लखविंदर सिंह जी भी, नासिर चौधरी जी भी इन्होंने उर्दू च लिखा है। सो फिर इसी तरह मोहम्मद जाकूब जी कहते जे ही तो मैं पूछ रहा हूँ कि कब कश्मीर आज़ाद होगा और खालिस्तान बनेगा, कब बिहार और असम आज़ाद होंगे? और देखो ये तो इंडिया का हशर सोवियत यूनियन यूगोस्लाविया वाला होएगा। सोवियत यूनियन के 15 टुकड़े होए, यूगोस्लाविया के 7 होए, इन्हों के 15 तो 20 होंगे मिनिमम, और जा रहे हैं उस डायरेक्शन जा रहे हैं, हौसला रखो। हाँ जी। और अब्दुल वहीद जी कहते हैं कि गोदी मीडिया के मुताबिक मोदी विदेश नीति इतनी ज़्यादा कामयाब हो प्लानिंग है कि शेर के उत्तर 56 लाल पता नहीं की कहना चाहते हैं, सॉरी वो बिल्कुल झूठ अपने लोगों को परोस रहे हैं। पर हुण जदों ਈਵਨ ਦਾ ਹਿੰਦੂ ਵਰਗੀ ਅਖਬਾਰ ਜੇ ਇਨਵੈਸਟੀਗੇਟਿਵ ਸਟੋਰੀ ਕਰਦੀ ਹੈ, ਲੋਕਾਂ ਨੂੰ ਪਤਾ ਲੱਗ ਰਿਹਾ ਹੁਣ ਇਹਨਾਂ ਦਾ ਝੂਠ ਘੱਟ ਵਿਕਦਾ, ਅਜੇ ਵਿਕਦਾ ਤਾਂ ਹੈ। ਬਿਲਕੁਲ। ਔਰ ਫਿਰ ਇਸ ਤਰ੍ਹਾਂ ਮੁਹੰਮਦ ਜਾਕੂਬ ਜੀ ਵੀ ਇਹਨਾਂ ਦੀ ਮੇਰੇ ਖਿਆਲ ਟ੍ਰਾਂਸਲੇਟ ਕਰ ਰਹੇ ਨੇ, ਜਿਹੜੇ ਵਾਹਿਦ ਜੀ ਹੋਰਾਂ ਨੇ ਸਾਨੂੰ ਮੈਸੇਜ ਲਿਖੇ ਨੇ ਕਿ ਅब्दुल वहीद ਕਹਿੰਦੇ इंडिया के साथ अब तख्ता और ताकत ਜਾਂ आर ਜਾਂ पार होना चाहिए। और ਹੁਣ आर पार ही है जी। हाँ जी बिल्कुल। इसी तरह नासिर चौधरी जी भी, और फिर इसी तरह साढ़े को है राजनप्रीत सिंह जी भी, और फिर नीरज सिंह जी भी, और मोहम्मद जाकूब जी कहते हैं कि दिस इज़ अनअवेलेबल के 7 करोड़ हिंदू एक जगह कहते जमा होंगे और कुंभ मेले में शिरकत करेंगे। कहते वहाँ पे वे ये क्या करेंगे कि खाएंगे पिएंगे और बाथरूम और धर्म सिंह जी भी और बिला फौजी जी भी गंगा नूं होर गंदी करनगे। बिक्रमजीत सिंह जी भी सब का बहुत बहुत शुक्रिया, और काला सिंह जी भी, सतनाम सिंह जी भी, और फिर इस तरह रंजीत जी भी, और नासिर चौधरी जी, सब ज़्यादा बहुत बहुत शुक्रिया। सो इस तरह अपने व्यूअर्स को लेने इजाज़त,
ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।